सबसे पहले तो मैं ये बताना चाहता हूँ, शुक्राना करना चाहता हूँ पूरी संगत का कि आज मेरे को संगत के सामने अपना सत्संग शेयर करने का सौभाग्य प्राप्त हुआ है। गुरु जी की कृपा, गुरु जी की ब्लेसिंग सब मैं आपको आपको शुरू से ही पूरा बताता हूँ। जब हम गुरु जी से सबसे पहले जुड़े थे, उससे पहले क्या हुआ था कि हम जयपुर में रहते थे। माय डैडी वाज वर्किंग इन आर्मी आर्मी इन एमईएस ਵਿੱਚ ਤਾਂ ਤਾਂ ਉੱਥੇ ਕੀ ਹੋਇਆ, ਜਦੋਂ ਅਸੀਂ ਮਤਲਬ ਕਿ ਇੱਥੇ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਜੈਪੁਰ, ਤਾਂ ਉੱਥੇ ਸਾਡੇ ਘਰ ਅੱਗ ਲੱਗ ਗਈ ਸੀ। ਅੱਗ ਲੱਗ ਗਈ ਈਵਨ ਦੈਨ ਕਿ ਸਾਡੇ ਘਰ ਸਾਰਾ ਸਮਾਨ ਜਿੱਦਾਂ ਸੀ ਸਾਰਾ ਜਲ ਗਿਆ ਸੀ, ਸਭ ਕੁਝ ਹੋ ਗਿਆ ਸੀ। ਈਵਨ ਦੈਨ ਕਿ ਰਾਤ ਨੂੰ ਜੋ ਆਪਾਂ ਨਾਈਟ ਸੂਟ ਪਾਉਂਦੇ ਹੁੰਦੇ ਸਿਰਫ ਉਹੀ ਬਚੇ, ਬਾਕੀ ਹੋਰ ਕੁਝ ਨਹੀਂ ਬਚਿਆ ਸੀ। ਤੁਸੀਂ ਦੇਖੋ ਉਹਦੇ ਬਾਅਦ ਪਤਾ ਨਹੀਂ ਸ਼ਾਇਦ ਉਹ ਟਾਈਮ ਸੀ ਸਾਡਾ ਗੁਰੂ ਜੀ ਕੋਲ ਮਿਲਣ ਦਾ, ਜਾਂ ਗੁਰੂ ਜੀ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਜਾਣ ਦਾ ਪਹਿਲਾ ਟਾਈਮ ਸੀਗਾ ਸਾਡੇ ਕੋਲ। ਤਾਂ ਉਹਦੇ ਬਾਅਦ ਗੁਰੂ ਜੀ 2-3 ਮਹੀਨਿਆਂ ਬਾਅਦ ਗੁਰੂ ਜੀ ਉੱਥੇ ਜੈਪੁਰ ਆਏ। ਈਵਨ ਦੈਨ ਕਿ ਅਸੀਂ ਪਹਿਲਾਂ ਮੰਮੀ ਗੁਰਦੁਆਰੇ ਜਾਂਦੇ ਹੁੰਦੇ ਸੀ, ਤਾਂ ਅਸੀਂ ਕਹਿਣਾ ਮੰਮੀ ਨੂੰ ਕਹਿਣਾ ਵੀ ਗੁਰਦੁਆਰੇ ਕਾਹਤੇ ਜਾਂਦੇ, ਉੱਥੇ ਵੀ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਯੂ ਨੋ ਦੈਟ ਇੰਨਾ ਨੁਕਸਾਨ ਹੋ ਗਿਆ, ਸਭ ਕੁਝ ਹੋ ਗਿਆ। ਮਤਲਬ ਕਈ ਬੰਦੇ ਕੱਪੜੇ ਤੱਕ ਨਹੀਂ ਬਚੇ ਤੇ ਕੋਈ ਪੇਪਰ ਵਰਕ ਨਹੀਂ ਬਚਿਆ, ਸਭ ਕੁਝ ਹੀ ਖਤਮ ਹੋ ਗਿਆ ਸੀ। ਫਿਰ ਗੁਰੂ ਜੀ ਜੈਪੁਰ ਉੱਥੇ ਆਏ ਤਾਂ ਫਿਰ ਜਿਹੜੇ ਮੋਹਨ ਸਿੰਘ ਅੰਕਲ, मोहन सिंह, ब्रिगेडियर मोहन सिंह ने पूरी आर्मी के अंदर वहां पर बोला था कि सारे जने तुसी गुरु जी आए तो गुरु जी को आए तो कम से कम मत्था टेक के जाए सारे जने। तो डैडी एक दो बार गए तो डैडी ਨੂੰ ਜੋ ਗੁਰੂ ਜੀ ਨੂੰ ਆਪਾਂ ਦੇਖਦੇ ਸੀਗੇ ਨਾ, ਤਾਂ ਸਾਡਾ ਅੰਦਰੋਂ ਕੁਛ ਨਾ ਕੁਛ ਹੋ ਜਾਂਦਾ ਸੀਗਾ। ਕੋਈ ਜਿੱਦਾਂ ਗੁਰੂ ਜੀ ਨਾਲ ਕੋਈ ਰਿਲੇਸ਼ਨ ਆ ਜਾਂ ਗੁਰੂ ਜੀ ਵਾਲਾ ਦੇਖ ਕੇ ਮਤਲਬ ਇਦਾਂ ਦਾ ਲੱਗਦਾ ਹੁੰਦਾ ਸੀ ਵੀ ਵੀ ਕੈਨਟ ਸੀ ਦਾ, ਮਤਲਬ ਗੁਰੂ ਜੀ ਦਾ ਅਸੀਂ ਫੇਸ ਨਹੀਂ ਦੇਖ ਸਕਦੇ ਸੀ। ਇਹ ਰੀਅਲੀ ਸੀਗਾ, ਜਦੋਂ ਅਸੀਂ ਗੁਰੂ ਜੀ ਨੂੰ ਦੇਖਦੇ ਸੀ ਵੀ ਕੈਨਟ ਸੀ ਦਾ ਗੁਰੂ ਜੀ ਫੇਸ। ਤਾਂ ਡੈਡੀ ਨੂੰ ਲੱਗਾ ਵੀ ਜਿੱਦਾਂ ਵੀ ਕੁਛ ਨਾ ਕੁਛ ਹੈ ਇਨਕੇ, ਮਤਲਬ ਕੁਛ ਨਾ ਕੁਛ ਹੈਗਾ। ਤਾਂ ਫਿਰ ਮੈਨੂੰ ਇੱਕਦਮ ਕਹਿੰਦੇ ਗੁਰੂ ਡੈਡੀ ਕਹਿੰਦੇ ਜਾ ਤੂੰ ਜਾ ਕੇ ਉੱਥੇ ਮੱਥਾ ਟੇਕ ਕੇ ਆਈ। ਤੋ ਮੈਂ ਉਸਲੇ 10th 11th ਵਿੱਚ ਪੜ੍ਹਦੇ ਹੁੰਦੇ ਸੀ, ਤਾਂ ਉਸਲੇ ਇੰਨਾ ਪਤਾ ਨਹੀਂ ਸੀ ਗੁਰੂ ਜੀ ਬਾਰੇ, ਉਹ ਸਭ ਕੁਛ ਕੀ ਤੁਹਾਨੂੰ ਪਤਾ ਹੀ ਹੈ। ਤਾਂ ਉਹਦੇ ਬਾਅਦ ਅਸੀਂ ਫਿਰ ਮੈਂ ਉੱਥੇ ਜਾਣਾ, ਜਦੋਂ ਉੱਥੋਂ ਜਿਮ ਕਰਦੇ, ਜਿਮ ਤੋਂ ਚਲੇ ਜਾਣਾ ਤਾਂ ਸਿੱਧਾ ਸੀਗਾ ਚਲੋ ਚਲੇ ਜਾਂਦੇ ਹਾਂ। ਜਿੱਦਾਂ ਗੁਰੂ ਜੀ ਕੋਲ ਜਾਣਾ ਤਾਂ ਗੁਰੂ ਜੀ ਨੇ ਜਾ ਕੇ ਉੱਠ ਕੇ ਅੰਦਰ ਚਲੇ ਜਾਣਾ ਕਮਰੇ 'ਚ, ਅਸੀਂ ਘੰਟਾ ਉੱਥੇ ਬੈਠਣਾ, ਗੁਰੂ ਜੀ ਨੇ ਬਾਹਰ ਹੀ ਨਹੀਂ ਆਉਣਾ। ਤਾਂ ਫਿਰ ਡੈਡੀ ਕਹਿੰਦੇ ਵੀ ਇਦਾਂ ਨਹੀਂ ਹੈਗਾ ਵੀ ਤੁਸੀਂ ਸਿੱਧੇ ਪਹਿਲਾਂ ਘਰ ਨੂੰ ਆਇਓ, ਘਰੋਂ ਨਹਾ ਧੋ ਕੇ ਫਿਰ ਮੈਂ ਗੱਡੀ ਭੇਜੂੰਗਾ, ਤਾਂ ਗੱਡੀ ਸਿੱਧੇ ਜਾਏ। ਤਾਂ ਗੁਰੂ ਜੀ ਕੋ ਉਹੀ ਜਾਣ ਦਾ ਆਉਣ ਦਾ ਤਰੀਕਾ ਇਹੀ ਹੈ ਵੀ ਜਦੋਂ ਆਪਾਂ ਜਾਂਦੇ ਆ ਤੇ ਸਿੱਧੇ ਜਾਓ, ਸਿੱਧੇ ਜਾਓ ਤਾਂ ਸਿੱਧੇ ਵਾਪਸ ਆਓ। ਤਾਂ ਉਹੀ ਗੱਲ ਹੋਈ। ਤਾਂ ਫਿਰ ਉਦੋਂ ਜਿੱਦਣ ਗਏ ਉਦੋਂ ਗੁਰੂ ਜੀ ਦੇ ਪਹਿਲੀ ਵਾਰ ਸਾਨੂੰ ਦਰਸ਼ਨ ਹੋਏ, ਤਾਂ ਮੈਂ ਉਸ ਦਿਨ ਪਹਿਲੀ ਵਾਰ ਦੇਖਿਆ। ਤਾਂ ਉਦੋਂ ਫਿਰ ਇੱਕ ਵਾਰ ਮਤਲਬ ਕੰਟੀਨਿਊਸ ਥੋੜਾ ਜਾਣ ਲੱਗ ਪਏ। ਤਾਂ ਇੱਕ ਦਿਨ ਫਿਰ ਹੋ ਗਿਆ ਡੈਡੀ ਥੋੜੇ ਜਿਹੇ ਉਦਾਸ ਜਿਹੇ ਹੋ ਗਏ, ਤੇ ਮਾਮਾ ਜੀ ਨੇ ਫਿਰ ਗੁਰੂ ਜੀ ਨੂੰ ਦੱਸਿਆ ਵੀ ਏਦਾਂ ਦਾ ਗੁਰੂ ਜੀ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ, ਵੀ ਏਦਾਂ ਦਾ ਵੀ ਉੱਥੇ ਪੰਜਾਬ ਦੇ ਆ। ਤਾਂ ਗੁਰੂ ਜੀ ਦੇ ਦੇਖ ਲਓ ਮੂੰਹ ਇੱਕੋ ਵਰਡ ਸੀਗੇ, ਗੁਰੂ ਜੀ ਕਹਿੰਦੇ ਸੀ ਜਲੰਧਰ ਆਓ ਉੱਥੇ ਕਲਿਆਣ ਹੋਊਗਾ, ਜਲੰਧਰ ਆਓ ਉੱਥੇ ਕਲਿਆਣ ਹੋਊਗਾ। ਤਾਂ ਮੇਰਾ ਉਸਲੇ ਦਿਮਾਗ ਸੀ, ਮੈਂ ਕਿਹਾ ਵੀ ਜੇ ਕਲਿਆਣ ਕਰਨਾ ਸੀ ਗੁਰੂ ਜੀ ਦੇ ਇੱਥੇ ਕਰ ਦਿੰਦੇ। ਪਰ ਗੁਰੂ ਜੀ ਦੀ ਜੋ ਵਰਡਿੰਗ ਹੈਗੀ ਆ ਉਹ ਇੱਕਦਮ ਪੱਥਰ ਦੀ ਲਕੀਰ ਆ, ਉਹ ਤੁਸੀਂ ਆਪਾਂ ਨੂੰ ਨਾ ਇੱਧਰ ਉੱਧਰ ਕੁਛ ਨਹੀਂ ਕਰ ਸਕਦੇ। ਗੁਰੂ ਜੀ ਨੇ ਜੋ ਕਹਿਤਾ ਸੋ ਕਹਿਤਾ। ਉਹਦੇ ਬਾਅਦ ਕੀ ਹੋਇਆ ਕਿ ਡੈਡੀ ਮਤਲਬ ਥੋੜੇ ਦਿਨ ਵਿਦਿਨ 10-15 ਦਿਨ ਦੀ ਗੱਲ ਆ। ਤਾਂ 10 ਦਿਨ ਦੇ ਅੰਦਰ ਅੰਦਰ ਮਤਲਬ ਕਿ 3 ਜਾਂ 4 ਦਿਨ ਦੇ ਅੰਦਰ ਤਾਂ ਡੈਡੀ ਦੀ ਟ੍ਰਾਂਸਫਰ ਹੋਈ। ਪਹਿਲਾ ਟ੍ਰਾਂਸਫਰ ਹੋਈ ਗੁਜਰਾਤ ਦੀ। ਅਸੀਂ ਕਿਹਾ ਵੀ ਚਲੋ ਡੈਡੀ ਨਾਲ ਗੁਜਰਾਤ ਦੀ ਟ੍ਰਾਂਸਫਰ ਹੋਈ, ਗੁਜਰਾਤ ਹੀ ਚੱਲਦੇ, ਗੁਜਰਾਤ ਦਾ ਪੀਸ ਇਲਾਕਾ ਹੈ ਨਾ। ਤਾਂ ਅਸੀਂ ਉੱਥੇ ਜਾਣ ਦਾ ਪੂਰਾ ਪਲੈਨਿੰਗ ਕਰ ਰਹੇ, ਕੁਛ ਕਰ ਰਹੇ। ਤਾਂ ਅਗਲੇ ਦਿਨ ਮਤਲਬ ਦੂਜਾ ਤੀਜੇ ਦਿਨ ਹੀ ਉਹ ਟ੍ਰਾਂਸਫਰ ਕੈਂਸਲ ਹੋ ਗਈ, ਟ੍ਰਾਂਸਫਰ ਹੋ ਗਈ ਅਸਾਮ ਦੀ। ਤਾਂ ਗੁਰੂ ਜੀ ਸਭ ਕੁਝ ਗੁਰੂ ਜੀ ਕਮਾ ਰਹੇ ਸੀ, ਸਾਨੂੰ ਨਹੀਂ ਪਤਾ ਲੱਗ ਰਿਹਾ ਸੀ ਕੁਛ ਵੀ ਨਾ। ਤਾਂ ਉਹਦੇ ਬਾਅਦ ਜਦੋਂ ਟ੍ਰਾਂਸਫਰ ਉੱਥੇ ਦੀ ਹੋਈ ਅਸਾਮ ਦੀ, ਤਾਂ ਫਿਰ ਇੱਧਰ ਅਸਾਮ ਜਾਣਾ ਮੁਸ਼ਕਿਲ ਸੀਗਾ। ਡੈਡੀ ਕਹਿੰਦੇ ਵੀ ਤੁਹਾਨੂੰ ਜੀ ਮੈਂ ਉੱਥੇ ਜੈਪੁਰ ਛੱਡਦੇ, ਮੈਂ ਜਲੰਧਰ ਛੱਡਦੇ ਆ ਵੀ ਤੁਸੀਂ ਉੱਥੇ ਜਲੰਧਰ ਰੁਕੋ ਤੇ ਨਾਲੇ ਐਡਮਿਸ਼ਨ ਕਰਾਉਂਦੇ, ਵੀ ਮੈਂ ਚੱਲਦਾ ਅਸਾਮ। ਵਿਦਿਨ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਦੇਖੋ ਵੀ ਸਾਨੂੰ ਪਤਾ ਵੀ ਨਹੀਂ ਲੱਗਾ ਵੀ ਸਾਡੇ ਗੁਰੂ ਜੀ ਦਾ ਕਲਿਆਣ ਦੇਖੋ ਕਹਿੰਦਾ। ਜਦੋਂ ਗੁਰੂ ਜੀ ਨੇ ਕਿਹਾ ਵੀ ਜਦੋਂ ਗੁਰੂ ਜੀ ਨੇ ਕਿਹਾ ਵੀ ਤੁਹਾਡਾ ਜਲੰਧਰ ਆਓ ਉੱਥੇ ਕਲਿਆਣ ਹੋਊਗਾ, ਉਦੋਂ ਤੋਂ ਹੀ ਕਲਿਆਣ ਸ਼ੁਰੂ ਹੋ ਗਿਆ ਸੀ। ਸਾਨੂੰ ਉਸ ਟਾਈਮ ਦੀ ਗੱਲ ਦੱਸਦਾ, ਇਹ 94 ਦੀ ਗੱਲ ਆ, 94 ਦੀ। ਉਸ ਟਾਈਮ ਤੇ ਈਵਨ ਦੈਨ ਆਰਮੀ ਪਰਸਨ ਜਿੰਨੇ ਹੁੰਦੇ ਸੀ, ਇਹਨਾਂ ਕੋਲ ਕੋਈ ਫਰਨੀਚਰ ਨਹੀਂ ਹੁੰਦਾ ਸੀ, ਆਪਣਾ ਕੁਛ ਨਹੀਂ ਹੁੰਦਾ, ਸਿਰਫ ਆਰਮੀ ਦਾ ਹੀ ਫਰਨੀਚਰ, ਬੈੱਡ ਹੁੰਦੇ ਸੀਗੇ ਆਰਮੀ ਦੇ, ਡਰੈਸਿੰਗ ਟੇਬਲ ਆਰਮੀ ਦੀ, ਸਭ ਕੁਛ ਹੀ ਹੁੰਦਾ ਸਾਨੂੰ। ਯੂ ਨੋ ਦੈਟ ਟ੍ਰਾਂਸਫਰ 3 ਆਫਟਰ 3 ਈਅਰ ਵੀ ਹੈਵ ਟੂ ਗੋ। ਤਾਂ ਉਹ ਜਦੋਂ ਗੁਰੂ ਜੀ ਨੇ ਇਦਾਂ ਕਿਹਾ ਸੀਗਾ ਵੀ ਤੁਸੀਂ ਜਲੰਧਰ ਆਓ ਉੱਥੇ ਕਲਿਆਣ ਹੋਊਗਾ, ਤੁਹਾਨੂੰ ਮੈਂ ਕੀ ਦੱਸਿਆ ਵੀ ਉਸ ਟਾਈਮ ਤੇ ਅਸੀਂ ਕਿੰਨਾ ਸਮਾਨ, ਬੈੱਡ ਨਵਾਂ ਲੈ ਲਿਆ, ਸੋਫੇ ਨਵੇਂ ਲੈ ਲਏ, ਡਰੈਸਿੰਗ ਟੇਬਲ, ਕਿਉਂਕਿ ਜਿਸ ਚੀਜ਼ ਦੀ ਜ਼ਰੂਰਤ ਵੀ ਨਹੀਂ ਸੀ ਉਹ ਵੀ ਲੈ ਲਈ।
ਸਾਨੂੰ ਪਤਾ ਨਹੀਂ ਪੈਸੇ ਕਿੱਧਰੋਂ ਆਏ, ਕੀ ਆਏ, ਕਿੱਦਾਂ ਹੋਏ। ਤਾਂ ਉਹ ਸਾਰਾ ਸਮਾਨ ਡੈਡੀ ਕਹਿੰਦੇ ਵੀ 10 ਦਿਨਾਂ 'ਚ ਜਾਣਾ, ਵੀ ਤੁਸੀਂ ਇਹ ਸਮਾਨ ਖਰੀਦ ਕੇ ਬਹਿ ਗਏ। ਚਲੋ ਡੈਡੀ ਕਹਿੰਦੇ ਕੋਈ ਨਹੀਂ। ਉੱਥੋਂ ਜਦੋਂ ਫਿਰ ਟਰੱਕ ਕੀਤਾ, ਟਰੱਕ ਕਰਕੇ ਸਿੱਧਾ ਅਸੀਂ ਜਲੰਧਰ ਆ ਗਏ, ਜੈਪੁਰ ਤੋਂ ਜਲੰਧਰ। ਜਿੱਦਾਂ ਜਲੰਧਰ ਆਏ ਤਾਂ ਫਿਰ ਆ ਕੇ ਉੱਥੇ ਕਿਰਾਏ ਤੇ ਮਕਾਨ ਦੇਖਿਆ ਏਦਾਂ। ਤਾਂ ਫਿਰ ਥੋੜਾ ਫਿਰ ਮਤਲਬ ਘੱਟੋ ਘੱਟ 6 ਮਹੀਨੇ 5-6 ਮਹੀਨੇ ਗੁਰੂ ਜੀ ਕੋਲ ਜਾ ਨਹੀਂ ਹੋਇਆ, ਕਿਉਂਕਿ ਹਲੇ ਨਵਾਂ ਟਰਾਂਸਫਰ ਹੋਏ ਸੀ। ਫਿਰ ਪਿੰਡ ਵੀ ਜਾਣਾ ਆਣਾ ਏਦਾਂ ਕਰਕੇ। ਤਾਂ ਫਿਰ ਮੰਮੀ ਨੇ ਕਿਹਾ ਵੀ ਗੁਰੂ ਜੀ ਇੱਥੇ ਹੈਗੇ, ਵੀ ਚਲੋ ਆਪਾਂ ਗੁਰੂ ਜੀ ਕੋਲ ਦੇਖ ਕੇ ਮੱਥਾ ਟੇਕ ਕੇ ਆਉਂਦੇ ਹਾਂ। ਤੁਹਾਨੂੰ ਮੈਂ ਕੀ ਦੱਸਾਂ ਵੀ ਜਿੱਦਾਂ ਇਹ ਗੁਰੂ ਜੀ ਕੋ ਜਿੱਦਾਂ ਅਸੀਂ ਜਾਣ ਲੱਗੇ, ਸਾਨੂੰ 3 ਮਹੀਨੇ ਗੁਰੂ ਜੀ ਨੇ ਐਂਟਰੀ ਨਹੀਂ ਦਿੱਤੀ ਸੀ, ਪੂਰੇ 3 ਮਹੀਨੇ। ਅਸੀਂ ਜਾਣਾ, ਗੁਰੂ ਜੀ ਅੰਦਰ ਹੋਣਾ, ਅਸੀਂ ਮੱਥਾ ਟੇਕਣਾ ਬਾਹਰੋਂ, ਤਾਂ ਕੋਈ ਵੀ ਸੇਵਾਦਾਰ ਆਉਂਦਾ ਹੁੰਦਾ ਸੀ, ਉਹ ਕਹਿੰਦਾ ਸੀ ਗੁਰੂ ਜੀ ਹੈ ਨਹੀਂ, ਤਾਂ ਤੁਸੀਂ ਕੱਲ ਨੂੰ ਆਇਓ, ਕੱਲ ਨੂੰ ਆਇਓ, ਵੀ ਅੱਜ ਗੁਰੂ ਜੀ ਹੈ ਨਹੀਂ, ਜਦੋਂ ਆਉਂਗੇ ਤਾਂ ਫਿਰ ਤੁਸੀਂ ਦਰਸ਼ਨ ਕਰ ਲਓ। ਅਸੀਂ ਕਰਦੇ ਕਰਦੇ 3 ਮਹੀਨੇ ਹੋ ਗਏ। ਤਾਂ 3 ਮਹੀਨੇ ਬਾਅਦ ਕਿੱਦਾਂ ਕੀ ਹੋਇਆ ਕਿ ਮੈਂ ਕਿਹਾ ਵੀ ਇਹ ਤਾਂ ਬਹੁਤ ਟਾਈਮ ਲੈ ਰਿਹਾ, ਵੀ ਇਦਾਂ ਤਾਂ ਵੀ ਹਰ ਰੋਜ਼ ਅਸੀਂ ਜਾਈਦਾ। ਫਿਰ ਇੱਕ ਦਿਨ ਸੇਵਾਦਾਰ ਸੀ, ਮੈਂ ਕਿਹਾ ਵੀ ਤੁਸੀਂ ਹਰ ਵਾਰ ਇਦਾਂ ਕਹਿੰਦੇ, ਕਮ ਸੇ ਕਮ ਅੰਦਰ ਤਾਂ ਆ ਲੈਣ ਦਿਓ, ਚਲੋ ਮੱਥਾ ਹੀ ਟੇਕ ਲੈਣ ਦਿਓ ਕਮ ਸੇ ਕਮ। ਉਹ ਕਹਿੰਦੇ ਨਹੀਂ ਨਹੀਂ, ਤੁਸੀਂ ਕੱਲ ਨੂੰ ਆਇਓ, ਅੱਜ ਨਹੀਂ, ਅੱਜ ਗੁਰੂ ਜੀ ਹੈ ਨਹੀਂ ਬਗੈਰ। ਮੈਂ ਕਿਹਾ ਕੱਲ ਨੂੰ ਆਵਾਂਗੇ, ਫਿਰ ਸੇਵਾਦਾਰ ਦੂਜਾ ਹੁੰਦਾ। ਤਾਂ ਕਹਿੰਦਾ ਨਹੀਂ ਨਹੀਂ, ਕਹਿੰਦਾ ਮੈਂ ਹੀ ਹੋਊਂਗਾ, ਮੈਂ ਖੋਲ ਦੂੰਗਾ। ਹਾਂ, ਫਿਰ 3 ਕੁ ਮਹੀਨਿਆਂ ਬਾਅਦ ਫਿਰ ਦੇਖੋ ਜੀ ਉਹਨੇ ਦਰਸ਼ਨ ਕੀਤੇ, ਤਾਂ ਫਿਰ ਗੁਰੂ ਜੀ ਕਿਤੇ ਗਏ ਸੀ, ਗੁਰੂ ਜੀ ਆਏ। ਉਸ ਟਾਈਮ ਤੇ ਬਹੁਤ ਸੰਗਤ ਘੱਟ ਹੁੰਦੀ ਸੀ, ਜਿੱਦਾਂ 10-15 ਫੈਮਿਲੀ ਆਉਂਦੀਆਂ ਸੀ, ਜ਼ਿਆਦਾ ਨਹੀਂ ਹੁੰਦੀ ਸੀ। ਤਾਂ ਉਹ ਟਾਈਮ ਤਾਂ ਬਹੁਤ ਗੋਲਡਨ ਪੀਰੀਅਡ ਸੀਗਾ, ਪਰ ਸਾਨੂੰ ਸਮਝ ਹੀ ਨਹੀਂ ਆ ਕੀ ਹੋ ਰਿਹਾ। ਅਸੀਂ ਗੁਰੂ ਜੀ ਕੋਲ ਏਦਾਂ ਹੀ ਬੈਠੇ ਰਹਿਣਾ, ਜਾ ਕੇ ਤਾਂ ਗੱਲਾਂ ਕਰੀ ਜਾਣੀਆਂ, ਗੁਰੂ ਜੀ ਏਦਾਂ ਜਿੱਦਾਂ ਨੋਰਮਲ ਗੱਲਾਂ ਕਰਦੇ ਆ। ਪਰ ਡਰ ਬਹੁਤ ਲੱਗਦਾ ਹੁੰਦਾ ਸੀ ਗੁਰੂ ਜੀ ਤੇ ਬੈਠੇ ਤੇ, ਕਿਉਂ ਗੁਰੂ ਜੀ ਦਾ ਜੋ ਚਿਹਰੇ ਤੇ ਨੂਰ ਹੁੰਦਾ ਸੀ ਨਾ, ਇਹ ਜਦੋਂ ਗੁਰੂ ਜੀ ਸੰਗਤ ਵਿੱਚ ਆਉਂਦੇ ਸੀ, ਗੁਰੂ ਜੀ ਡਿਫਰੈਂਟ ਹੋ ਜਾਂਦੇ ਸੀ। ਜਦੋਂ ਸਾਡੇ ਕੋਲ ਇਕੱਲੇ ਹੁੰਦੇ ਸੀ, ਗੁਰੂ ਜੀ ਉਸ ਵੇਲੇ ਡਿਫਰੈਂਟ ਹੋ ਜਾਂਦੇ ਸੀ। ਤਾਂ ਫਿਰ ਉਹਦੇ ਬਾਅਦ ਏਦਾਂ ਅਸੀਂ ਘੱਟੋ ਘੱਟ 6-7 ਕੁ ਮਹੀਨੇ ਏਦਾਂ ਗੁਰੂ ਜੀ ਕੋਲ ਜਾਂਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਕਿਉਂਕਿ ਗੁਰੂ ਜੀ ਕੋ ਇੱਕ ਤਰੀਕੇ ਵੀ ਜਦੋਂ ਆਪਾਂ ਗੁਰੂ ਜੀ ਕੋਲ ਜਾਈਦਾ ਨਾ, ਆਪਾਂ ਕੰਟੀਨਿਊਸ ਜਾਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਵੀ ਜਿੰਨਾ ਆਪਾਂ ਜਾਵਾਂਗੇ ਉਨਾ ਸਾਡਾ ਕਲਿਆਣ ਹੁੰਦਾ। ਮੰਦਿਰ ਜਾਂ ਗੁਰਦੁਆਰੇ ਜਾਂ ਕਿਤੇ ਵੀ ਹੈਗਾ ਤਾਂ ਸਾਨੂੰ ਕੰਟੀਨਿਊਸ ਜਾਣਾ ਪੈਂਦਾ, ਤੇ ਜੇ ਆਪਾਂ ਇਕੱਠੇ ਕੰਟੀਨਿਊਸ ਜਾਵਾਂਗੇ ਤਾਂ ਫੇਰ ਕਲਿਆਣ ਹੁੰਦਾ। ਫਿਰ ਅਸੀਂ ਉਹਦੇ ਬਾਅਦ ਮੈਨੂੰ ਲੱਗਦਾ ਨਹੀਂ ਅਸੀਂ ਕੋਈ ਦਿਨ ਵੀ ਮਿਸ ਕੀਤਾ ਹੋਣਾ ਹੁੰਦਾ, ਕਿ ਗੁਰੂ ਜੀ ਤੇ ਹੈਗੇ ਜਾਂ ਨਹੀਂ ਹੈਗੇ, ਜਾਂ ਦਿੱਲੀ ਜਾਂ ਕਿਤੇ, ਪਰ ਅਸੀਂ ਡੇਲੀ ਜਲੰਧਰ ਜਾਣਾ ਜਾਣਾ। ਤਾਂ ਫਿਰ ਇੱਕ ਦਿਨ ਅਸੀਂ ਏਦਾਂ ਹੀ ਗਏ, ਤਾਂ ਗੁਰੂ ਜੀ ਏਦਾਂ ਬੈਠੇ ਸੀ ਥੱਲੇ, ਤਾਂ ਏਦਾਂ ਫਿਰ ਅਸੀਂ ਮੱਥਾ ਟੇਕਿਆ ਗੁਰੂ ਜੀ ਦੇ ਮੂਹਰੇ, ਏਦਾਂ ਅਸੀਂ ਬਹਿ ਗਏ। ਗੁਰੂ ਜੀ ਚਾਹ ਪ੍ਰਸ਼ਾਦ ਲਿਆਂਦੀ, ਰਾਮਾ ਜੀ ਸੀਗੇ, ਤਾਂ ਚਾਹ ਪ੍ਰਸ਼ਾਦ ਪੀਤੀ। ਤਾਂ ਗੁਰੂ ਜੀ ਮੰਮੀ ਨੂੰ ਪੁੱਛਦੇ, ਕਹਿੰਦੇ ਆਂਟੀ ਕਿੱਥੇ ਰਹਿੰਦੀ ਹੁੰਦੀ ਆ? ਤਾਂ ਮੰਮੀ ਨੇ ਕਹਿਣਾ ਸੀ ਵੀ ਰਾਮਾ ਮੰਡੀ। ਮੰਮੀ ਦੇ ਮੂੰਹੋਂ ਨਿਕਲ ਗਿਆ, ਕਹਿੰਦੀ ਗੁਰੂ ਜੀ ਕਿਰਾਏ ਤੇ ਰਹਿੰਦੇ ਆ। ਗੁਰੂ ਜੀ ਮੰਮੀ ਦੇ ਮੂੰਹ ਏਦਾਂ ਨਿਕਲਿਆ, ਗੁਰੂ ਜੀ ਕਿਰਾਏ ਤੇ ਰਹਿੰਦੇ ਆ। ਮੈਨੂੰ ਪਤਾ ਨਹੀਂ ਲੱਗਦਾ ਨਾ ਕੀ ਬੋਲ ਰਿਹਾ ਬੰਦਾ ਉਸ ਟਾਈਮ ਤੇ, ਕੀ ਗੱਲ ਹੋ ਰਹੀ। ਤਾਂ ਗੁਰੂ ਜੀ ਦੇ ਮੂੰਹ ਦੇ ਵਰਡ ਸੀਗੇ, ਗੁਰੂ ਜੀ ਕਹਿੰਦੇ ਸੀ ਕਿਰਾਏ ਤੇ ਕਾਹਤੇ ਰਹਿੰਦੇ ਆ, ਤੁਹਾਨੂੰ ਪਲਾਟ ਲੈਣੇ ਆ। ਮੈਂ ਨਾਲ ਬੈਠਾ ਸੀ, ਮੈਂ ਦਿਲ 'ਚ ਮੈਂ ਸੋਚ ਰਿਹਾ, ਮੈਂ ਕਿਹਾ ਗੁਰੂ ਜੀ 30-40 ਹਜ਼ਾਰ ਰੁਪਇਆ ਹੈਗਾ ਜੇਬ 'ਚ, ਮਤਲਬ ਪਤਾ ਹੀ ਹੁੰਦਾ ਘਰ 'ਚ ਕਿੰਨੇ ਪੈਸੇ ਹੈਗੇ ਆ, ਵੀ ਗੁਰੂ ਜੀ ਤਾਂ ਐਵੇਂ ਸ਼ਾਇਦ ਮਜ਼ਾਕ ਕਰਦੇ, ਸ਼ਾਇਦ ਗੁਰੂ ਜੀ ਨੂੰ ਪਤਾ ਨਹੀਂ ਹੈਗਾ। ਮੇਰੇ ਦਿਲ 'ਚ ਇਹ ਚੱਲ ਰਹੀ ਗੱਲ ਨਾ। ਤਾਂ ਬਸ ਗੁਰੂ ਜੀ ਨੇ ਇਹਦੇ ਬਾਅਦ ਕੁਛ ਨਹੀਂ ਬੋਲਿਆ। ਫਿਰ ਗੁਰੂ ਜੀ ਨੇ ਘੱਟੋ ਘੱਟ ਸਾਨੂੰ 12 ਕੁ ਵਜੇ, 11:30-12 ਵਜੇ ਦੇ ਕਰੀਬ ਸਾਨੂੰ ਛੁੱਟੀ ਆਗਿਆ ਦਿੱਤੀ, ਕਿਉਂਕਿ ਉਸ ਟਾਈਮ ਤੇ ਜੇ ਅਸੀਂ ਗੁਰੂ ਜੀ ਕੋਲ ਜਾਂਦੇ ਸੀ, ਗੁਰੂ ਜੀ ਜਦੋਂ ਪਰਮਿਸ਼ਨ ਦਿੰਦੇ ਸੀ ਉਸ ਲਈ ਸਾਰੇ ਜਾਂਦੇ ਸੀ, ਉੱਦਾਂ ਕੋਈ ਨਹੀਂ ਜਾਂਦਾ ਹੁੰਦਾ ਸੀ, ਆਪਣੀ ਮਰਜ਼ੀ ਨਾਲ ਕੋਈ ਨਹੀਂ ਜਾ ਸਕਦਾ ਸੀ। ਤਾਂ ਉਹਨੇ ਸਾਨੂੰ 12 ਕੁ ਵਜੇ ਦੇ ਕਰੀਬ ਸਾਨੂੰ, ਉਹਨੇ 11:30 ਵਜੇ ਦੇ ਕਰੀਬ ਗੁਰੂ ਜੀ ਨੇ ਸਾਨੂੰ ਆਗਿਆ ਦਿੱਤੀ, ਤਾਂ ਅਸੀਂ ਮੱਥਾ ਟੇਕ ਕੇ ਘਰ ਨੂੰ। ਸਾਨੂੰ ਪਤਾ ਹੀ ਨਹੀਂ, ਅਸੀਂ ਗੱਲ ਵੀ ਭੁੱਲ ਗਏ ਵੀ ਪਲਾਟ ਦੀ ਗੱਲ ਹੋਈ ਸੀ ਜਾਂ ਨਹੀਂ ਹੋਈ ਸੀ, ਕੁਛ ਵੀ ਨਹੀਂ। ਜਿੱਦੇ ਘਰ ਆਏ 12 ਕੁ ਵਜੇ ਦੇ ਕਰੀਬ, ਤਾਂ ਸਾਡੇ ਘਰ ਆ ਕੇ ਮਤਲਬ 5-6 ਆਂਟੀਆਂ ਬੈਠੀਆਂ, ਨਾਲੇ ਉਹਨਾਂ ਦੇ ਹਸਬੈਂਡ ਬੈਠੇ ਰਾਤ ਨੂੰ 12 ਵਜੇ। ਤਾਂ ਪਹਿਲਾਂ ਤਾਂ ਮੈਂ ਘਬਰਾ ਗਿਆ, ਮੇਰੀ ਭੈਣ ਘਰ ਸੀ, ਤਾਂ ਮੇਰਾ ਬ੍ਰਦਰ ਵੀ ਘਰ ਸੀਗਾ। ਤਾਂ ਮੈਂ ਕਿਹਾ ਵੀ ਪਤਾ ਨਹੀਂ ਸ਼ਾਇਦ ਕੋਈ ਗੱਲ ਨਾ ਹੋ ਗਈ ਹੋਵੇ ਨਾ, ਜੋ ਕਿ ਇੰਡੀਆ ਦਾ। ਤਾਂ ਜਦੋਂ ਫਿਰ ਉਹ ਗੱਲ ਹੋਈ, ਤਾਂ ਫਿਰ ਉਹ ਕਹਿੰਦੇ ਵੀ ਤੁਸੀਂ ਆ ਕੇ ਬੈਠੋ, ਇੱਥੇ ਆਓ, ਗੱਲ ਕਰਨੀ ਹੈ। ਵੀ ਕਹਿੰਦੇ ਵੀ ਆਹ ਪਲਾਟ ਵਿਕ ਰਿਹਾ, ਵੀ ਸਾਨੂੰ ਪਤਾ ਲੱਗਾ ਤੁਸੀਂ ਬਹੁਤ ਚੰਗੇ ਬੰਦੇ, ਵੀ ਤੁਸੀਂ ਲੈਣਾ ਹੈ ਪਲਾਟ, ਹੋਰ ਕਿਸੇ ਨੂੰ ਨਹੀਂ ਲੈਣ ਦਾ। ਨਹੀਂ ਤਾਂ ਇੰਡੀਆ 'ਚ ਤੁਹਾਨੂੰ ਪਤਾ ਜੀ ਪ੍ਰਾਪਰਟੀ ਵਿਕਦੀ ਹੈ ਤਾਂ ਨਹੀਂ ਪਤਾ ਲੱਗਦਾ, ਕੋਈ ਖਰੀਦਣ ਲੱਗੋ ਤਾਂ ਨਹੀਂ ਪਤਾ ਲੱਗਦਾ ਹੈ। ਉਹ ਸਾਨੂੰ ਕਹਿ ਰਿਹਾ ਵੀ ਇਹ ਪਲਾਟ ਤੁਸੀਂ ਲੈਣਾ, ਹੋਰ ਕਿਸੇ ਨੇ ਨਹੀਂ ਲੈਣਾ। ਨਹੀਂ ਤਾਂ ਅੱਜ ਤੱਕ ਤਾਂ ਕਦੀ ਹੋਇਆ ਨਹੀਂ ਵੀ ਸਾਨੂੰ ਆ ਕੇ ਕਿਸੇ ਨੇ ਕਿਹਾ ਹੋਵੇ। ਇਹ ਉਦਣ ਦੀ ਗੱਲ ਹੈ, ਰਾਤ ਦੀ। ਤਾਂ ਸਵੇਰੇ ਫਿਰ ਦਾਦਾ ਜੀ ਦੇ ਕੋਲ ਇੱਕਦਮ ਜਿੱਦਾਂ ਗੁਰੂ ਜੀ ਨੇ ਬਣਾਇਆ ਸੀ ਨਾ, ਡੈਡੀ ਦਾ ਸਾਂਭੇ ਸੀਗੇ। ਤਾਂ ਸਵੇਰੇ ਆਇਆ 10 ਕੁ ਵਜੇ, ਉਹ ਪਿੰਡ ਰਹਿੰਦੇ ਹੁੰਦੇ ਸੀ, ਤਾਂ ਉੱਥੋਂ ਆਏ ਤਾਂ ਆ ਕੇ ਉਹ ਵੀ ਇਹੀ ਕਹਿੰਦੇ ਬਾਬੀ ਏਦਾਂ ਕਰਦੇ ਆਪਾਂ ਪਲਾਟ ਲੈ ਲੈਂਦੇ ਹਾਂ। ਨਹੀਂ ਤਾਂ ਉਹ ਕਦੀ ਹਾਂ ਹੀ ਨਹੀਂ ਕਰਦੇ ਸੀਗੇ। ਤਾਂ ਮੈਂ ਕਿਹਾ ਬਾਬਾ ਜੀ ਆਹ ਵਿਕ ਰਿਹਾ, ਦੇਖ ਲੈਂਦੇ ਹਾਂ। ਈਵਨ ਦਿਨ ਆਪਾਂ ਹਲੇ ਗੱਲ ਕਰ ਰਹੇ ਹਾਂ, ਤਾਂ ਉਹ ਜਿਹੜੇ ਬੰਦੇ ਸੀਗੇ, ਤਾਂ ਜਿਹੜੇ ਰਾਤ ਨੂੰ ਬੈਠੇ ਸੀ, ਤਾਂ ਉਹ ਬੰਦੇ ਨੂੰ ਲੈ ਕੇ ਆ ਰਿਹਾ ਸੀ ਜਿਹੜਾ ਪਲਾਟ ਸੀ।
ਉਹ ਆਏ ਸਾਡੇ ਘਰ ਬੈਠੇ, ਚਾਹ ਚੂ ਪੀਤੀ, ਏਦਾਂ ਦਾ ਗੱਲ ਕੀਤੀ, ਚਲੋ ਜਿੰਨਾ ਵੀ ਰੇਟ ਕੀਤਾ ਤਾਂ ਅਸੀਂ ਕਰਕੇ ਤਾਂ ਚਲੋ ਉਹਨੇ ਦਾਦੇ ਕਹਿੰਦੇ ਚਲੋ 10,000 ਰੁਪਇਆ ਉਹਨੂੰ ਪਹਿਲਾਂ ਦੇ ਦਿੱਤਾ ਤੇ ਚਲੋ 5 ਮਹੀਨੇ ਤੁਹਾਨੂੰ ਪੈਸੇ ਦੇ ਦਿੰਦੇ ਆ। ਤਾਂ ਉਹ ਸਾਨੂੰ ਨਹੀਂ ਪਤਾ ਵੀ 4-5 ਮਹੀਨਿਆਂ 'ਚ ਪੈਸੇ ਕਿੱਧਰੋਂ ਆਏ, ਕੀ ਆਏ, ਕਿੱਦਾਂ ਹੋਏ, ਕੀ ਗੱਲ ਹੋਈ। ਤਾਂ ਉਹ ਗੁਰੂ ਜੀ ਨੇ ਦੇਖ ਲਓ 5-6 ਮਹੀਨਿਆਂ ਦੇ ਅੰਦਰ ਨਾ ਸਾਨੂੰ ਪਲਾਟ ਦਵਾਤਾ। ਤੋ ਪਲਾਟ ਦਵਾਤਾ, ਫਿਰ ਏਦਾਂ ਕਰਦੇ ਕਰਦੇ ਕਾਫੀ ਦੇਰ ਹੋ ਗਈ। ਹੁਣ ਦੇਖੋ ਗੁਰੂ ਜੀ ਇੰਨਾ ਕਲਿਆਣ ਕਰ ਰਹੇ, ਪਰ ਅੱਗੇ ਤੋਂ ਅੱਗੇ ਕੰਮ ਵਧੀ ਜਾ ਰਹੇ, ਅੱਗੇ ਤੋਂ ਅੱਗੇ ਕੰਮ ਵਧੀ ਜਾ ਰਹੇ, ਲੇਕਿਨ ਉਹ ਪਿਛਲੇ ਕੰਮ ਯਾਦ ਹੀ ਨਹੀਂ ਹੁੰਦੇ। ਫਿਰ ਸਾਨੂੰ ਲੱਗਾ ਵੀ, ਮੈਂ ਕਿਹਾ ਵੀ ਇਹ ਗੁਰੂ ਜੀ ਕੋਲ ਏਦਾਂ ਜਾਂਦੇ ਆਪਾਂ ਵੀ ਗੁਰੂ ਜੀ ਨੇ ਕਹਿੰਦੇ ਅਸੀਂ ਕਿਰਾਏ ਤੇ ਰਹਿੰਦੇ, ਉਸ ਵੇਲੇ 3,000 ਰੁਪਇਆ ਅਸੀਂ ਕਿਰਾਇਆ ਦਿੱਤਾ ਸੀ। ਕਹਿੰਦੇ ਮੈਂ ਕਿਹਾ ਜਿਹਨੂੰ ਆਪਾਂ ਕਹਿੰਦੇ ਆ ਮੰਮੀ ਵੀ ਗੁਰੂ ਜੀ ਇੱਥੇ 2 ਕਮਰੇ ਪਾ ਲੈਂਦੇ ਆ, ਕਮ ਸੇ ਕਮ ਚਲੋ ਕਿਰਾਏ ਤੇ ਬਚਾਂਗੇ। ਤਾਂ ਅਸੀਂ ਗੁਰੂ ਜੀ ਨੇ ਇੱਕ ਦਿਨ ਜਾ ਕੇ ਮੰਮੀ ਨੇ ਕਿਹਾ ਗੁਰੂ ਜੀ 2 ਕਮਰੇ ਪਾ ਲੈਂਦੇ ਆ। ਵੀ ਗੁਰੂ ਜੀ ਕਹਿੰਦੇ ਆਂਟੀ ਹੈ 2 ਕਮਰੇ ਕਹਿੰਦੀ ਪਾ ਲੈਂਦੇ ਆ, ਬਹਿ ਆਰਾਮ ਨਾਲ, ਹਾਲੇ ਨਹੀਂ ਪਾਉਣਾ ਕੁਛ ਵੀ, ਹਾਲੇ ਕੁਛ ਨਹੀਂ ਕਰਨਾ। ਘਰ ਦੇ ਬਹਿ ਗਏ, ਗੁਰੂ ਜੀ ਨੇ ਅੱਗੇ ਤੋਂ ਬਗੈਰ ਨਾ ਤਾਂ ਸ਼ੁਰੂ ਕਰ ਸਕਦੇ ਨਾ ਕੁਛ ਕਰ ਸਕਦੇ ਸੀ। ਗੁਰੂ ਜੀ ਨੇ ਏਦਾਂ ਕਰਦੇ ਕਰਦੇ ਜੀ 5-6 ਮਹੀਨੇ ਕੱਢ ਦਿੱਤੇ। 5-6 ਮਹੀਨੇ ਬਾਅਦ ਇੱਕ ਦਿਨ ਅਸੀਂ ਕਹਿੰਦੇ ਵੀ ਗੁਰੂ ਜੀ ਨੇ ਹਾਂ ਨਹੀਂ ਕੀਤੀ। ਇੱਕ ਦਿਨ ਅਸੀਂ ਮੰਦਿਰ ਗਏ ਤਾਂ ਮੰਦਿਰ ਗੁਰੂ ਜੀ ਕਿਤੇ ਗਏ ਸੀਗੇ, ਅਸੀਂ ਏਦਾਂ ਬਾਹਰ ਬੈਠੇ ਤਾਂ ਸੇਵਾਦਾਰ ਸੀਗੇ। ਇੰਨੇ ਨੂੰ ਗੁਰੂ ਜੀ ਆਏ ਬਾਹਰੋਂ, ਤਾਂ ਆਂਦੇ ਗੁਰੂ ਜੀ ਕਹਿੰਦੇ ਵੀ ਗੁਰੂ ਜੀ ਏਦਾਂ ਹੱਥ ਬਾਂਝ ਏਦਾਂ ਹੱਥ ਪਾ ਕੇ ਖੜ ਜਾਂਦੇ ਸੀਗੇ ਏਦਾਂ ਕੋਲ ਆ ਕੇ। ਤਾਂ ਕਹਿੰਦੇ ਆਂਟੀ ਕੋਠੀ ਸ਼ੁਰੂ ਨਹੀਂ ਕੀਤੀ ਹਾਲੇ, ਕੋਠੀ ਸ਼ੁਰੂ ਨਹੀਂ ਕੀਤੀ। ਤਾਂ ਗੁਰੂ ਜੀ ਵਸਿਆ ਸੀ ਕਿ ਗੁਰੂ ਜੀ ਨਹੀਂ ਹਾਲੇ ਨਹੀਂ ਕੀਤੀ, ਸ਼ੁਰੂ ਕਰ ਦੋ, ਸ਼ੁਰੂ ਕਰ ਦੋ ਬਸ। ਤੁਸੀਂ ਦੇਖੋ ਵੀ ਉਹ ਉਸ ਟਾਈਮ ਦੀ 96 ਦੀ ਗੱਲ ਹੈ ਵੀ ਗੁਰੂ ਜੀ ਉਹ ਕੋਠੀ ਸਾਡੀ ਸ਼ੁਰੂ ਕਰਾ ਗਏ। ਕਰਾਉਣ ਤੋਂ ਬਾਅਦ ਅਗਲੇ ਦਿਨ ਤੋਂ ਗੁਰੂ ਜੀ ਚਲੇ ਗਏ ਚੰਡੀਗੜ੍ਹ, ਤੇ ਚੰਡੀਗੜ੍ਹ ਚਲੇ ਗਏ। ਔਰ ਤੁਹਾਨੂੰ ਮੈਂ ਕੀ ਦੱਸਿਆ ਵੀ ਕੋਠੀ ਸੀ ਉਹ ਦੇਖ ਲਓ 5 ਸਾਲ ਤਕਰੀਬਨ ਬਣਦੀ ਰਹੀ। ਪੂਰੇ 5 ਸਾਲ ਗੁਰੂ ਜੀ ਕੋਠੀ ਪੂਰੀ ਬਣਦੀ ਰਹੀ, ਕਦੀ ਕੁਛ ਕਦੀ ਕੁਛ ਕਦੀ ਕੁਛ, ਕਦੀ ਲੈਂਟਰ ਪੈ ਜਾਣਾ, ਫਿਰ ਅਸੀਂ ਗੁਰੂ ਜੀ ਕੋਲ ਡੱਬਾ ਲੈ ਜਾਣਾ, ਗੁਰੂ ਜੀ ਕੋਲ ਡੱਬਾ ਜਾ ਕੇ ਦੇ ਦੇਣਾ, ਤਾਂ ਗੁਰੂ ਜੀ ਖੁਸ਼ ਹੋਣਾ, ਹਾਂ ਕੰਜਰਾ ਲੈਂਟਰ ਪਾ ਲਿਆ। ਫਿਰ ਕਦੀ ਕੁਛ ਕਰਨਾ, ਗੁਰੂ ਜੀ ਨੇ ਤੈ ਬੋਲਣਾ। ਅਸੀਂ ਫਿਰ ਉਸ ਲਈ ਉਹ ਗੱਲਾਂ ਉਸਦੇ ਮੈਨੂੰ ਇੰਨਾ ਪਤਾ ਨਹੀਂ ਸੀਗਾ ਕੀ ਹੈ ਗੁਰੂ ਜੀ। ਅਸੀਂ ਕਹਿੰਦੇ ਸੀ ਚਲੋ ਕੰਮ ਹੋ ਜਾਵੇ, ਕਿਸ ਤਰ੍ਹਾਂ ਕੁਛ ਹੋ ਜਾਵੇ। ਤਾਂ ਪਰ ਗੁਰੂ ਜੀ ਤਾਂ ਇੱਕਦਮ ਪੂਰੇ ਰੱਬੀ ਰੂਪ ਸੀਗੇ, ਸਾਨੂੰ ਉਸ ਲਈ ਇੰਨਾ ਪਤਾ ਨਹੀਂ ਲੱਗਾ। ਫਿਰ ਅਸੀਂ ਗੁਰੂ ਜਦੋਂ ਵੀ ਗੁਰੂ ਜੀ ਕੋਲ ਚੰਡੀਗੜ੍ਹ ਜਾਣਾ, ਗੁਰੂ ਜੀ ਨੇ ਕਹਿਣਾ ਵੀ ਏਦਾਂ ਕਹਿਣਾ, ਗੁਰੂ ਜੀ ਨੇ ਕਹਿਣਾ ਵੀ ਤੁਸੀਂ ਉੱਥੇ ਜਲੰਧਰ ਜਾਇਆ ਕਰੋ, ਜਲੰਧਰ ਕਲਿਆਣ ਹੋਣਾ ਤੁਹਾਡਾ, ਜਲੰਧਰ ਜਾਇਆ ਕਰੋ। ਤਾਂ ਡੈਡੀ ਨੇ ਜਦੋਂ ਜਾਣਾ ਤਾਂ ਡੈਡੀ ਨੂੰ ਕਹਿਣਾ ਗੁਰੂ ਜੀ ਨੇ ਵੀ ਇਹ ਮਨੀ ਈਟਿੰਗ ਸਰਵਿਸ ਹੈ, ਮਨੀ ਈਟਿੰਗ। ਕਿਉਂਕਿ ਡੈਡੀ ਐਮਈਐਸ ਵਿੱਚ ਕੰਮ ਕਰਦੇ ਸੀ, ਤਾਂ ਗੁਰੂ ਜੀ ਨੇ ਸ਼ਾਰਟ ਫਾਰਮ ਰੱਖਿਆ ਸੀ ਮਨੀ ਈਟਿੰਗ ਸਰਵਿਸ। ਤਾਂ ਗੁਰੂ ਜੀ ਨੇ ਡੈਡੀ ਨੇ ਮੱਥਾ ਟੇਕਣਾ, ਚੁੱਪ ਕਰ ਜਾਣਾ। ਗੁਰੂ ਜੀ ਤਾਂ ਸਭ ਕੁਝ ਜਾਣਦੇ, ਪੈਸਾ ਕਿੱਧਰੋਂ ਆਉਂਦਾ ਕੀ ਆਉਂਦਾ ਇਹਨੂੰ ਗੁਰੂ ਜੀ ਨੂੰ ਸਭ ਪਤਾ। ਤਾਂ ਪਰ ਹੁਣ ਬੰਦਾ ਕੋਈ ਬੋਲਦਾ ਨਹੀਂ, ਮੇਰੇ ਜੋ ਕਿ ਗੁਰੂ ਜੀ ਜੈ ਗੁਰੂ ਜੀ ਕਰ ਜੀ ਦੇ ਉੱਤੇ। ਤਾਂ ਗੁਰੂ ਜੀ ਨੂੰ ਤਾਂ ਸਭ ਪਤਾ ਸੀ। ਤਾਂ ਫਿਰ ਏਦਾਂ ਚੰਡੀਗੜ੍ਹ ਜਾਣਾ। ਫਿਰ ਕੀ ਹੋਇਆ ਕਿ ਇੱਕ ਵਾਰੀ ਗੁਰੂ ਜੀ ਨੂੰ ਦੇਖੋ ਸਭ ਪਤਾ ਹੁੰਦਾ ਤੁਹਾਨੂੰ, ਵੀ ਏਦਾਂ ਕਰਦੇ ਕਰਦੇ ਸਾਡੀ ਕੋਠੀ ਬਣਦੀ ਰਹੀ ਘੱਟੋ ਘੱਟ 5 ਸਾਲ ਤਕਰੀਬਨ ਬਣ ਗਏ। 5 ਸਾਲ ਬਾਅਦ ਜਿੱਦਾਂ ਗੁਰੂ ਜੀ ਨੇ ਦੇਖੋ ਪਹਿਲਾਂ ਸਾਡਾ ਪੈਸੇ ਦਾ ਕੀਤਾ, ਫਿਰ ਮਕਾਨ ਦਾ ਕੀਤਾ, ਫਿਰ ਸਾਡੇ ਵਿਆਹ ਸ਼ਾਦੀਆਂ, ਫਿਰ ਐਜੂਕੇਸ਼ਨ ਦਾ, ਸਭ ਕੁਛ ਕੀਤਾ ਗੁਰੂ ਜੀ ਨੇ। ਤਾਂ ਫਿਰ ਉਹਦੇ ਬਾਅਦ ਕੀ ਹੋਇਆ ਕਿ ਕੋਠੀ ਬਣ ਗਈ, ਤਾਂ ਫਿਰ ਵਿਆਹ ਦਾ ਆ ਗਿਆ। ਫਿਰ ਚਲੋ ਭੈਣ ਮੇਰੀ ਸਿਸਟਰ ਸੀਗੇ, ਉਹਨੇ ਡਬਲ ਐਮਏ ਕਰ ਰਹੇ ਸੀ, ਤਾਂ ਵੀ ਉਹਨਾਂ ਦੀ ਵਿਆਹ ਦਾ ਸੀਗਾ ਉਹਨਾਂ ਦਾ। ਤੁਹਾਨੂੰ ਮੈਂ ਆਪਣੀ ਭੈਣ ਦਾ ਵਿਆਹ ਦਾ ਦੱਸਦਾ ਵਿੱਚੋਂ। ਤਾਂ ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਇੱਕ ਸੁਦਾਮਾ ਜੀ ਦਾ ਭਰਾ ਸੀਗਾ ਉੱਥੇ, ਕਿਉਂਕਿ ਜਿਹੜੇ ਸੇਵਾਦਾਰ ਹੁੰਦੇ ਆ ਇਹ ਵੀ ਇੱਕ ਤਰ੍ਹਾਂ ਦਾ ਗੁਰੂ ਜੀ ਦਾ ਰੂਪ ਹੁੰਦੇ ਆ। ਤਾਂ ਸਾਨੂੰ ਨਹੀਂ ਪਤਾ, ਆਪਾਂ ਕਈ ਵਾਰ ਸਮਝਦੇ ਐਵੇਂ ਆ ਬੇਵਕੂਫ ਇੱਥੇ ਬੈਠੇ ਜੋ ਬੰਦਾ ਆਪਾਂ ਕਹਿ ਦਈਦਾ ਨਾ। ਉਹ ਤਿਰਜੋਗੀ ਸੁਦਾਮਾ ਜੀ ਦਾ ਭਰਾ, ਸ਼ਾਇਦ ਤੁਸੀਂ ਜਾਣਦੇ ਹੋ ਜਾਂ ਨਹੀਂ ਜਾਣਦੇ। ਤਿਰਜੋਗੀ ਭਰਾ ਸੀ, ਯੂਪੀ ਤੋਂ ਸੀ। ਤਾਂ ਉਹ ਏਦਾਂ ਸੀਗਾ ਵੀ ਉਹਨੂੰ ਜਦੋਂ ਮੈਂ ਥੋੜੀ ਜਿਹਾ ਸਮਝ ਇੰਨੀ ਜ਼ਿਆਦਾ ਨਹੀਂ ਸੀਗੀ ਨਾ, ਪਰ ਉਹ ਸਾਨੂੰ ਕਹਿਣਾ ਬੋਬੀ ਵੀ ਆਪਣੀ ਭੈਣ ਦਾ ਰਿਸ਼ਤਾ ਕਰਦੇ, ਭੈਣ ਦਾ ਰਿਸ਼ਤਾ ਕਰਦੇ। ਮੈਂ ਕਿਹਾ ਪਹਿਲੇ ਕੋਈ ਆਉਂਦਾ ਹੀ ਨਹੀਂ ਹੈਗਾ ਵੀ ਕਿੱਦਾਂ ਕਰੀਏ। ਉਹ ਸਾਨੂੰ ਕਹਿੰਦਾ ਵੀ ਬੋਬੀ ਉਹੀ ਬੰਦਾ ਕਰੂੰਗਾ ਜਿਹੜਾ ਜਿੱਦਾਂ ਵਿਚੋਲਾ ਜਿੱਦਾਂ ਕਰਦੇ ਹੁੰਦੇ ਸੀ ਨਾ। ਤਾਂ ਕਹਿੰਦੇ ਵੀ ਉਹੀ ਬੰਦਾ ਕਰੂੰਗਾ। ਅਸੀਂ ਕਿਹਾ ਵੀ ਯਾਰ ਉਹ ਬੰਦਾ ਗੱਲ ਹੀ ਨਹੀਂ ਸੁਣਦਾ ਹੈਗਾ, ਤੂੰ ਕਹਿੰਦਾ ਬਾਰ-ਬਾਰ ਕਹਿੰਦਾ ਵੀ ਉਹਦੇ ਕੋਲ ਜਾਣਾ ਵੀ ਇੱਦਾਂ ਕਿੱਦਾਂ ਕਰਾਂਗੇ। ਉਹ ਕਹਿੰਦਾ ਨਹੀਂ ਨਹੀਂ ਬੋਬੀ ਅੰਕਲ ਉਹੀ ਕਰੇਗਾ, ਉਹੀ ਕਰੇਗਾ। ਅਸੀਂ ਉਹਦੇ ਕੋਲ ਜਾਣਾ, ਉਸ ਬੰਦੇ ਨੇ ਲੁਕ ਜਾਣਾ, ਕਦੀ ਇੱਧਰ ਚਲੇ ਜਾਣਾ। ਜੇ ਪਤਾ ਲੱਗਾ ਅਸੀਂ ਗੱਡੀ ਖੜੀ ਕੀਤੀ, ਉਹਨੇ ਕਿਤੇ ਹੋਰ ਚਲੇ ਜਾਣਾ, ਮਤਲਬ ਪਿੱਛੇ ਦੀ ਨਿਕਲ ਕੇ ਵੀ ਇਹ ਰੋਜ਼ ਆ ਜਾਂਦੇ ਵੀ ਅਸੀਂ ਹੁਣ ਅਮਰੀਕਾ ਦਾ ਰਿਸ਼ਤਾ ਇਹਨਾਂ ਨੂੰ ਕਿੱਥੋਂ ਲੈ ਕੇ ਦੇਈਏ ਨਾ। ਤਾਂ ਅਸੀਂ ਰੋਜ਼ ਹਮੇਸ਼ਾ ਜਲ ਜਾਣਾ, ਤੁਹਾਨੂੰ ਕਹਿਣਾ ਜਿੱਦਾਂ ਕਹਿਣਾ ਆਪਾਂ ਜਾਂਦੇ ਰਹੋ। ਤਾਂ ਮੈਂ ਕਿਹਾ ਵੀ ਤਿਰਜੋਗੀ ਉਹ ਨਹੀਂ ਮੰਨਦਾ ਹੈਗਾ ਵੀ ਅਸੀਂ ਨਹੀਂ ਉਹਦੇ ਕੋਲ ਜਾਣਾ, ਬਾਰ-ਬਾਰ ਚੰਗਾ ਨਹੀਂ ਲੱਗਦਾ ਹੈਗਾ। ਨਹੀਂ ਨਹੀਂ ਬੋਬੀ ਅੰਕਲ ਉਹੀ ਕਰੇਗਾ, ਉਹੀ ਕਰੇਗਾ। ਠੀਕ ਹੈ। ਤਾਂ ਇੱਦਾਂ ਕਰਦੇ ਕਰਦੇ ਕੀ ਹੋਇਆ ਕਿ ਦੇਖੋ ਵੀ ਇੱਕ ਦਿਨ ਕੀ ਹੋਇਆ ਵੀ ਏਦਾਂ ਫਿਰ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਇੱਕ ਇਟਲੀ ਤੋਂ ਆਇਆ, ਅਸੀਂ ਜਵਾਬ ਦੇ ਦਿੱਤਾ ਵੀ ਅਸੀਂ ਨਹੀਂ ਇਟਲੀ ਦਾ ਨਹੀਂ ਕਰਨਾ। ਫਿਰ ਇੰਗਲੈਂਡ ਦਾ ਆਇਆ, ਅਸੀਂ ਇੰਗਲੈਂਡ ਦਾ ਵੀ ਨਹੀਂ ਕਰਨਾ। ਫਿਰ ਇੱਕ ਤੇ ਇੰਗਲੈਂਡ ਦਾ ਵੀ ਜਵਾਬ ਦੇ ਦਿੱਤਾ। ਠੀਕ ਹੈ।
ਫਿਰ ਇੱਕ ਇੰਡੀਆ ਦਾ ਆਇਆ ਸੀ, ਇੰਜੀਨੀਅਰ ਕੀਤੀ ਸੀ ਉਹਨੇ, ਤਾਂ ਮੁੰਡਾ ਸੀ, ਤਾਂ ਅਸੀਂ ਉਹ ਵੀ ਜੋ ਤੱਕ ਕਹਿੰਦੇ ਨੇ, ਅਸੀਂ ਕਿਹਾ ਨਹੀਂ ਇੱਥੇ ਤਾਂ ਵੀ ਨਹੀਂ ਕਰਨਾ ਹੈਗਾ, ਅਸੀਂ ਕਿਹਾ ਵੀ ਅਮਰੀਕਾ ਦਾ ਕਰਨਾ, ਹੋਰ ਕਿਤੇ ਦਾ ਕਰਨਾ ਨਹੀਂ ਹੈਗਾ। ਤਾਂ ਯਕੀਨ ਮੰਨੋ ਵੀ ਉਹਦੇ ਬਾਅਦ ਕੀ ਹੋਇਆ, ਵੀ ਗੁਰੂ ਜੀ ਤੋਂ ਕਰਦੇ ਆ ਨਾ ਸਭ ਕੁਝ ਤੁਹਾਡੇ ਅੱਗੇ ਅੱਗੇ ਚੱਲਦਾ ਰਹਿੰਦਾ, ਪਰ ਤੁਹਾਨੂੰ ਪਤਾ ਨਹੀਂ ਲੱਗਦਾ। ਇੱਕ ਮੁੰਡਾ ਹੋਰ, ਇੱਕ ਹੋਰ US ਤੋਂ ਗਿਆ, ਉਹ ਸਾਨੂੰ ਮਤਲਬ ਘਰ ਘੁਰ ਦੇਖ ਲਿਆ, ਸਭ ਕੁਝ ਦੇਖ ਲਿਆ, ਉਹਨਾਂ ਨੇ ਸਭ ਕੁਝ ਪਹਿਲਾਂ ਹੀ ਹਾਂ ਕਰਤੀ। ਤਾਂ ਸਾਨੂੰ ਕਹਿੰਦੇ ਵੀ ਸਾਡੇ ਵੱਲੋਂ ਹਾਂ, ਵੀ ਤੁਸੀਂ ਦੱਸੋ ਕਿੱਦਾਂ ਨਾ। ਫਿਰ ਅਸੀਂ ਕਿਹਾ ਵੀ ਚਲੋ ਪਹਿਲਾਂ ਮੰਦਿਰ ਪੁੱਛ ਲੈਂਦੇ ਹਾਂ। ਗੁਰੂ ਜੀ ਉਸ ਸਮੇਂ ਦਿੱਲੀ ਸੀਗੇ। ਅਸੀਂ ਮੰਦਿਰ ਗਏ ਤਾਂ ਸੁਦਾਮ ਸ਼ਗਨ ਅੰਕਲ ਸੀਗੇ ਉੱਥੇ। ਦੇਖੋ ਆਪਾਂ ਕਹਿੰਦੇ ਹਾਂ ਵੀ ਮੰਦਿਰ ਬੈਠੇ ਆ, ਪਤਾ ਨਹੀਂ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਕੁਝ ਵੀ ਨਾ। ਅਸੀਂ ਅਸੀਂ ਜਾ ਕੇ ਏਦਾਂ ਵੀ ਉਹਨਾਂ ਨਾਲ ਗੱਲ ਕੀਤੀ, ਵੀ ਉਹ ਕਹਿੰਦਾ ਬਈ ਇਹ ਤਾਂ ਬਾਹਰ ਬਹਿੰਦੇ, ਚਲੋ ਬਰਾਂਡੇ, ਚਲੋ ਉੱਥੇ ਬਹਿ ਜਾਂਦੇ। ਮੈਂ ਚਲੋ ਆ ਜਾਓ ਬਾਹਰ ਬਰਾਂਡੇ 'ਚ ਬਹਿ ਜਾਂਦੇ। ਬਰਾਂਡੇ 'ਚ ਬੈਠੇ, ਮੈਂ ਕਿਹਾ ਅੰਕਲ ਜੀ ਆ ਦੇਖੋ ਮੁੰਡਾ, ਫੋਟੋ ਆਈ ਆ ਵੀ ਮੁੰਡਾ ਅਮਰੀਕਾ ਤੋਂ ਆਇਆ ਵੀ ਰਿਸ਼ਤੇ ਲਈ ਕਹਿੰਦੇ ਆ। ਉਹ ਅੰਕਲ ਨੇ ਫੋਟੋ ਦੇਖੀ, ਅੰਕਲ ਕਹਿੰਦੇ ਮੁੰਡਾ ਸਹੀ ਨਹੀਂ ਹੈਗਾ। ਤੇ ਮੈਂ ਥੋੜੀ ਦੇਰ ਬਾਅਦ ਮੈਂ ਕਿਹਾ ਅੰਕਲ ਜੀ ਦੇਖੋ ਮੁੰਡਾ ਅਮਰੀਕਾ ਤੋਂ ਆਇਆ, ਉਹ ਅਮਰੀਕਾ ਤੋਂ ਆਇਆ ਤਾਂ ਬੰਦਾ ਉਦਾਂ ਹੀ ਨਹੀਂ ਕੁਝ ਪੁੱਛਦਾ ਹੈਗਾ। ਤਾਂ ਤੁਸੀਂ ਕਹਿ ਰਹੇ ਵੀ ਇੱਕੋ ਗੱਲ ਕਹਿਤੀ ਵੀ ਮੁੰਡਾ ਠੀਕ ਨਹੀਂ ਹੈਗਾ। ਅਸੀਂ ਕਰਦੇ ਕਰਦੇ ਯਕੀਨ ਮੰਨੋ ਵੀ ਅੰਕਲ ਨੂੰ 1 ਘੰਟਾ ਲਾਇਆ ਵੀ ਸ਼ਾਇਦ ਮੰਨ ਜਾਣ, ਚਲੋ ਹਾਂ ਕਰ ਦੇਣ। ਅੰਕਲ ਨੇ ਹਾਂ ਨਹੀਂ ਕੀਤੀ। ਅਸੀਂ ਹਾਰ ਕੇ ਉੱਥੇ ਬੈਠੇ ਬੈਠੇ ਚਾਹ ਚੂ ਪੀਤੀ, ਬੜੀ ਮੁਸ਼ਕਲ ਨਾਲ। ਮਨ ਖਰਾਬ ਹੋ ਗਿਆ, ਉਧਰੋਂ ਹਾਂ ਕੀਤੀ, ਇੱਧਰੋਂ ਇਹੀ ਨਹੀਂ ਹਾਂ ਕਰਦਾ, ਕਿਤੇ ਗੁਰੂ ਜੀ ਨੇ ਤਾਂ ਕੀ ਕਰਨੀ ਹੈਗੀ ਨਾ। ਤਾਂ ਫਿਰ ਰਸਤੇ 'ਚ ਅਸੀਂ ਆ ਰਹੇ ਸੀ, ਤਾਂ ਫਿਰ ਮੰਮੀ ਨੂੰ ਮੈਂ ਕਿਹਾ ਮੰਮੀ ਇਹਨੂੰ ਅੰਕਲ ਨੂੰ ਬੜਾ ਪਤਾ ਹੈਗਾ, ਚਲੋ ਆਪਾਂ ਗੁਰੂ ਜੀ ਕੋਲ ਚੱਲਦੇ ਹਾਂ। ਉਸ ਟਾਈਮ ਤੇ ਤੁਹਾਨੂੰ ਮੈਂ ਦੱਸਾਂ ਵੀ ਨਾ ਤਾਂ ਕੋਈ ਫੋਨ ਹੁੰਦੇ ਸੀ, ਨਾ ਕੁਛ ਹੁੰਦਾ ਸੀ, ਵੀ ਗੁਰੂ ਜੀ ਨਾਲ ਗੱਲ ਕਰਨੀ ਤਾਂ ਬਹੁਤ ਵੱਡੀ ਗੱਲ ਸੀ, ਕਿ ਗੁਰੂ ਜੀ ਨਾਲ ਗੱਲ ਕੀਤਾ ਕੋਈ। ਤਾਂ ਅਸੀਂ ਰਸਤੇ 'ਚ ਆ ਰਹੇ, ਤਾਂ ਮੈਂ ਕਿਹਾ ਮੰਮੀ ਇਹਨੂੰ ਬੜਾ ਪਤਾ, ਆਪਾਂ ਚੱਲਦੇ ਗੁਰੂ ਜੀ ਕੋਲ, ਚਲੋ। ਤਾਂ ਮੰਮੀ ਕਹਿੰਦੀ ਆਹੋ ਚੱਲ ਠੀਕ ਹੈ। ਇਹ ਤਕਰੀਬਨ 9-10 ਵਜੇ ਦੀ ਸਵੇਰ ਦੀ ਅਰਲੀ ਮਾਰਨਿੰਗ 10 ਵਜੇ ਦੀ ਗੱਲ ਸੀ। ਅਸੀਂ ਘਰ ਗਏ ਤਾਂ ਅਸੀਂ ਟਾਈਮ ਵੀ ਖਰਾਬ ਨਹੀਂ ਕੀਤਾ, ਕੱਪੜੇ ਕੁਪੜੇ ਪਾਏ, ਥੋੜਾ ਬਹੁਤਾ ਖਾਣਾ ਖਾਧਾ। ਤਾਂ ਖਾਣਾ ਖਾ ਕੇ ਤਾਂ ਅਸੀਂ ਉਹ ਕੀ ਕਹਿੰਦੇ ਬੱਸ ਫੜੀ ਉੱਥੋਂ ਸਿੱਧੀ, ਮਤਲਬ 12 ਵਜੇ ਤੋਂ ਬੱਸ ਫੜੀ, ਤਾਂ 8, 8:30 ਵਜੇ, 9 ਵਜੇ ਦੇ ਕਰੀਬ ਅਸੀਂ ਗੁਰੂ ਜੀ ਕੋਲ ਪਹੁੰਚ ਗਏ। ਜਿੱਦਾਂ ਹੀ ਗੁਰੂ ਜੀ ਕੋਲ ਅਸੀਂ ਪਹੁੰਚੇ ਤਾਂ ਗੁਰੂ ਜੀ ਨੇ ਸਾਨੂੰ ਕੁਛ ਨਹੀਂ ਕਿਹਾ, ਐਵੇਂ ਤਾਂ ਕੁਛ ਨਹੀਂ ਕਿਹਾ ਗੁਰੂ ਜੀ ਨੇ। ਅਸੀਂ ਗਏ, ਮੱਥਾ ਟੇਕਿਆ, ਚਾਹ ਪ੍ਰਸ਼ਾਦ ਲਿਆ, ਸਮੋਸਾ ਪ੍ਰਸ਼ਾਦ ਲਿਆ, ਤਾਂ ਆਰਾਮ ਨਾਲ ਉੱਥੇ ਬਹਿ ਗਏ। ਤਾਂ ਮੰਮੀ ਕਹਿੰਦੀ ਵੀ ਫੋਟੋ ਕਿਉਂ, ਉਸ ਟਾਈਮ ਤੇ ਗੁਰੂ ਜੀ ਕੋਲ ਗੱਲ ਕਰਨੀ ਬਹੁਤ ਮੁਸ਼ਕਲ ਹੁੰਦੀ ਸੀ, ਕਿ ਗੁਰੂ ਜੀ ਸੰਗਤ ਵਿੱਚ ਹੁੰਦੇ ਸੀ, ਫੇਰ ਬਹੁਤ ਡਿਫਰੈਂਟ, ਕਿਉਂਕਿ ਗੁਰੂ ਜੀ ਕਿਸੇ ਨੂੰ ਝੜਕਾ ਮਾਰ ਦਿੰਦੇ ਸੀ, ਕਈ ਵਾਰ ਕੁਛ ਕਰ ਦਿੰਦੇ ਸੀ, ਥੋੜਾ ਵੀ ਠੀਕ ਫੀਲ ਨਹੀਂ ਹੁੰਦਾ ਸੀ ਉਹਨਾਂ ਨੂੰ। ਤਾਂ ਫਿਰ ਮੈਂ ਕਿਹਾ ਮੰਮੀ ਏਦਾਂ ਕਰਾਂਗੇ, ਜਦੋਂ ਗੁਰੂ ਜੀ ਜਦੋਂ ਲੰਗਰ ਲਈ ਉੱਠੋਗੇ ਨਾ, ਆਪਾਂ ਉਸ ਵੇਲੇ ਗੁਰੂ ਜੀ ਨਾਲ ਗੱਲ ਕਰਦੇ ਹਾਂ, ਤੇ ਥੋੜੇ ਇੱਧਰ ਉੱਧਰ ਹੋ ਜਾਓਗੇ ਨਾ। ਉਹ ਜਿੱਦਾਂ ਹੀ ਲੰਗਰ ਲਈ ਉੱਠੇ, ਵੀ ਮੈਂ ਕਿਹਾ ਮੰਮੀ ਚਲੋ ਫੋਟੋ ਕੱਢੋ, ਜਦੋਂ ਆਇਆ ਗੁਰੂ ਜੀ ਨੂੰ ਇਕੱਲੇ ਹੀ ਆ ਉੱਥੇ, 2 ਆਂਟੀਆਂ ਬੈਠੀਆਂ, ਚਲੋ। ਮੰਮੀ ਏਦਾਂ ਫੋਟੋ ਕੱਢੀ, ਮੈਂ ਹਲੇ ਜਾ ਕੇ ਗੁਰੂ ਜੀ ਕੋਲ ਮੱਥਾ ਟੇਕ ਕੇ, ਤਾਂ ਗੁਰੂ ਜੀ ਨਾਲ ਖੜ ਗਏ ਸਾਈਡ ਤੇ। ਤਾਂ ਮੰਮੀ ਏਦਾਂ ਫੋਟੋ ਕੱਢ ਰਹੀ, ਤਾਂ ਗੁਰੂ ਜੀ ਉੱਥੋਂ ਬੋਲਣਾ ਸ਼ੁਰੂ ਕਰਤਾ। ਗੁਰੂ ਜੀ ਕਹਿੰਦੇ ਇਹ ਆਂਟੀ ਆਈ ਆ ਮੇਰੇ ਕੋਲ, ਮੈਨੂੰ ਕਹਿੰਦੀ ਆ ਵੀ ਮੁੰਡਾ ਅਮਰੀਕਾ ਤੋਂ ਆਇਆ, ਮੁੰਡਾ ਅਮਰੀਕਾ ਤੋਂ ਆਇਆ। ਅਸੀਂ ਨਹੀਂ ਕਰਨਾ ਦੇਤਾ, ਅਸੀਂ ਨਹੀਂ ਕਰਨਾ, ਚਲ ਦੌੜ ਜਾ, ਦੌੜ ਜਾ, ਦੌੜ ਜਾ। ਮੰਮੀ ਫੋਟੋ ਕੱਢ ਕੇ ਗੁਰੂ ਜੀ ਨੇ ਤਾਂ ਮੋਹਰੇ ਕਰੇ, ਗੁਰੂ ਜੀ ਮੂੰਹ ਨੂੰ ਫੋਟੋ ਵੀ ਨਾ ਦੇਖਣ। ਗੁਰੂ ਜੀ ਕਹਿੰਦੇ ਚਲ ਦੌੜ ਜਾਂਦੀ, ਇੱਥੇ ਆਈ ਨਾ ਦੁਬਾਰਾ, ਤੂੰ ਵੜਦੇ ਨਹੀਂ, ਤੁਹਾਨੂੰ ਕੰਮ ਕੀ ਕਹਿੰਦਾ, ਕਰਦੇ ਕੀ ਫਿਰਦੇ ਆ ਤੁਸੀਂ, ਕੀ ਕਰਦੇ। ਗੁਰੂ ਜੀ ਬਹੁਤ ਬੋਲੇ ਸਾਨੂੰ, ਪਰ ਉਹ ਸਾਨੂੰ ਨਹੀਂ ਸਮਝ ਲੱਗੀ ਵੀ ਗੱਲ ਹੋਈ ਕੀ ਹੈ ਨਾ, ਵੀ ਬੰਦੇ ਨੂੰ ਕੀ ਗੱਲ ਹੋਈ ਹੈ, ਵੀ ਜੋ ਵੀ ਜਿੱਦਾਂ ਵੀ ਹੈ ਨਾ। ਗੁਰੂ ਜੀ ਨੇ ਸਾਨੂੰ ਬਹੁਤ ਝੜਕਾ ਮਾਰਿਆ। ਉੱਤੇ ਵੀ ਪ੍ਰੀਤੀ ਆਂਟੀ ਸੀ, ਤਾਂ ਸੁਧਾ ਆਂਟੀ ਤੋਂ ਕਹਿੰਦੇ ਵੀ ਉਹ ਵੀ ਏਦਾਂ ਕਰੋ ਵੀ ਤੁਸੀਂ ਹੁਣ ਚਲੇ ਜਾਓ, ਵੀ ਇੱਥੇ ਰੁਕੋ ਨਾ, ਵੀ ਗੁਰੂ ਜੀ ਨੂੰ ਪਤਾ ਨਹੀਂ ਗੁੱਸਾ ਚੜਿਆ ਹੈ। ਤਾਂ ਅਸੀਂ ਉੱਦਾਂ ਫਿਰ ਗੁਰੂ ਜੀ ਨੇ ਉੱਥੋਂ ਹੀ ਮੱਥਾ ਟੇਕਿਆ, ਨਾ ਲੰਗਰ ਕੀਤਾ ਨਾ ਵਾਸਤਾ, ਉਹ ਬਾਹਰ ਆ ਗਏ। ਉਹ ਨਹੀਂ ਤਾਂ ਬਾਅਦ ਚ ਕੋਈ ਜਿੱਦਾਂ ਗੁਰੂ ਜੀ ਦਾ ਸਤਸੰਗ ਖਤਮ ਹੁੰਦਾ ਸੀ, ਉਸ ਵੇਲੇ ਕੋਈ ਨਾ ਕੋਈ ਨਹੀਂ ਤਾਂ ਬੱਸ ਸਟੈਂਡ ਤੇ ਛੱਡ ਦਿੰਦਾ ਸੀ, ਕਿਉਂਕਿ ਉਸ ਟਾਈਮ ਤੇ ਸਿੱਧੇ ਆਈਦਾ ਸੀ, ਸਿੱਧੇ ਜਾਈਦਾ ਸੀ, ਕਿਤੇ ਰੁਕਣ ਦਾ ਤਾਂ ਗੁਰੂ ਜੀ ਰੁਕਣ ਵੀ ਨਹੀਂ ਦਿੰਦੇ ਹੁੰਦੇ ਸੀਗੇ। ਤਾਂ ਉਹ ਫਿਰ ਰਾਤ ਨੂੰ 10 ਵਜੇ, 10:30 ਵਜੇ ਦੀ ਗੱਲ ਹੈ, 10:30 ਵਜੇ ਫਿਰ ਅਸੀਂ ਬਾਹਰ, ਉੱਥੇ ਹੁਣ ਬਾਹਰ ਆ ਗਏ। ਉੱਥੇ ਬਾਹਰ ਵੀ ਜਦੋਂ ਗੁਰੂ ਜੀ ਝੜਕੇ ਮਾਰਦੇ, ਫਿਰ ਤਾਂ ਤੁਹਾਨੂੰ ਆਲੇ ਦੁਆਲੇ ਕੋਈ ਦਿਖਦਾ ਵੀ ਕੁਛ ਨਹੀਂ ਹੁੰਦਾ, ਨਾ ਕੋਈ ਸੰਗਤ ਦਾ ਬੰਦਾ, ਨਾ ਕੋਈ ਕੁਛ। ਅਸੀਂ ਉਹ ਸੁਧਾ ਆਂਟੀ ਦੇ ਘਰ ਉੱਥੇ ਬਾਹਰ ਸੜਕ ਦੇ ਉੱਪਰ ਆ ਕੇ ਏਦਾਂ ਖੜ ਗਏ। ਉੱਥੋਂ ਨਾ ਉਸ ਵੇਲੇ ਨਾ ਕੋਈ ਟੈਂਪੂ, ਨਾ ਆਟੋ, ਨਾ ਕੁਛ ਜਾਣਦਾ ਹੁੰਦਾ ਸੀ। ਰਾਤ ਨੂੰ 11 ਵਜੇ ਅਸੀਂ ਉੱਥੇ ਬਾਹਰ ਖੜੇ ਹਾਂ, ਤਾਂ ਇੱਕ ਐਂਬੈਸਡਰ ਕਾਰ ਆਈ। ਤਾਂ ਉਹ ਕਹਿੰਦੀ ਵੀ ਅੰਕਲ ਸੀਗੇ, ਕਹਿੰਦੇ ਵੀ ਕਿੱਥੇ ਜਾਣਾ ਤੁਸੀਂ। ਤਾਂ ਵੀ ਮੈਂ ਕਿਹਾ ਵੀ ਇੱਧਰ ਡਰਦੇ ਨੇ ਕਿਹਾ, ਵੀ ਉਸ ਵੇਲੇ ਛੋਟਾ ਹੁੰਦਾ ਸੀ, ਇੰਨੇ ਜ਼ਿਆਦਾ ਵੀ ਨਹੀਂ, 10ਵੀਂ 12ਵੀਂ ਚ ਪੜ੍ਹਦੇ ਹੁੰਦੇ ਸੀ। ਤਾਂ ਦਿੱਲੀ ਚ ਉੱਦਾਂ ਡਰ ਲੱਗਦਾ ਸੀ, ਕੋਈ ਇੱਧਰ ਕਿਤੇ ਲੈ ਨਾ ਜਾਏ, ਕੁਛ ਨਾ ਕਰ ਜਾਏ। ਤਾਂ ਅਸੀਂ ਕਹਿੰਦਾ ਵੀ ਏਦਾਂ ਗੱਲ ਹੋਈ। ਤਾਂ ਮੈਂ ਕਿਹਾ ਵੀ ਅਸੀਂ ਇੱਥੇ ਕੀ ਕਹਿੰਦੇ ਆ ਵੀ ਬੱਸ ਸਟੈਂਡ ਜਾਣਾ। ਉਹ ਕਹਿੰਦਾ ਮੈਂ ਵੀ ਇੱਧਰ ਨੂੰ ਜਾਣਾ, ਤੁਸੀਂ ਚਲੋ ਆ ਜਾਓ, ਬਹਿ ਜਾਓ। ਇਹ ਵੀ ਡਰ ਲੱਗਦਾ, ਫਿਰ ਵੀ ਚਲੋ ਗੁਰੂ ਜੀ ਦਾ ਨਾਂ ਲਿਆ, ਬਹਿ ਗਏ ਗੱਡੀ ਚ, ਚਲੋ ਕੋਈ ਨਹੀਂ ਦੇਖੀ ਜਾ। ਤੇ ਉਹਨੇ ਬੱਸ ਸਟੈਂਡ ਸਾਨੂੰ ਛੱਡੇ, ਤਾਂ ਪੈਸੇ ਵੀ ਨਹੀਂ ਲਏ ਉਹਨੇ, ਨਹੀਂ ਤਾਂ ਕੋਈ ਵੀ 10 ਵਾਰੀ ਚੁੱਕਦਾ ਕੁਛ ਕਰਦਾ, ਉਹ ਪੈਸੇ $50-100 $100 ਰੁਪਇਆ ਲੈ ਲੈਂਦਾ ਸੀ, ਪਰ ਉਸਨੇ ਕੁਛ ਨਹੀਂ ਲਿਆ।
ਤਾਂ ਅਸੀਂ ਉੱਥੇ ਬੱਸ ਬੈਠੇ ਤੇ ਸਿੱਧੇ ਘਰ ਨੂੰ ਆ ਗਏ। ਘਰ ਆ ਕੇ ਉੱਥੇ ਫਿਰ ਅਸੀਂ ਕਿਹਾ ਵੀ ਨਹੀਂ, ਉਹ ਗੁਰੂ ਜੀ ਨੇ ਵੀ ਹਾਂ ਨਹੀਂ ਕੀਤੀ ਵੀ ਤੁਸੀਂ ਹੁਣ ਜਵਾਬ ਦੇ, ਬਾਬਾ ਜੀ ਨੂੰ ਕਿਹਾ ਵੀ ਜਵਾਬ ਦੇ ਦਿਓ, ਰਹਿਣ ਦਿਓ, ਅਸੀਂ ਜਵਾਬ ਦੇ। ਪਰ ਗੁਰੂ ਜੀ ਜੋ ਝਿੜਕੇ ਮਾਰਦੇ ਸੀ ਉਸ ਵੇਲੇ ਗੁਰੂ ਜੀ ਕਹਿੰਦੇ ਸੀ ਮੈਂ ਆਪਣੇ ਆਪ ਕਰੂੰਗਾ, ਮੈਂ ਆਪਣੇ ਆਪ ਕਰੂੰਗਾ, ਇਹ ਕਹਿੰਦੇ ਸੀ। ਤਾਂ ਉਹ ਹੁਣ ਫਿਰ ਉਸ ਵੇਲੇ ਗੱਲ ਕਿੱਥੇ, ਉਸਲੇ ਤਾਂ ਅਮਰੀਕਾ ਦਾ ਰਿਸ਼ਤਾ ਹੀ ਦੇਖ ਰਹੇ ਸੀ। ਮੈਂ ਕਿਹਾ ਵੀ ਗੁਰੂ ਜੀ ਵੀ ਬਸ ਨਾ, ਵੀ ਜਾਂ ਤਾਂ ਹਾਂ ਕਰ ਦਿੰਦੇ ਜਾਂ ਕੁਛ ਕਰ ਦਿੰਦੇ, ਤਾਂ ਗੁਰੂ ਜੀ ਨੇ ਹਾਂ ਨਹੀਂ ਕੀਤੀ। ਫਿਰ ਕੀ ਹੋਇਆ ਉਹਦੇ ਬਾਅਦ ਘੱਟੋ ਘੱਟ ਫਿਰ 3 ਕੁ ਮਹੀਨਿਆਂ ਬਾਅਦ ਫਿਰ ਇੱਕ ਹੋਰ ਰਿਸ਼ਤਾ ਆਇਆ ਅਮਰੀਕਾ ਤੋਂ। ਤਾਂ ਫਿਰ ਅਸੀਂ ਗੁਰੂ ਜੀ ਨੂੰ ਦੱਸਿਆ ਹੀ ਨਹੀਂ, ਅਸੀਂ ਗੁਰੂ ਜੀ ਨੂੰ ਦੱਸਿਆ ਹੀ ਨਹੀਂ। ਤਾਂ ਅਸੀਂ ਇੱਥੇ ਸ਼ਗਨ ਅੰਕਲ ਨੂੰ ਦੱਸਿਆ, ਸ਼ਗਨ ਅੰਕਲ ਕਹਿੰਦੇ ਕਰ ਦੋ, ਕਰ ਦੋ। ਮੈਂ ਕਿਹਾ ਵੀ ਹੁਣ ਗੁਰੂ ਜੀ ਨੇ ਫਿਰ ਜਵਾਬ ਦੇ ਦੇਣਾ। ਚਲੋ ਉਸ ਟਾਈਮ ਦੀ ਪਹਿਲਾਂ ਦੀ ਗੱਲਾਂ, ਉਸ ਵੇਲੇ ਵੀ ਅਸੀਂ ਉੱਥੇ ਮੱਥਾ ਟੇਕ ਲਿਆ ਮੰਦਿਰ। ਤਾਂ ਅਸੀਂ ਉਹ ਦਿਨ ਵੀ ਨਹੀਂ, 1-2 ਦਿਨ ਹੀ ਦਿੱਤੇ, ਕਹਿੰਦੇ ਵੀ ਤੁਸੀਂ ਅੰਗੇਜਮੈਂਟ ਟਾਈਪ ਦਾ ਕਰਨਾ, ਵੀ ਤੁਸੀਂ ਕਰ ਲਓਗੇ, ਟਾਈਮ ਹੈ ਨਹੀਂ ਸਾਡੇ ਕੋਲ। ਅਸੀਂ ਸ਼ਗਨ ਅੰਕਲ ਨੂੰ ਦੱਸਿਆ, ਸ਼ਗਨ ਕਹਿੰਦੇ ਕੋਈ ਨਹੀਂ, ਕਰ ਲਓ, ਕੁਛ ਨਹੀਂ ਹੁੰਦਾ, ਗੁਰੂ ਜੀ ਕੁਛ ਨਹੀਂ ਕਹਿੰਦੇ। ਤਾਂ ਹੁਣ ਗੁਰੂ ਜੀ ਕੋਈ ਗੱਲ ਤਾਂ ਕੋਈ ਕਰਦਾ ਨਹੀਂ ਸੀ, ਉਦਾਂ ਹੀ ਗੱਲ ਕਰਦੇ ਸੀ। ਤਾਂ ਉਹ ਅਸੀਂ ਅੰਗੇਜਮੈਂਟ ਕਰਤੀ। ਉਹ ਮੁੰਡਾ 4 ਕੁ ਦਿਨ ਰਹੇ ਤੇ ਉਹਦੇ ਬਾਅਦ ਉਹ ਅਮਰੀਕਾ ਵਾਪਸ ਚਲੇ ਗਏ। ਅੰਗੇਜਮੈਂਟ ਟਾਈਪ ਦੀ ਕੀਤੀ ਤਾਂ ਉਹ ਚਲੇ ਗਏ। अब यकीन मनो भी गुरु जी का जलंधर आने का कोई प्लान नहीं था उस वेले, कोई प्लान नहीं था। गुरु जी देख लो भी एंगेजमेंट की थी, एंगेजमेंट करने तो बाद महीना 1.5 महीने बाद गुरु जी जलंधर आ गए। गुरु जी जलंधर आ गए तो मैनू शगन अंकल कहते बॉबी गुरु जी ने आ जाना, भी तू रुक जा। मैं डेली जाता हुंदा सी उत्थे, तो झाड़ू पोछा करना, सफाई कर देनी। कोई वैसे अंदर तो किसी की एंट्री हुंदे नहीं सी, असीं उदां भी झाड़ू पोछा ला दी ते सफाई कर दी थी। ਤਾਂ ਏਦਾਂ ਫਿਰ ਮੈਂ ਕਿਹਾ ਵੀ ਗੁਰੂ ਅੰਕਲ ਤੁਸੀਂ ਰੋਜ਼ ਕਹਿੰਦੇ ਰਹਿੰਦੇ, ਰੋਜ਼ ਤੇ 12 ਵਜੇ ਤੱਕ ਬੈਠੇ ਰਹਿੰਦਾ ਮੈਂ, ਗੁਰੂ ਜੀ ਆਉਂਦੇ ਤਾਂ ਹੈ ਨਹੀਂ। ਉਹ ਕਹਿੰਦਾ ਬੋਵੀ ਯਾਰ ਅੱਜ ਗੁਰੂ ਜੀ ਨੇ ਆ ਜਾਣਾ, ਵੀ ਰੁਕ ਜਾ, ਵੀ ਇਦਾਂ ਪਤਾ ਨਹੀਂ ਹੈਗਾ ਗੁਰੂ ਜੀ ਦਾ, ਉਹਦਾ ਮੂਡ ਦੀ ਗੱਲ ਹੈ, ਕਦੇ ਵੀ ਆ ਸਕਦੇ ਆ। ਤਾਂ ਉਦੋਂ ਬੈਠੇ ਬੈਠੇ ਤਾਂ 10 ਕੁ ਵਜੇ, 10:30 ਵਜੇ, ਤਾਂ ਯਕੀਨ ਮੰਨੋ ਵੀ ਬਾਹਰ ਅਸੀਂ ਤਾਂ ਬੈਠੇ ਮੰਦਿਰ, ਤੁਹਾਨੂੰ ਮੈਂ ਦੱਸਾਂ ਉਸ ਟਾਈਮ ਜਲੰਧਰ ਮੰਦਿਰ ਬਲਕਿ ਕੋਈ ਨਹੀਂ ਆਉਂਦਾ ਹੁੰਦਾ ਸੀ। ਇਵਨ ਦੈਨ ਕੋਈ ਵੀ ਬੰਦਾ, ਕੋਈ ਪ੍ਰਾਈਮ ਮਿਨਿਸਟਰ ਵੀ ਆ ਜਾਵੇ, ਉਹਦੀ ਵੀ ਐਂਟਰੀ ਨਹੀਂ ਸੀ। ਗੁਰੂ ਜੀ ਨੇ ਪੂਰੀ ਸਖਤ ਬੰਦ ਸੀ ਵੀ ਕੋਈ ਅੰਦਰ ਨਹੀਂ, ਕਿਸੇ ਨੂੰ ਵੀ ਕੋਈ ਵੀ ਆ ਜਾਵੇ, ਇਵਨ ਦੈਨ ਕੋਈ ਘੱਟੋ ਘੱਟ ਸਾਲ 1.5 ਸਾਲ ਏਦਾਂ ਹੀ ਚੱਲਦਾ ਹੁੰਦਾ ਸੀ ਮੰਦਿਰ, ਉੱਥੇ ਬੰਦੇ ਹੀ ਰਹਿੰਦਾ ਹੁੰਦਾ ਸੀ। ਤਾਂ ਅਸੀਂ ਵੀ ਏਦਾਂ ਬੈਠੇ ਬੈਠੇ ਤਾਂ ਗੁਰੂ ਜੀ ਉਦਣ ਆ ਗਿਆ। ਫਿਰ ਆ ਕੇ ਜੀ ਸਾਨੂੰ ਯਕੀਨ ਵੀ ਨਹੀਂ ਸੀ ਵੀ ਗੁਰੂ ਜੀ ਆਉਂਗੇ ਨਾ। ਗੁਰੂ ਜੀ ਆਏ ਤਾਂ ਗੁਰੂ ਜੀ ਨੇ ਤਾਂ ਗੇਟ ਖੜਾਇਆ। ਗੁਰੂ ਜੀ ਕਹਿੰਦੇ, ਗੁਰੂ ਜੀ ਉਦੋਂ ਗੇਟ ਦੇ ਉੱਪਰੋਂ ਦੇਖ ਰਹੇ, ਮਤਲਬ ਲੱਗਿਆ ਤਾਂ ਨਾ, ਮਤਲਬ ਕਈ ਵਾਰ ਕਿਤੇ ਇੰਨੇ ਲੰਬੇ ਲੱਗਦੇ ਹੁੰਦੇ ਸੀ ਵੀ ਜੇ ਗੇਟ ਵੀ ਸਾਨੂੰ ਛੋਟੇ ਲੱਗਦੇ ਹੁੰਦੇ ਸੀ। ਪਰ ਕਈ ਵਾਰ ਹੁੰਦਾ ਸੀ ਵੀ ਗੁਰੂ ਜੀ ਇੰਨੇ ਛੋਟੇ ਲੱਗਦੇ, ਰਾਤ ਨੂੰ ਸਾਡੇ ਨਾਲ ਦੇ ਗੁਰੂ ਜੀ ਸਾਡੇ ਤੋਂ ਵੀ ਛੋਟੇ ਲੱਗਦੇ ਹੁੰਦੇ ਸੀ। ਉਹ ਗੁਰੂ ਜੀ ਨੇ ਤਾਂ ਗੇਟ ਖੜਕਾਇਆ ਤਾਂ ਉਹ ਕਹਿੰਦੇ ਕੰਜਰੋਂ ਦਰਵਾਜ਼ਾ ਖੋਲ ਦੋ, ਦਰਵਾਜ਼ਾ ਖੋਲ ਦੋ। ਉਹ ਸ਼ਗਨ ਅੰਕਲ ਭੱਜੇ ਭੱਜੇ ਗਏ, ਮੈਂ ਵੀ ਭੱਜਾ ਕੇ ਜਾ ਕੇ ਗੇਟ ਖੋਲਿਆ। ਮਤਲਬ ਕਿ ਉਹ ਟਾਈਮ ਜਿਹੜਾ ਮੂਮੈਂਟ ਸੀ, ਉਹ ਜਿੱਦਾਂ ਗੁਰੂ ਜੀ ਸਮਝ ਲਓ ਗੋਲਡਨ ਟਾਈਮ ਪੀਰੀਅਡ ਜਿੱਦਾਂ ਤੁਹਾਨੂੰ ਮੈਂ ਦੱਸਾਂ ਨਾ, ਉਹ ਟਾਈਮ ਮਤਲਬ ਕਿ ਉਹ ਗੁਰੂ ਜੀ ਨੂੰ ਇੰਨਾ ਕਲੋਜ਼ ਮੈਂ ਇੱਕਦਮ ਨਾ, ਬਹੁਤ ਮਤਲਬ ਪਹਿਲੀ ਵਾਰ ਦਿੱਲੀ ਜਾਈਦਾ ਸੀ, ਗੁਰੂ ਜੀ ਜਾਈਦਾ, ਉੱਥੇ ਗੁਰੂ ਜੀ ਜਾਂਦੇ, ਹਾਂ ਕਿੱਦਾਂ ਠੀਕ ਹੈ ਜੀ, ਹੋ ਜਾਊਗਾ, ਉਹਦੇ ਕਰਕੇ ਭੇਜ ਦਿੰਦੇ ਸੀ, ਉੱਥੇ ਜ਼ਿਆਦਾ ਗੱਲ ਵੀ ਨਹੀਂ ਹੁੰਦੀ। ਉਹ ਗੁਰੂ ਜੀ ਤੋਂ ਉੱਥੇ ਆਏ ਤਾਂ ਗੁਰੂ ਜੀ ਦੇ ਜਦੋਂ ਪਹਿਲੀ ਵਾਰ ਮੈਂ ਗੁਰੂ ਜੀ ਨੇ ਇੰਨਾ ਕਲੋਜ਼ ਦੇਖਿਆ, ਮਤਲਬ ਆਪਣੇ, ਮਤਲਬ ਕਿ ਮੇਰੀ ਅੱਖਾਂ ਚੋਂ ਮਤਲਬ ਜਿੱਦਾਂ ਰੋਣਾ ਜਿੱਦਾਂ ਆ ਰਿਹਾ, ਏਦਾਂ ਆ ਰਿਹਾ, ਮਤਲਬ ਅਸੀਂ ਗੁਰੂ ਜੀ ਨੂੰ ਦੇਖ ਨਹੀਂ ਪਾ ਰਹੇ। ਤਾਂ ਗੁਰੂ ਜੀ ਏਦਾਂ ਘੁੰਮ ਰਹੇ ਆ ਤੁਹਾਨੂੰ ਮੰਦਿਰ ਵਿੱਚ, ਉਹ ਮੂਵਮੈਂਟ ਤੁਹਾਨੂੰ ਕੀ ਦੱਸਾਂ ਵੀ ਗੁਰੂ ਜੀ ਮੰਦਿਰ ਏਦਾਂ ਘੁੰਮ ਰਹੇ ਜਿੱਦਾਂ ਕੋਈ ਅਮਰੀਕਾ ਕੈਨੇਡਾ ਗਿਆ ਹੋਵੇ 10 ਸਾਲ 15-20 ਸਾਲ ਬਾਅਦ ਆਪਣੇ ਘਰ ਆਉਂਦਾ ਨਾ ਵਾਪਸ, ਗੁਰੂ ਜੀ ਏਦਾਂ ਮੰਦਿਰਾਂ ਵਿੱਚ ਘੁੰਮ ਰਹੇ। ਕਦੀ ਗੁਰੂ ਜੀ ਇੱਧਰ ਜਾ ਰਹੇ ਆ ਕਮਰੇ 'ਚ, ਕਦੀ ਉੱਧਰ ਜਾ ਰਹੇ ਆ, ਕਦੀ ਇੱਧਰ ਦੇਖ ਰਹੇ ਆ, ਉੱਪਰ ਜਾ ਕੇ ਦੇਖ ਰਹੇ ਆ। ਗੁਰੂ ਜੀ ਆਪਣੇ ਆਪ ਘੁੰਮ ਰਹੇ ਆ, ਪਿੱਛੇ ਸੰਗਤ ਵੀ ਆ ਗਈ ਸਾਰੀ। ਤਾਂ ਫਿਰ ਮੈਂ ਕਿਹਾ ਵੀ ਗੁਰੂ ਜੀ ਮੈਨੂੰ ਤਾਂ ਇੰਨਾ ਜਾਣਦੇ ਨਹੀਂ ਹੈਗੇ, ਕਿਉਂਕਿ ਗੁਰੂ ਜੀ ਨੇ ਇੰਨੀ ਆਪਾਂ ਗੱਲ ਨਹੀਂ ਕਰੀ ਦੀ, ਥੋੜੀ ਜਿਹੀ ਗੱਲ ਕਰੀ। ਮੈਂ ਕਿਹਾ ਗੁਰੂ ਜੀ ਤਾਂ ਮੈਨੂੰ ਜਾਣਦੇ ਨਹੀਂ ਹੈਗੇ, ਗੁਰੂ ਜੀ ਨੇ ਮੈਨੂੰ ਘਰ ਨੂੰ ਭੇਜਦਾ। ਉਸ ਵੇਲੇ ਮੈਨੂੰ ਨਹੀਂ ਪਤਾ ਸੀ ਵੀ ਗੁਰੂ ਜੀ ਨਾਲ ਰਹਿਣਾ ਕਿੱਦਾਂ ਹੁੰਦਾ, ਕੀ ਹੁੰਦਾ, ਜਿਹੜੇ ਨਾਲ ਰਹਿੰਦੇ ਕਿੱਦਾਂ ਰਹਿੰਦੇ ਆ। ਤਾਂ ਮੈਨੂੰ ਏਦਾਂ ਕਹਿੰਦੇ, ਫਿਰ ਗੁਰੂ ਜੀ ਥੋੜੀ ਦੇਰ ਬਾਅਦ ਕਹਿੰਦੇ ਲਿਆ ਕੰਜਰੋਂ ਮੇਰੇ ਕਮਰੇ ਦੀ ਚਾਬੀ ਦਿਓ। ਉਹ ਗੁਰੂ ਜੀ ਦਾ ਦੇਖੋ ਮੰਦਿਰ ਸਾਰਾ ਖੁੱਲਾ ਹੁੰਦਾ ਸੀ, ਲੇਕਿਨ ਗੁਰੂ ਜੀ ਦਾ ਕਮਰਾ ਜਿਹੜਾ ਉਹ ਬੰਦ ਹੁੰਦਾ ਸੀ। ਉਹ ਦੇਖ ਲਓ 7-8 ਸਾਲ ਉਹ ਮੰਦਿਰ ਕਮਰਾ ਗੁਰੂ ਜੀ ਦਾ ਬੰਦ ਰਿਹਾ। ਅਸੀਂ ਵੀ, ਸਾਨੂੰ ਕੋਈ ਪਰਮਿਸ਼ਨ ਨਹੀਂ ਸੀ ਉਹਨੂੰ ਖੋਲਣ ਦੀ। ਤਾਂ ਇੱਕ ਹੋਰ ਮੈਂ ਦੱਸਾਂ ਵੀ ਉਹ ਮੰਦਿਰ ਵਿੱਚ ਏਦਾਂ ਸੀ, ਪੇਂਟ ਬਹੁਤ ਹੁੰਦਾ ਸੀ। ਪੇਂਟ ਜਿੱਦਾਂ ਅੱਜ ਪੇਂਟ ਵਾਲੇ ਕਰਕੇ ਬੰਦ ਹੋ ਗਏ ਆ, ਤਾਂ ਦੂਜੇ ਜਾਂ ਇੱਕ ਪੇਂਟ ਮਤਲਬ ਇੱਕ ਕਰਕੇ ਜਾਂਦਾ ਸੀ, ਦੂਜਾ ਹਲੇ ਬਾਹਰੇ ਖੜਾ ਹੁੰਦਾ ਸੀ, ਪੇਂਟ ਕਰਨ ਨੂੰ ਤਿਆਰ ਹੁੰਦੇ ਸੀ। ਪਤਾ ਨਹੀਂ ਗੁਰੂ ਜੀ ਕੀ ਸੀਗਾ, ਕੋਲ ਪੇਂਟ ਹੀ ਪੇਂਟ ਕਰਾਉਂਦੇ ਰਹਿੰਦੇ ਸੀ ਬਾਰ-ਬਾਰ। ਉਹ ਜਿਹੜਾ ਪੇਂਟ ਲਾਇਆ ਕੀਤਾ ਹੈ ਉਹਨੂੰ ਨਹੀਂ ਲਾ ਦੇਣਾ, ਤਾਂ ਉਹਦੇ ਉੱਪਰ ਦੂਜਾ ਰੰਗ ਕਰ ਦੇਣਾ। ਮਤਲਬ ਏਦਾਂ ਹੀ ਚੱਲਦਾ ਰਹਿੰਦਾ, 7-8 ਮਹੀਨੇ, ਸਾਲ ਏਦਾਂ ਹੀ ਚੱਲਦਾ ਰਹਿੰਦਾ ਹੁੰਦਾ ਸੀ। ਤਾਂ ਉਹ ਜਿਹੜੇ ਗੁਰੂ ਜੀ ਦੇ ਦਰਵਾਜ਼ੇ ਸੀ, ਖਿੜਕੀਆਂ ਸੀ ਮੰਦਿਰ ਦੇ, ਜਿਹੜੇ ਗੁਰੂ ਜੀ ਦੇ ਕਮਰੇ ਦੀ ਸੀ, ਉਹ ਬਾਹਰੋਂ ਪੇਂਟ ਹੋਈ ਜਾਂਦੇ ਸੀ, ਤਾਂ ਅੰਦਰ ਤੋਂ ਖੋਲਣ ਦੀ ਪਰਮਿਸ਼ਨ ਨਹੀਂ ਸੀ। ਤਾਂ ਫਿਰ ਮੈਂ ਜਦੋਂ ਗੁਰੂ ਜੀ ਏਦਾਂ ਆਏ ਤਾਂ ਮੈਂ ਸ਼ਗਨ ਅੰਕਲ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਅੰਕਲ ਜੀ ਕਮਰਾ ਵੀ ਗੁਰੂ ਜੀ ਦਾ ਖੋਲ ਕੇ ਦੇਖ ਲਈਏ, ਇਹਦੇ ਵਿੱਚ ਹੈ ਕੀ, ਵੀ ਚਲੋ ਸਫਾਈ ਕਰ ਦਿੰਦੇ ਆ। ਉਹ ਕਹਿੰਦਾ ਕਿ ਜਿਹੜਾ ਨਹੀਂ ਬਹੁਤ ਵੀ ਅਸੀਂ ਇਹਨੂੰ ਖੋਲ ਨਹੀਂ ਸਕਦੇ, ਅਸੀਂ ਇਹਨੂੰ ਖੋਲ ਨਹੀਂ, ਜਦ ਤੱਕ ਗੁਰੂ ਜੀ ਨਹੀਂ ਕਹਿੰਦੇ ਅਸੀਂ ਇਹਨੂੰ ਖੋਲ ਨਹੀਂ ਸਕਦੇ।
ਤਾਂ ਮੈਂ ਸੋਚਿਆ ਸੀ, ਮੈਂ ਕਿਹਾ ਵੀ ਜਦੋਂ ਚਲੋ ਮੈਂ ਜਦੋਂ 94 ਵਿੱਚ ਗੁਰੂ ਜੀ ਦਾ ਕਮਰਾ 96 ਤੱਕ ਗੁਰੂ ਜੀ ਦਾ ਕਮਰਾ ਦੇਖਿਆ ਸੀ, ਗੁਰੂ ਜੀ ਬੈਠੇ ਹੁੰਦੇ ਸੀ ਤੇ ਥੱਲੇ ਕਾਰਪੇਟ ਲੱਗੇ ਹੁੰਦੇ ਸੀ, ਇੱਧਰ ਅਲਮਾਰੀ ਆ, ਉੱਧਰ ਗੁਰੂ ਜੀ ਦਾ ਸਮਾਨ ਪਿਆ, ਵੀ ਪਤਾ ਨਹੀਂ ਵੀ ਕਿੱਦਾਂ ਹੋਊਗਾ, ਵੀ ਕਿਉਂਕਿ ਇੰਡੀਆ 'ਚ ਸਾਨੂੰ ਪਤਾ ਫਿਰ ਵੀ ਜਿੰਨਾ ਮਰਜ਼ੀ ਤੁਸੀਂ ਸਫਾਈ ਜਿੰਨਾ ਮਰਜ਼ੀ ਕਲੋਜ਼ ਕਰ ਲਓ, ਚੂਹੇ ਆ, ਰੈਟਸ ਆ, ਕਾਕਰੋਚਸ ਆ, ਕੁਛ ਆ, ਈਵਨ ਦੈਨ ਤੁਹਾਨੂੰ ਪਤਾ ਵੀ ਕਮਰੇ ਵਿੱਚ ਆ ਹੀ ਜਾਂਦੇ, ਜਿੰਨਾ ਮਰਜ਼ੀ ਤੁਸੀਂ ਕਲੀਨ ਕਰਕੇ ਰੱਖ ਲਓ, ਜੇ ਬੰਦ ਕੀਤਾ ਤਾਂ ਕੁਛ ਨਾ ਕੁਛ ਇੱਦਾਂ ਜਾਲੇ ਲੱਗ ਜਾਂਦੇ ਆ, ਕੁਛ ਲੱਗ ਜਾਂਦੇ ਆ। ਹੁਣ ਗੁਰੂ ਜੀ ਕਹਿੰਦੇ ਸਾਨੂੰ, ਕਹਿੰਦੇ ਵੀ ਚਾਬੀ ਦੇ ਦਿਓ, ਚਾਬੀ ਦੇ ਦਿਓ, ਤਾਂ ਗੁਰੂ ਜੀ ਨੂੰ ਫਿਰ ਚਾਬੀ ਦਿੱਤੀ। ਹੁਣ ਲੌਕ ਤਾਂ ਖੁੱਲ ਗਿਆ, ਲੌਕ ਤਾਂ ਚਲੋ ਨੋਰਮਲ ਦੀ ਤੋਂ ਖੁੱਲ ਗਿਆ, ਪਰ ਹੁਣ ਦਰਵਾਜ਼ਾ ਨਹੀਂ ਖੁੱਲ ਰਿਹਾ, ਕਿਉਂਕਿ ਦਰਵਾਜ਼ਾ ਚਾਰੋਂ ਤਰਫ ਏਦਾਂ ਪੇਂਟ ਹੋ ਰੱਖਿਆ ਜੀ, ਪੂਰਾ ਪੇਂਟ ਹੋ ਰੱਖਿਆ, ਫਿਕਸ ਹੋ ਗਿਆ ਇੱਕ ਤਰ੍ਹਾਂ ਦਾ ਨਾ। ਤਾਂ ਗੁਰੂ ਜੀ ਤਾਂ ਜ਼ੋਰ ਨਾਲ ਨਹੀਂ ਖੁੱਲ ਰਿਹਾ, ਫਿਰ ਸਾਨੂੰ ਕਹਿੰਦੇ ਕੰਜਰੋ ਇਹਨੂੰ ਖੋਲੋ ਖੋਲੋ, ਧੱਕਾ ਮਾਰੋ ਧੱਕਾ ਮਾਰੋ, ਜ਼ੋਰ ਨਾਲ। ਤੁਸੀਂ ਜ਼ੋਰ ਨਾਲ ਧੱਕਾ ਮਾਰਿਆ, ਈਵਨ ਦਰਵਾਜ਼ਾ ਦੋਨਾਂ ਸਾਈਡਾਂ ਤੋਂ ਖੁੱਲ ਗਿਆ, ਮਤਲਬ ਜਿੱਧਰ ਸਾਈਡ ਕਬਜੇ ਲੱਗੇ ਹੁੰਦੇ ਆ ਉਹ ਵੀ ਖੁੱਲ ਗਿਆ, ਜਿਸ ਸਾਈਡ ਲੌਕ ਗਿਆ ਤਾਂ ਉਹ ਵੀ ਟੁੱਟ ਗਿਆ, ਮਤਲਬ ਇੰਨੀ ਜ਼ੋਰ ਨਾਲ ਅਸੀਂ ਧੱਕੇ ਮਾਰੇ ਤਾਂ ਉਹ ਵੀ ਟੁੱਟ ਗਿਆ, ਮਤਲਬ ਇੰਨਾ ਖਰਾਬ ਹੀ ਹੋ ਗਿਆ ਜੀ। 7-8 ਸਾਲ ਦਾ ਬੰਦ ਰਹੇ ਉਹ, ਜਦੋਂ ਨਿਕਲਿਆ ਤਾਂ ਪੂਰਾ ਦਰਵਾਜ਼ੇ ਬਾਹਰ ਆ ਗਿਆ। ਤਾਂ ਅਸੀਂ ਸਾਈਡ ਤੇ ਕੀਤਾ ਤਾਂ ਯਕੀਨ ਮੰਨੋ ਵੀ ਅੰਦਰੋਂ ਫ੍ਰੈਗਨੈਂਸ ਆ ਰਹੀ ਹੈ, ਮਤਲਬ ਇੰਨੀ ਫ੍ਰੈਗਨੈਂਸ, ਉਹ ਕਮਰਾ ਇੰਨਾ ਕਲੀਨ ਕਿ ਜੇ ਆਪਾਂ ਚਾਹੀਏ ਵੀ ਤਾਂ ਇੰਨਾ ਕਲੀਨ ਕਰ ਨਹੀਂ ਸਕਦੇ, ਮਤਲਬ ਇੱਕ ਜਾਲਾ ਨਹੀਂ ਅੰਦਰ, ਇੱਕ ਕੁਛ ਨਹੀਂ ਹੈਗਾ, ਗੁਰੂ ਦਾ ਸਮਾਨ ਐਜ਼ ਇਟ ਇਜ਼ ਉਦਾਂ ਦਾ ਉਦਾਂ ਹੀ ਪਿਆ, ਬੈੱਡ ਦੇ ਉੱਪਰ ਉਦਾਂ ਹੀ ਚਾਦਰ ਵਿਛਾਈ ਉਹ ਆ, ਉਦਾਂ ਹੀ ਪਿਆ। ਤਾਂ ਚਾਦਰ ਵੀ ਵਿਛੀ ਹੋ, ਨਹੀਂ ਤਾਂ ਆਪਾਂ ਚਾਦਰ ਚੁੱਕ ਕੇ ਝਾੜੀਏ ਉਹਦੇ ਉੱਪਰ ਮਿੱਟੀ ਲੱਗੀ ਹੁੰਦੀ, ਮਿੱਟੀ ਤੱਕ ਨਹੀਂ ਲੱਗੀ। ਈਵਨ ਦੈਨ ਕਾਰਪੇਟ ਦੇ ਉੱਪਰ ਕੋਈ ਮਿੱਟੀ ਨਹੀਂ, ਕੋਈ ਕਾਰਪੇਟ ਕਾਕਰੋਚ ਨਾ ਜਾਂ ਚੂਹੇ ਨੇ ਕੁਛ ਨਹੀਂ ਖਾਧਾ, ਐਜ਼ ਇਟ ਇਜ਼ ਦਾ ਨਿਊ ਬ੍ਰਾਂਡ ਪੂਰਾ ਅੰਦਰ। ਤਾਂ ਮੈਂ ਕਿਹਾ ਵੀ ਗੁਰੂ ਜੀ ਨੇ ਸ਼ਾਇਦ ਮੈਨੂੰ ਭੇਜ ਦੇਣਾ। ਤਾਂ ਹਾਲੇ ਇੰਨੀ ਗੱਲ ਹੋਈ ਤਾਂ ਗੁਰੂ ਜੀ ਮੈਨੂੰ ਕਹਿੰਦੇ, ਹਾਲੇ ਇੰਨੀ ਗੱਲ ਹੋਈ ਤਾਂ ਗੁਰੂ ਜੀ ਬਾਹਰ ਆ ਗਏ ਤਾਂ ਦੇਖਦੇ, ਇਹਦਾ ਸਮਾਨ ਸਾਰਾ ਨੇ ਪੈਕ ਕਰਵਾ ਕੇ ਪਹਿਲਾਂ ਜਾਣ ਤੋਂ ਪਹਿਲਾਂ ਉਹ ਬੈੱਡ ਦੇ ਅੰਦਰ ਸਾਰਾ ਰੱਖਿਆ ਸੀ, ਅਲਮਾਰੀਆਂ 'ਚ ਪੂਰਾ ਲਿਫਾਫੇ ਨਾਲ, ਪੂਰਾ ਗੁਰੂ ਦੇ ਜੋੜੇ, ਗੁਰੂ ਜੀ ਦਾ ਚੋਲਾ, ਸਭ ਕੁਛ ਏਦਾਂ ਬੰਦ ਕਰਕੇ ਅੰਦਰ ਆ ਗਏ। ਮੈਂ ਉਸ ਟਾਈਮ ਦੇਖਿਆ, ਫਿਰ ਮੈਨੂੰ ਪਹਿਲਾਂ ਨਹੀਂ ਪਤਾ ਸੀ। ਤਾਂ ਗੁਰੂ ਜੀ ਏਦਾਂ ਕਰਦੇ ਕਰਦੇ ਇੰਨੇ ਨੂੰ ਮੇਰੀ ਭੈਣ ਵੀ ਆ ਗਈ, ਤਾਂ ਮੰਮੀ ਵੀ ਆ ਗਏ। ਜਿੱਦਾਂ ਹੀ ਮੰਮੀ ਇੱਥੇ ਆਏ ਤਾਂ ਉਹ ਭੈਣ ਮੇਰੀ, ਆਪਣੀ ਨਾ ਸਿਸਟਰ ਮੇਰੀ, ਉਹ ਆਪਣੀ ਜਿਹੜੀ ਅੰਗੇਜਮੈਂਟ ਦੀ ਅੰਗੂਠੀ ਸੀ ਉਹ ਵੀ ਤਾਂ ਖੋਲੇ ਕਰ ਛੱਡੀ ਆਈ। ਫਿਰ ਇੰਨਾ ਡਰ ਲੱਗਦਾ ਹੁੰਦਾ ਸੀ ਵੀ ਗੁਰੂ ਜੀ ਨੂੰ ਆਪਾਂ ਦੱਸਿਆ ਤਾਂ ਹੈ ਨਹੀਂ, ਵੀ ਗੁਰੂ ਜੀ ਵੀ ਕੀ ਕਰੂੰਗੇ ਹੁਣ ਜੇ ਗੁਰੂ ਜੀ ਨੂੰ ਦੱਸਿਆ ਤਾਂ ਨਾ। ਅੰਗੇਜਮੈਂਟ ਦੀ ਅੰਗੂਠੀ ਵੀ, ਮੈਂ ਕਿਹਾ ਵੀ ਜੈਨੀ ਨੂੰ ਮੈਂ ਫੋਨ ਕਰਤਾ, ਮੈਂ ਕਿਹਾ ਜੈਨੀ ਵੀ ਤੁਸੀਂ ਆ ਜਾਓ, ਵੀ ਗੁਰੂ ਜੀ ਆ ਗਏ। ਇਹ ਅੰਗੇਜਮੈਂਟ ਦੀ ਅੰਗੂਠੀ ਗਾਠੀ ਸਭ ਕੁਝ ਲਾ ਲੂ ਕੇ ਉੱਥੇ ਮੰਦਿਰ ਪਹੁੰਚ ਗਏ। ਜਿੱਦਾਂ ਹੀ ਮੰਦਿਰ ਹਾਲੇ ਆਏ ਆ ਤੇ ਉੱਥੇ ਗੁਰੂ ਜੀ ਦਾ ਮੰਦਿਰ ਤੁਸੀਂ ਐਂਟਰ ਹੁੰਦੇ ਆ ਤਾਂ ਗੁਰੂ ਜੀ ਨੂੰ ਪਤਾ ਲੱਗ ਜਾਂਦਾ। ਗੁਰੂ ਜੀ ਜਦੋਂ ਐਂਟਰ ਹੋਏ ਤਾਂ ਗੁਰੂ ਜੀ ਇੱਥੇ ਆ ਗਏ। ਤਾਂ ਗੁਰੂ ਜੀ ਨੇ ਤਾਂ ਨਹੀਂ ਮੱਥਾ ਟੇਕਿਆ ਤੇ ਇਹ ਹੱਥ ਏਦਾਂ ਕੰਬਦੇ ਸੀ ਮੇਰੀ ਭੈਣ ਦੇ, ਵੀ ਏਦਾਂ ਨਾ ਬੜਾ ਲੱਗ ਏਦਾਂ ਨੋਰਮਲ ਐ ਨਹੀਂ ਆਪਾਂ ਜਾ ਸਕਦੇ ਸੀ ਗੁਰੂ ਜੀ ਕੋਲ, ਕਿਉਂਕਿ ਕੁਛ ਵੀ ਜੋ ਵੀ ਮਰਜ਼ੀ ਸਮਝ ਲਓ ਵੀ ਇੰਨਾ ਡਰ ਲੱਗਦਾ ਹੁੰਦਾ ਸੀ ਇਹ ਕੰਬ ਰਹੀ ਹੈ। ਤਾਂ ਗੁਰੂ ਜੀ ਕਹਿੰਦੇ, ਗੁਰੂ ਜੀ ਕੋਈ ਗੱਲ ਕਰ ਲੈਣ, ਆਪਣੀ ਤਾਂ ਕੋਈ ਹਿੰਮਤ ਵੀ ਨਹੀਂ ਹੁੰਦੀ ਸੀ ਗੁਰੂ ਜੀ ਕੋਈ ਗੱਲ ਕਰਨ ਦੀ। ਤਾਂ ਗੁਰੂ ਜੀ ਏਦਾਂ ਮੇਰੀ ਭੈਣ ਨੂੰ ਏਦਾਂ ਮੋਢਾ ਮਾਰ ਕੇ ਕਹਿੰਦੇ, ਏਦਾਂ ਕੋਲ ਆ ਕੇ ਕਹਿੰਦੇ, ਮੋਟੋ ਵਿਆਹ ਕਰਾ ਲਿਆ? ਤਾਂ ਗੁਰੂ ਜੀ ਕਹਿੰਦੀ, ਗੁਰੂ ਜੀ ਨਹੀਂ, ਗੁਰੂ ਜੀ ਵਿਆਹ ਨਹੀਂ ਕੀਤਾ, ਇੰਗੇਜਮੈਂਟ ਹੋਈ ਹੈ। ਆਹੋ ਉਹ ਵਿਆਹ ਹੀ ਹੁੰਦਾ, ਹੋਰ ਕੀ ਹੁੰਦਾ ਹੈ? ਏਦਾਂ ਗੱਲ ਕਰਕੇ ਦੇਖੋ, ਗੁਰੂ ਜੀ ਨੇ ਅਸੀਂ ਦੱਸਿਆ ਵੀ ਨਹੀਂ ਹੈਗਾ, ਕੁਛ ਵੀ ਨਹੀਂ ਹੈ, ਉਹ ਤਾਂ ਗੁਰੂ ਜੀ ਨੂੰ ਬੈਠਿਆਂ ਨੂੰ ਪਤਾ ਲੱਗ ਗਿਆ। ਤਾਂ ਫਿਰ ਗੁਰੂ ਜੀ ਨੇ ਫਿਰ ਕੋਈ ਗੱਲ ਨਹੀਂ ਕੀਤੀ। ਫਿਰ ਮੈਨੂੰ ਕਹਿੰਦੇ ਵੀ ਨਾ ਚੱਲ ਕੰਜਰਾ ਵੀ ਇੱਧਰ, ਇਹ ਸ਼ਗਨ ਅੰਕਲ ਪੁੱਛਦੇ, ਸ਼ਗਨ ਤੋਂ ਪੁੱਛਦੇ ਇਹ ਕੌਣ ਆ? ਮੈਂ ਕਿਹਾ ਵੀ ਗੁਰੂ ਜੀ ਮੈਨੂੰ ਜਾਣਦੇ ਤਾਂ ਹੈ ਨਹੀਂ। ਤਾਂ ਸ਼ਗਨ ਅੰਕਲ ਕਹਿੰਦੇ ਗੁਰੂ ਜੀ ਇਹ ਬੌਬੀ ਹੈ। ਪਤਾ ਤਾਂ ਹੁੰਦਾ ਗੁਰੂ ਜੀ ਨੂੰ, ਲੇਕਿਨ ਫਿਰ ਵੀ ਗੁਰੂ ਜੀ ਪੁੱਛਦੇ ਰਹਿੰਦੇ ਨਾ। ਤਾਂ ਮੈਨੂੰ ਕਹਿੰਦੇ ਅੱਛਾ ਕੰਜਰਾ ਚੱਲ ਮੇਰੇ ਕਮਰੇ ਦਾ ਪੇਂਟ ਕਰਵਾ। ਜੋ ਪੇਂਟ ਵਾਲੇ ਫਿਰ ਆ ਗਿਆ ਸੀ ਇੱਕਦਮ ਬਾਹਰ। ਤਾਂ ਫਿਰ ਮੈਂ ਪੇਂਟ ਤੇ ਚਲੋ ਕੀ ਕਰਾਉਣਾ, ਮੈਂ ਚਾਦਰ ਚੂਦਰ ਜੀ ਵਿਛਾਈ ਉੱਪਰ ਬੈੱਡ ਦੇ ਉੱਪਰ। ਤਾਂ ਉਹਨੇ ਪੇਂਟ ਪੂੰਟ ਕਰਨਾ, 1 ਘੰਟੇ ਲਾਇਆ ਉਹਨੇ ਪੇਂਟ ਕਰਤਾ। ਇੱਧਰ ਕੁਝ ਸੰਗਤ ਆ ਗਈ, ਫਿਰ ਪ੍ਰਸ਼ਾਦ ਬਣਨਾ ਪਿਆ, ਸਭ ਕੁਛ ਹੋ ਗਿਆ। ਰਾਤ ਨੂੰ ਦੇ ਲਓ 12 ਵਜੇ ਦੀ ਗੱਲ ਹੈ। ਏਦਾਂ ਕਰਦੇ ਪੂਰਾ ਫਿਰ ਮੰਦਿਰ ਪੇਂਟ ਹੋਣਾ ਸ਼ੁਰੂ ਹੋ ਗਿਆ, ਸਭ ਕੁਝ ਰਾਤੋਂ ਰਾਤ ਉਹਨੇ ਸਾਰਾ ਪੇਂਟ ਵੀ ਕਰਤਾ, ਕਮਰੇ ਵੀ ਕਰਤੇ। ਉਸ ਟਾਈਮ ਮੈਂ ਪਹਿਲਾਂ ਗੁਰੂ ਜੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਗੁਰੂ ਜੀ ਸੌਂਦੇ ਨਹੀਂ ਹੈਗੇ। ਮੈਂ ਸੋਚਦਾ ਹੁੰਦਾ ਸੀ ਵੀ ਐਵੇਂ ਕਰਦੇ ਆ, ਵੀ ਚਲੋ ਠੀਕ ਹੈ, ਵੀ ਚਲੋ ਗੁਰੂ ਜੀ ਹੈ, ਜਿੰਨੇ ਵੀ ਹੈਗੇ ਆ, ਆਪਾਂ ਜਿੰਨਿਆਂ ਨੂੰ ਮਿਲਦੇ ਆ, ਸਭ ਕੁਛ ਕਰਦੇ ਆ, ਵੀ ਏਦਾਂ ਦੇ ਇਨਸਾਨ ਤਾਂ ਕੋਈ ਹੋ ਨਹੀਂ ਸਕਦਾ ਜਿਹੜਾ ਸੌਂਦਾ ਨਾ ਹੋਵੇ। ਹੁਣ ਜਦ ਤੱਕ ਆਪਾਂ ਦੇਖਦੇ ਨਹੀਂ ਆ ਸਾਨੂੰ ਪਤਾ ਨਹੀਂ ਲੱਗਦਾ। ਤਾਂ ਉਦੋਂ ਉਹ ਪਹਿਲਾ ਦਿਨ ਸੀਗਾ ਵੀ ਗੁਰੂ ਜੀ ਦਾ ਰਿਹਾ, ਤਾਂ ਗੁਰੂ ਜੀ ਸਾਰੀ ਰਾਤ ਸੁੱਤੇ ਨੇ। ਇੱਕ ਤਾਂ ਦਿੱਲੀ ਤੋਂ ਆਏ 12 ਵਜੇ ਤੱਕ, 12, 1, 2, 2, 2:30 ਵਜੇ ਗੁਰੂ ਜੀ ਲੰਮੇ ਪਏ ਆ। ਤਾਂ ਉਹ ਵੀ ਅਸੀਂ ਮੁੱਕੀ ਮਾਰਦੇ ਰਹੇ। ਤਾਂ ਮੁੱਕੀ ਮਾਰਦੇ ਤਾਂ ਬਸ ਗੁਰੂ ਜੀ 4 ਵਜੇ ਉੱਠ ਕੇ ਸੈਰ ਤੇ ਤੁਰ ਪਏ। ਤਾਂ ਸਾਰਾ ਦਿਨ ਫੇਰ ਗੁਰੂ ਜੀ ਨਹੀਂ ਸੌਂਦੇ ਹੈਗੇ ਨਾ, ਮਤਲਬ ਏਦਾਂ ਕਰਦੇ ਕਰਦੇ 10 ਕੁ ਦਿਨ ਤਾਂ ਏਦਾਂ ਹੋ ਗਏ। 10 ਕੁ ਦਿਨ ਨਾ ਤਾਂ ਗੁਰੂ ਜੀ ਜਿਹੜਾ ਮੰਦਿਰ ਜਿਹਦੀ ਡਿਊਟੀ ਲੱਗ ਜਾਂਦੀ ਸੀ, ਨਾ ਉਹ ਸੌਂ ਸਕਦਾ ਸੀ, ਨਾ ਕੁਛ ਕਰ ਸਕਦਾ ਸੀ। ਵੀ
ਮੈਂ ਹੁਣ ਗੁਰੂ ਜੀ ਆਪ ਨਾ ਸੌਂਦੇ ਸੀ, ਨਾ ਕਿਸੇ ਨੂੰ ਸੌਣ ਦਿੰਦੇ। 10 ਕੁ ਦਿਨ ਤਾਂ ਏਦਾਂ ਹੋਇਆ ਵੀ 10 ਕੁ ਦਿਨ ਤਾਂ ਅਸੀਂ ਗੁਰੂ ਜੀ ਕੋਲ ਏਦਾਂ ਰਹੇ, ਤਾਂ 10 ਕੁ ਦਿਨ ਤਾਂ ਏਦਾਂ ਲੰਘ ਗਏ, ਚਲੋ ਠੀਕ ਹੈ, ਕੋਈ ਨਹੀਂ। ਤਾਂ 10 ਕੁ ਦਿਨ ਦੇ ਬਾਅਦ ਤਾਂ ਸਾਡੀ ਏਦਾਂ ਦੀ ਕੰਡੀਸ਼ਨ ਹੋ ਗਈ ਵੀ ਜਦੋਂ ਅਸੀਂ ਖੜਦੇ ਹੁੰਦੇ ਸੀਗੇ, ਏਦਾਂ ਸਾਡੀਆਂ ਅੱਖਾਂ ਐ ਬੰਦ ਹੁੰਦੀਆਂ ਸੀਗੀਆਂ, ਤਾਂ ਅਸੀਂ ਐਂ ਡਿੱਗਣ ਨੂੰ ਕਰਦੇ ਹੁੰਦੇ ਸੀ। ਕਿਉਂ ਗੁਰੂ ਜੀ ਸੌਣੇ ਹੀ ਨਹੀਂ ਦਿੰਦੇ ਸੀ। ਪੂਰੀ ਰਾਤ 6 ਵਜੇ ਤੋਂ ਬਾਅਦ ਸੰਗਤ ਨੇ ਆ ਜਾਣਾ, 6 ਵਜੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਕੁ ਵਜੇ ਤੱਕ ਲੰਗਰ ਹੋਣਾ, ਫਿਰ 12, 1, 2 ਵਜੇ ਤੱਕ ਤਾਂ 10, 15 ਫੈਮਲੀਆਂ ਜਿਹੜੀਆਂ ਗੁਰੂ ਜੀ ਦੇ ਆਪਣੇ ਕਲੋਜ਼ ਜ਼ਿਆਦਾ ਹੁੰਦੀਆਂ ਸੀ, ਉਹੀ ਰੁਕਦੇ ਹੁੰਦੇ ਸੀ। 2 ਕੁ ਵਜੇ ਗੁਰੂ ਜੀ ਸਾਰਿਆਂ ਨੂੰ ਭੇਜ ਦਿੰਦੇ ਹੁੰਦੇ ਸੀ। 2 ਵਜੇ ਤੋਂ ਬਾਅਦ ਫਿਰ ਗੁਰੂ ਜੀ ਨੇ ਥੱਲੇ ਲੰਮੇ ਪੈ ਜਾਣਾ, ਲੰਮੇ ਪੈ ਕੇ ਅਸੀਂ ਗੁਰੂ ਜੀ ਨੇ ਤਾਂ ਮੁੱਕੀ ਮਾਰੀ ਜਾਣੀ ਸਾਰੀ ਰਾਤ। 2 ਘੰਟੇ ਗੁਰੂ ਜੀ ਲੰਮੇ ਪੈਂਦੇ ਵੀ ਗੁਰੂ ਜੀ ਕਦੀ ਸੁੱਤੇ ਹੀ ਨਹੀਂ ਸੀਗੇ ਪੂਰੇ। ਉਹ ਸੌਂਦੇ ਤਾਂ ਹੁੰਦੇ ਨਹੀਂ ਸੀਗੇ, ਉਹ ਮੁਨੀ ਏਦਾਂ ਕਰੀ ਜਾਣਾ, ਇਹ ਗੁਰੂ ਜੀ ਦਾ ਮੰਤਰ ਜਪ ਚੱਲਦਾ ਰਹਿੰਦਾ ਹੁੰਦਾ ਸੀ। ਜੇ ਉੱਥੇ ਇੱਕਦਮ ਪਿੰਨ ਡ੍ਰੌਪ ਸਾਇਲੈਂਸ, ਜਲੰਧਰ ਮੰਦਰ ਜਾ ਕੇ ਦੇਖੋ ਸੜਕ ਕਿੰਨੀ ਚੱਲਦੀ ਹੈ, ਇਵਨ 12, 1, 2 ਵਜੇ ਵੀ ਜਾ ਕੇ ਦੇਖੋ ਵੀ ਇੰਨੀ ਸੜਕ ਚੱਲਦੀ ਰਹਿੰਦੀ, ਕੋਈ ਨਾ ਕੋਈ ਆਏਗਾ। ਪਰ ਜਦੋਂ ਗੁਰੂ ਜੀ ਉੱਥੇ ਸੀਗੇ, ਉਹ ਸੜਕ ਇੱਕਦਮ ਟੋਟਲੀ ਬੰਦ ਹੋ ਜਾਂਦੀ ਸੀ, ਮਤਲਬ ਕਿ ਇੱਕਦਮ ਪਿੰਨ ਡ੍ਰੌਪ ਸਾਇਲੈਂਸ। ਜੇ ਆਪਾਂ ਪਿੰਨ ਵੀ ਸਿੱਟੀਏ ਤਾਂ ਉਹਦੀ ਆਵਾਜ਼ ਵੀ ਨਹੀਂ ਆਉਂਦੀ ਹੁੰਦੀ ਸੀ। ਤਾਂ ਗੁਰੂ ਜੀ ਇੱਥੇ ਏਦਾਂ ਲੰਮੇ ਪਏ ਤਾਂ ਏਦਾਂ ਲੰਮੇ ਪੈ ਜਾਣਾ, ਤਾਂ ਗੁਰੂ ਜੀ ਨੇ ਦੇਖੋ ਪੂਰੇ ਮੰਦਿਰ ਦੀਆਂ ਲਾਈਟਾਂ ਬੰਦ ਹੁੰਦੀਆਂ, ਸਭ ਕੁਝ ਹੁੰਦਾ ਸੀ। ਸਾਨੂੰ ਵੀ ਨਹੀਂ ਪਤਾ ਲੱਗਦਾ ਸੀ ਅੱਗੇ ਕੌਣ ਹੈਗਾ ਕੌਣ ਨਹੀਂ ਹੈਗਾ। ਤਾਂ ਗੁਰੂ ਜੀ ਨੇ ਇੱਕਦਮ ਪੂਰੇ 4 ਵਜੇ ਪੂਰੇ 4 ਵਜੇ, ਪਤਾ ਨਹੀਂ ਗੁਰੂ ਜੀ ਨੂੰ ਕਿੱਦਾਂ ਪਤਾ ਲੱਗਦਾ ਹੈ, ਗੁਰੂ ਜੀ ਨੇ ਉੱਠ ਕੇ ਆਪਣੀ ਗੱਦੀ ਤੇ ਬਹਿ ਜਾਣਾ ਜਾ ਕੇ। ਤਾਂ ਏਦਾਂ ਗੁਰੂ ਜੀ ਗੱਦੀ ਤੇ ਬੈਠੇ, ਜਿੱਦਾਂ ਗੁਰੂ ਜੀ ਗੱਦੀ ਤੇ ਬੈਠੇ ਤਾਂ ਅਸੀਂ ਮੈਂ ਗੁਰੂ ਜੀ ਫਟਾਫਟ ਗੁਰੂ ਜੀ ਦੇ ਜੋੜੇ ਲੈ ਕੇ ਆਣੇ, ਗੁਰੂ ਜੀ ਦੇ ਜੋੜੇ ਸ਼ੂ ਪਾ ਦੇਣੇ। ਬਸ ਗੁਰੂ ਜੀ ਨੇ ਜਿੱਦਾਂ ਹੀ ਸ਼ੂ ਪਾਏ ਤਾਂ ਗੁਰੂ ਜੀ ਨੇ ਵੇਟ ਤਾਂ ਸਾਡਾ ਕਰਨਾ ਨਹੀਂ ਹੈਗਾ, ਗੁਰੂ ਜੀ ਨੇ ਕਹਿਣਾ ਕੰਜਰ ਜਿਹਨੇ ਆਣਾ ਆ ਜਾਓ ਮੈਂ ਚੱਲਾਂ ਪਿੱਛੇ। ਅਸੀਂ ਉਦਾਂ ਹੀ ਬਾਹਰ ਨੂੰ ਭੱਜੀਦਾ ਸੀ। ਉਸ ਲਈ ਵੀ ਇਹ ਤਾਂ ਦਸੰਬਰ ਦਾ ਮਹੀਨਾ ਹੁੰਦਾ ਸੀ, ਤੁਹਾਨੂੰ ਪਤਾ ਜਲੰਧਰ ਠੰਡ ਕਿੰਨੀ ਹੁੰਦੀ ਹੈ ਦਸੰਬਰ ਜਨਵਰੀ। ਤਾਂ ਅਸੀਂ ਵੀ ਜਿੱਦਾਂ ਹੀ ਗੁਰੂ ਜੀ ਦੇ ਨਾਲ ਪਿੱਛੇ ਗੁਰੂ ਜੀ ਅੱਗੇ ਤੁਰਦੇ ਹੁੰਦੇ ਸੀ ਤਾਂ ਅਸੀਂ ਪਿੱਛੇ ਭੱਜਦੇ। ਗੁਰੂ ਜੀ ਸਪੀਡ ਬਹੁਤ ਜ਼ਿਆਦਾ ਹੁੰਦੀ ਸੀ। ਗੁਰੂ ਜੀ ਮਤਲਬ ਇੱਕਦਮ ਹੀ ਸਾਰੀ ਚੀਜ਼ਾਂ ਤੋਂ ਅਲੱਗ ਸੀਗੇ ਸਾਡੇ ਕੋਲ, ਮਤਲਬ ਕਿ ਸਾਡੇ ਵਿੱਚ ਜਿੱਦਾਂ ਆਪਾਂ ਇਨਸਾਨ ਦੇ ਰੂਪ ਵਿੱਚ ਗੁਰੂ ਜੀ ਨਹੀਂ ਸੀਗੇ। ਤਾਂ ਉਹ ਗੁਰੂ ਜੀ ਚੱਲਦੇ, ਗੁਰੂ ਜੀ ਹੁਣ ਦੇਖੋ ਉੱਥੋਂ ਜਲੰਧਰ ਮੰਦਿਰ ਤੋਂ ਲੈ ਕੇ ਪੂਰਾ ਕੈਂਟ ਦਾ 5-6 ਕਿਲੋਮੀਟਰ ਦਾ ਗੁਰੂ ਜੀ ਨੇ ਜਿੱਦਾਂ ਚੱਕਰ ਕੱਢ ਕੇ ਆਉਣਾ ਪੂਰਾ, ਪੈਦਲ ਚੱਲ ਕੇ। ਉਹ ਵੀ ਪਿੱਛੇ ਗੱਡੀ ਵੀ ਹੁੰਦੀ ਸੀ, ਪਰ ਗੁਰੂ ਜੀ ਗੱਡੀ 'ਚ ਬਹਿੰਦੇ ਨਹੀਂ ਹੁੰਦੇ ਸੀ, ਪੈਦਲ ਹੀ ਚੱਲਦੇ। ਤਾਂ ਸਾਡੇ ਕੋਲ ਜੇ ਚੱਪਲ ਮਿਲ ਗਈ ਤਾਂ ਆਪਾਂ ਚੱਪਲ ਪਾ ਲੈਣੀ, ਜੇ ਸ਼ੂ ਮਿਲ ਗਏ ਤਾਂ ਆਪਾਂ ਫਟਾਫਟ ਸ਼ੂ ਪਾ ਕੇ ਗੁਰੂ ਜੀ ਦੇ ਪਿੱਛੇ ਪਿੱਛੇ ਭੱਜਣਾ। ਜਦੋਂ ਮੰਦਿਰ ਆਣਾ, ਮੰਦਿਰ ਗੁਰੂ ਜੀ ਦੇ ਨਾਲ ਹੀ ਗਏ, ਅਸੀਂ ਨਾਲੇ ਆਏ ਆ। ਗੁਰੂ ਜੀ ਦੇ ਜੋੜੇ ਵੀ ਅਸੀਂ ਗੁਰੂ ਜੀ ਨੂੰ ਅਸੀਂ ਆਪਣੇ ਹੱਥ ਨਾਲ ਗੁਰੂ ਜੀ ਨੇ ਜੋੜੇ ਪਵਾਏ ਆ, ਉਹੀ ਗੁਰੂ ਜੀ ਜੋੜੇ ਪਾ ਕੇ ਗੁਰੂ ਜੀ ਜਦੋਂ ਮੰਦਿਰ, ਔਰ ਜਿਹੜਾ ਮੰਦਿਰ 'ਚ ਰਹਿ ਜਾਂਦਾ ਸੀ ਉਹ ਕੀ ਕਰਦਾ ਸੀ, ਉਹ ਮੰਦਿਰ ਝਾੜੂ ਲਾਉਂਦਾ ਸੀ ਫਟਾਫਟ ਨਾ। ਜਿੱਦਾਂ ਹੀ ਰਾਤ ਗੁਰੂ ਜੀ ਗਏ ਉਹਦੇ ਬਾਅਦ ਫਿਰ ਉਹਨੇ ਝਾੜੂ ਲਾ ਦੇਣਾ। ਉਹ ਕਾਰਪੇਟ ਇਦਾਂ ਦਾ ਹੁੰਦਾ ਸੀ ਵੀ ਜਿੱਦਾਂ ਸਾਨੂੰ ਹਾਲੇ ਵੀ ਸ਼ਾਇਦ ਉਹੀ ਹੈ ਉੱਥੇ ਮੰਦਿਰ, ਕਾਰਪੇਟ ਰੈੱਡ ਕਲਰ ਕਾਰਪੇਟ ਹੈ। ਸਾਈਡ ਤਾਂ ਜਦੋਂ ਝਾੜੂ ਲਾਉਂਦੇ ਆ ਉਹ ਲਾਈਟ ਕਲਰ ਹੋ ਜਾਂਦਾ, ਦੂਜੀ ਸਾਈਡ ਨੂੰ ਲਾਉਂਦੇ ਆ ਤਾਂ ਡਾਰਕ ਕਲਰ ਹੋ ਜਾਂਦਾ। ਉਹ ਜਦੋਂ ਉਹਦਾ ਬਾਹਰ ਨੂੰ ਝਾੜੂ ਲਾਉਂਦੇ ਹੁੰਦੇ ਸੀ ਤਾਂ ਉਹ ਡਾਰਕ ਕਲਰ ਹੋ ਜਾਂਦਾ ਸੀ। ਤਾਂ ਗੁਰੂ ਜੀ ਜਦੋਂ ਏਦਾਂ ਆਏ, ਗੁਰੂ ਜੀ ਨੇ ਵੇਟ ਤਾਂ ਕਰਨੀ ਨਹੀਂ, ਉਹਦਾ ਗੇਟ ਖੋਲਿਆ, ਗੁਰੂ ਜੀ ਸਿੱਧੇ ਜਾ ਕੇ ਆਪਣੀ ਗੱਦੀ ਤੇ ਬਹਿਣਾ। ਗੁਰੂ ਜੀ ਨੂੰ ਜੋੜੇ ਵੀ ਨਹੀਂ ਲਾਣੇ ਹੈਗੇ ਆਪਣੇ। ਉਹ ਜਦੋਂ ਗੁਰੂ ਜੀ ਏਦਾਂ ਜਾਂਦੇ ਸੀ, ਸਾਡਾ ਜਿਵੇਂ ਅਸੀਂ ਪੈਰ ਵੀ ਰੱਖਦੇ ਸੀ, ਉਹ ਪੈਰ ਪੂਰਾ ਨਿਸ਼ਾਨ ਪੈ ਜਾਂਦਾ। ਪਰ ਗੁਰੂ ਜੀ ਕਹਿੰਦੇ ਗੁਰੂ ਜੀ ਦੇ ਨਿਸ਼ਾਨ ਵੀ ਨਹੀਂ ਪੈਂਦੇ ਸੀ। ਉਹ ਜਦੋਂ ਕਈ ਵਾਰ ਮੈਂ ਇੱਦਾਂ ਗੁਰੂ ਜੀ ਦੇ ਪਿੱਛੇ ਪਿੱਛੇ ਜਾਣਾ, ਗੁਰੂ ਜੀ ਦੇਖਣਾ ਵੀ ਗੁਰੂ ਜੀ ਦੇ ਨਿਸ਼ਾਨ ਵੀ ਨਹੀਂ ਪੈ ਰਹੇ। ਜਿੱਦਾਂ ਬੰਦਾ ਥੋੜਾ ਜਿਹਾ ਸੋਚਦਾ ਵੀ ਹੁੰਦਾ ਨਾ ਵੀ ਗੁਰੂ ਜੀ ਦੇ ਨਿਸ਼ਾਨ ਕਿਉਂ ਨਹੀਂ ਪਏ ਕਿਦਾਂ, ਗੁਰੂ ਜੀ ਨੇ ਏਦਾਂ ਦਾ ਕਰ ਦੇਣਾ, ਜਾਂ ਕੋਈ ਝਟਕਾ ਮਾਰ ਦੇਣਾ ਜਾਂ ਕੁਛ ਕਰ ਦੇਣਾ। ਉਹ ਉਸ ਚੀਜ਼ ਤੋਂ ਦਿਮਾਗ ਹੀ ਡਾਇਵਰਟ ਹੋ ਜਾਂਦਾ ਸੀਗਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤਾਂ ਜਿੱਦਾਂ ਗੁਰੂ ਜੀ ਕੋਲ ਗਏ, ਗੁਰੂ ਜੀ ਗੱਦੀ ਤੇ ਬੈਠੇ, ਗੁਰੂ ਜੀ ਦਾ ਆਪਾਂ ਜੋੜੇ ਵੀ ਆਪਣੇ ਹੱਥ ਨਾਲ ਖੋਲਣੇ ਆ। ਜਿੱਦਾਂ ਗੁਰੂ ਜੀ ਦੇ ਜੋੜੇ ਖੋਲਣੇ ਤਾਂ ਮੈਂ ਥੱਲੇ ਹੱਥ ਲੱਗ ਜਾਣਾ, ਮਿੱਟੀ ਦੇ ਕਣ ਤੱਕ ਨਹੀਂ ਹੁੰਦਾ ਸੀ। ਈਵਨ ਦੈਨ ਕਿ ਸਾਡੇ ਜਿਹੜੀ ਚੱਪਲਾਂ ਹੁੰਦੀਆਂ ਸੀ ਉਹ ਮਿੱਟੀ ਨਾਲ ਭਰ ਜਾਂਦੀਆਂ ਸੀ, ਕਿਉਂਕਿ ਫੌਗ ਪਈ ਹੁੰਦੀ ਸੀ ਬਾਹਰ। ਫਿਰ ਵੀ ਨਹੀਂ ਮਾਰੀ ਤੁਸੀਂ ਸੜਕ 'ਤੇ ਚਲੋ, ਫਿਰ ਵੀ ਤੁਹਾਡੀ ਪੈਰਾਂ ਨੂੰ ਲੱਗਣੀ। ਤਾਂ ਉਹ ਮਿੱਟੀ ਵੀ ਲੱਗ ਜਾਂਦੀ ਸੀ। ਤਾਂ ਫਿਰ ਗੁਰੂ ਜੀ ਕੋ ਜਿੱਦਾਂ ਹੀ ਗੁਰੂ ਜੀ ਦਾ ਜੋੜੇ ਖੋਲੇ, ਉਹ 'ਚੋਂ ਫ੍ਰੈਗਨੈਂਸ ਆਉਣੀ। ਹੁਣ ਮੰਦਿਰ ਦਾ ਮੈਂ ਇੱਕ ਇੱਕ ਕੋਨਾ ਮੈਂ ਮੇਰੇ ਮਤਲਬ ਜਿੱਦਾਂ ਵੀ ਸੀਗਾ ਸਾਡੇ ਮਤਲਬ ਚੈੱਕ ਕੀਤਾ ਸਭ ਕੁਛ। ਗੁਰੂ ਜੀ ਕੋ ਕੋਈ ਫ੍ਰੈਗਨੈਂਸ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦੀ ਸੀ। ਪਰ ਜਿੱਦਾਂ ਹੀ ਗੁਰੂ ਜੀ ਦੇ ਜੋੜੇ ਖੋਲ੍ਹੇ, ਉਹ 'ਚੋਂ ਫ੍ਰੈਗਨੈਂਸ ਨਿਕਲਣੀ। ਹੁਣ ਸਾਡੇ ਨਾਲ ਹੀ ਗੁਰੂ ਜੀ ਗਏ ਆ, ਸਾਡੇ ਨਾਲ ਹੀ ਗੁਰੂ ਜੀ ਅੰਦਰ ਆਏ ਆ, ਨਹੀਂ ਤਾਂ ਕੁਛ ਵੀ ਮਤਲਬ ਮੈਂ ਸੋਚ ਦਿਮਾਗ 'ਚ ਆਪਣਾ ਹੁੰਦਾ ਹੀ ਹੈ ਵੀ ਆਪਾਂ ਸਹੀ ਘੱਟ ਸੋਚਦੇ ਹਾਂ, ਗਲਤ ਜ਼ਿਆਦਾ ਸੋਚਦੇ ਹਾਂ। ਉਹ ਜੋੜਿਆਂ ਵਿੱਚੋਂ ਫ੍ਰੈਗਨੈਂਸ ਆਣੀ। ਤਾਂ ਫਿਰ ਜਿੱਦਾਂ ਆਪਾਂ ਜੋੜੇ ਖੋਲ ਕੇ ਰੱਖਣੇ, ਉਹ 'ਚੋਂ ਉਹ ਜਲੰਧਰ ਵੀ ਹਾਲੇ ਜੋੜੇ ਉਹ ਪਏ ਆ ਜਿਹੜੇ ਗੁਰੂ ਜੀ ਪਾਉਂਦੇ ਹੁੰਦੇ ਸੀ ਸੈਰ ਤੇ ਜਾਣ। ਤਾਂ ਜਿੱਦਾਂ ਹੀ ਉਹ ਖੋਲ ਕੇ ਰੱਖਣੇ ਤਾਂ ਅਸੀਂ ਤਾਂ ਫਿਰ ਗੁਰੂ ਜੀ ਦੇ ਚਰਨ ਅਸੀਂ ਲੈ ਕੇ ਤਾਂ ਫਿਰ ਪਾਣੀ ਲੈ ਕੇ ਪਾਣੀ ਵਿੱਚੋਂ ਗੁਰੂ ਜੀ ਧੋ ਦੇਣੇ, ਮਤਲਬ ਸਾਫ਼ ਕਰ ਦੇਣੇ। ਫਿਰ ਕੱਪੜੇ ਨਾਲ ਸਾਫ਼ ਕਰਕੇ ਫਿਰ ਗੁਰੂ ਜੀ ਦੇ ਪੈਰ ਉੱਥੇ ਰੱਖਦੇ। ਫਿਰ ਅਸੀਂ ਉਹ ਜਿਹੜਾ ਪਾਣੀ ਹੁੰਦਾ ਸੀ ਉਹ ਵੀ ਅਸੀਂ ਪੀ ਜਾਈਦਾ ਹੁੰਦਾ ਸੀ।
ਮਤਲਬ ਏਦਾਂ ਵੇਸਟ ਨਹੀਂ ਕਰੀ ਜਾਂਦੇ, ਜੇ ਗਲਾਸ ਜਿੰਨੇ 5-6 ਉਹ ਫਟਾਫਟ ਪੀ ਜਾਣਾ। ਤੇ ਗੁਰੂ ਜੀ ਦਾ ਪ੍ਰਸ਼ਾਦ ਵੀ ਬਣਦੇ ਹੁੰਦੇ ਸੀ ਆਪਣੇ, ਜਦੋਂ ਹੱਥ ਏਦਾਂ ਵਿੱਚ ਪ੍ਰਸ਼ਾਦ ਦੇ ਕੇ ਤੇ ਆਪਾਂ ਜਲ ਪ੍ਰਸ਼ਾਦ ਲਈਦਾ, ਜਲ ਲਈਦਾ ਹੁੰਦਾ ਸੀ, ਉਹ ਵਿੱਚ ਨਿੰਬੂ ਪਾਇਆ ਹੁੰਦਾ ਸੀ, ਤਾਂ ਫਿਰ ਗੁਰੂ ਜੀ ਨੇ ਆਪਣਾ ਹੱਥ ਪਾ ਕੇ ਏਦਾਂ ਰੱਖਣਾ, ਤਾਂ ਉਹ ਚੋਂ ਵੀ ਫ੍ਰੈਗਨੈਂਸ ਆਉਂਦੀ ਹੁੰਦੀ। ਉਹ ਜੋ ਪਾਣੀ ਹੁੰਦਾ ਸੀ ਜਦੋਂ ਅਸੀਂ ਪੀ ਲੈਂਦੇ ਸੀਗੇ, ਸਾਡੇ ਅੰਦਰ ਤੱਕ ਫ੍ਰੈਗਨੈਂਸ ਆਉਂਦੀ ਹੁੰਦੀ, ਸਾਨੂੰ ਫੀਲ ਹੁੰਦਾ ਸੀ ਕਿ ਕੁਛ ਨਾ ਕੁਛ ਅੰਦਰ ਜਾ ਰਿਹਾ। ਮਤਲਬ ਏਦਾਂ, ਮਤਲਬ ਉਹ ਚੀਜ਼ ਅੰਮ੍ਰਿਤ ਜਿਹੜਾ ਨਾ ਗੁਰੂ ਜੀ ਦੇ, ਗੁਰੂ ਜੀ ਨੇ ਹਰ ਚੀਜ਼ ਵਿੱਚ ਅੰਮ੍ਰਿਤ ਬਣਾਇਆ ਸੀ, ਸਾਨੂੰ ਹੀ ਨਹੀਂ ਪਤਾ ਲੱਗਦਾ ਸੀ ਉਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤਾਂ ਫਿਰ ਇਹਨਾਂ ਕਰਦੇ ਕਰਦੇ ਵੀ ਗੁਰੂ ਜੀ, ਤੁਹਾਨੂੰ ਮੈਂ ਦੱਸਾਂ ਵੀ ਇੱਕ ਮੈਂ ਤੁਹਾਨੂੰ ਦੱਸਦਾ ਹੋਰ ਵੀ ਇਹਦੇ ਵਿੱਚ ਗੁਰੂ ਜੀ ਵੀ ਕਲਿਆਣ ਕਿੱਦਾਂ ਕਰਦੇ ਹੁੰਦੇ ਸੀ। ਵੀ ਜਦੋਂ ਆਪਾਂ ਗੁਰੂ ਜੀ ਕੋਲ ਸੀਗੇ ਤਾਂ ਇੱਕ ਦਿਨ ਕੀ ਹੋਇਆ, ਇੱਕ ਦਿਨ ਮੈਂ ਤੁਹਾਨੂੰ ਦੱਸਣਾ ਵੀ ਉੱਥੇ ਕੀ ਹੋਇਆ ਮੰਦਿਰ ਵਿੱਚ, ਜਦੋਂ ਆਪਾਂ ਮੰਦਿਰ ਗੁਰੂ ਜੀ ਕੋਲ ਰਹਿੰਦੇ ਹਾਂ ਨਾ, ਸਾਡੇ ਵਿੱਚ ਈਗੋ ਆ ਜਾਂਦੀ ਆ, ਘਮੰਡ ਆ ਜਾਂਦਾ। ਆਪਾਂ ਸੇਵਾ ਵੀ ਕਰਦੇ ਹਾਂ, ਸਾਡੇ ਵਿੱਚ ਘਮੰਡ ਆ ਜਾਂਦਾ ਵੀ ਮੈਂ ਸੇਵਾਦਾਰ ਹਾਂ ਤੇ ਮੇਰੇ ਬਿਨਾਂ ਕੁਝ ਨਹੀਂ ਹੋ ਸਕਦਾ, ਵੀ ਮੈਂ ਸਭ ਕੁਝ ਹਾਂ। ਜਦੋਂ ਆਪਾਂ ਕਰਦੇ ਹਾਂ ਸਾਡੇ ਵਿੱਚ ਆਈ ਜਾਂਦੀ ਹੈ ਇਹ ਗੱਲ, ਹੋਈ ਜਾਂਦੀ ਹੈ। ਜਿਹੜਾ ਘਮੰਡ ਮੰਨ ਲਓ ਜਾਂ ਕੁਛ ਮੰਨ ਲਓ ਵੀ, ਕਿ ਗੁਰੂ ਜੀ ਉਸ ਵੇਲੇ ਸੌਣ ਨਹੀਂ ਦਿੰਦੇ ਸੀ, ਸਾਨੂੰ ਚਾਹੀਦੀ ਸੀ ਨੀਂਦ। ਗੁਰੂ ਜੀ ਕਿਤੇ ਮਿਹਨਤ ਲੱਗਦਾ ਹੁੰਦਾ, ਗੁਰੂ ਜੀ ਜਾਂ ਦਿੱਲੀ ਚਲ ਜਾਣ, 2 ਦਿਨ ਬਾਅਦ ਆ ਜਾਣ, ਚਲੋ 2 ਦਿਨ ਹੀ ਸੌਂ ਲਈਏ ਕਮ ਸੇ ਕਮ। ਗੁਰੂ ਜੀ ਕਿੱਥੇ ਜਾਂਦੇ ਸੀ, ਨਾ ਤਾਂ ਜਾਂਦੇ ਸੀ ਨਾ ਕਿਸੇ ਨੂੰ ਜਾਣ ਦਿੰਦੇ ਸੀ ਕਿਤੇ ਵੀ। ਤਾਂ ਇੱਕ ਦਿਨ ਏਦਾਂ ਗੁਰੂ ਜੀ ਮੇਰੇ ਕੋਲ ਕਮਰੇ 'ਚ ਆਏ, ਤਾਂ ਮੈਂ ਕਿਚਨ ਵਿੱਚ ਭਾਂਡੇ ਮਾਂਜਦਾ ਸੀ, ਰਾਤ ਦੇ 2 ਵੱਜਣ ਲੱਗੇ ਸੀ, 2 ਵਜੇ, ਕਿਉਂਕਿ 2 ਵਜੇ ਦਾ ਟਾਈਮ ਹੁੰਦਾ ਸੀ, ਗੁਰੂ ਜੀ ਉਹਨਾਂ ਨੂੰ ਸਾਰਿਆਂ ਨੂੰ ਭੇਜ ਦਿੰਦੇ ਹੁੰਦੇ ਸੀ। ਜਿੱਦਾਂ ਹੀ ਮੈਂ ਤੇ 2 ਵਜੇ ਇੱਥੇ ਆਇਆ, ਤਾਂ ਗੁਰੂ ਜੀ ਮੇਰੇ ਕੋਲ ਆਏ, ਦੇਖੋ ਗੁਰੂ ਜੀ ਆਪ ਆਉਂਦੇ ਸੀ, ਆਉਂਦੇ ਕਹਿੰਦੇ, ਗੁਰੂ ਜੀ ਕਹਿੰਦੇ, ਕੰਜਰਾ ਤੂੰ ਮੇਰੇ ਕੋਲ ਆਉਣਾ ਜਾਂ ਇੱਥੇ ਰੁਕਣਾ। ਮੈਂ ਉਦੋਂ ਥੋੜਾ ਮਨ 'ਚ ਗਿਆ, ਮੈਂ ਕਿਹਾ ਗੁਰੂ ਜੀ ਇੱਥੇ, ਮਤਲਬ ਇੱਥੇ ਹੀ ਠੀਕ ਹੈ ਨਾ, ਕਿਉਂ ਨੀਂਦ ਆ ਰਹੀ ਸੀ ਮੈਨੂੰ ਪੂਰੀ ਤਰ੍ਹਾਂ ਨਾ। ਤਾਂ ਗੁਰੂ ਜੀ ਕਹਿੰਦੇ ਟਲਦਾ ਕੰਜਰ, ਟਲਦਾ ਕੰਮ ਤੋਂ ਟਲਦਾ। ਗੁਰੂ ਜੀ ਦਾ ਮਜ਼ਾਕ ਵੀ ਬਹੁਤ ਕਰਦੇ। ਚਲੋ ਮੈਂ ਕਿਹਾ ਠੀਕ ਹੈ। ਮੈਂ ਹਲੇ ਗੁਰੂ ਜੀ ਜਾ ਕੇ, ਜਿੱਦਾਂ ਗੁਰੂ ਜੀ ਚਾਦਰ, ਜਿੱਥੇ ਗੁਰੂ ਜੀ ਕਦੀ ਬੈੱਡ ਤੇ ਨਹੀਂ ਪੈਂਦੇ ਸੀ, ਗੁਰੂ ਜੀ ਜਿੱਥੇ ਗੁਰੂ ਜੀ ਜਲੰਧਰ ਗੱਦੀ ਉਹਦੇ ਸਾਹਮਣੇ ਗੁਰੂ ਜੀ ਥੱਲੇ ਚਾਦਰ ਵਿਛਾ ਕੇ, ਇੱਕ ਪਤਲੀ ਚਾਦਰ, ਇੱਕ ਸਰਾਣਾ ਲੈ ਕੇ, ਸ਼ਾਰਟਸ ਪਾ ਕੇ, ਬਨੈਣ ਪਾ ਕੇ ਏਦਾਂ ਪੈ ਜਾਣਾ। ਜਿੱਦੇ ਗੁਰੂ ਜੀ ਪਏ ਸੀ, ਮਤਲਬ ਇੰਨੇ ਫਾਸਟ ਕੰਮ ਕਰੀਦਾ, ਵਿਦਿਨ 5 ਮਿੰਟਾਂ ਦੇ ਅੰਦਰ ਸਾਰੇ ਭਾਂਡੇ ਮਾਂਜ ਕੇ, ਸਭ ਕੁਝ ਸਾਫ਼ ਕਰਕੇ, ਕਲੀਨ ਕਰਕੇ ਵੈਸੇ ਹੀ ਰੱਖ ਦਿੱਤਾ, ਕਿਉਂਕਿ ਪਿਨ ਡ੍ਰੌਪ ਸਾਇਲੈਂਸ ਆਉਣੀ ਚਾਹੀਦੀ ਸੀ। ਹਾਲੇ ਇੰਨਾ ਹੀ ਹੋਇਆ ਤਾਂ ਮੈਂ ਕੀ ਕੀਤਾ, ਮੈਂ ਏਦਾਂ ਕਰਕੇ, ਤਾਂ ਮੈਂ ਕੀ ਕੀਤਾ ਜਾ ਕੇ, ਕੀ ਕਹਿੰਦੇ ਵੀ ਜਿੱਦਾਂ ਵੀ ਕਰਕੇ, ਤਾਂ ਉੱਥੇ ਤਾਂ ਮੈਂ ਕੀ ਕੀਤਾ ਵੀ ਮੈਂ ਫਟਾਫਟ ਰਜਾਈ ਲਈ, ਰਜਾਈ ਲੈ ਕੇ ਮੈਂ ਲੰਮਾ ਪੈ ਗਿਆ। ਉੱਧਰ ਮੌਂਟੀ ਤਾਂ ਸ਼ਬੀਲਾ ਗੁਰੂ ਜੀ ਦਾ ਮੁੱਕੀ ਮਾਰ ਰਿਹਾ ਸੀ। ਹੁਣ ਗੁਰੂ ਜੀ ਤੇ ਜਿਹਦੀ ਕਲਾਸ ਲੈਣੀ ਉਹਦੀ ਲੈਣੀ ਆ, ਜਿੱਦਾਂ ਜਿੱਦਾਂ ਗੁਰੂ ਜੀ ਨੇ ਪੁੱਛਿਆ ਵੀ ਸੀਗਾ, ਜੇ ਮੈਂ ਕਹਿੰਦਾ ਵੀ ਗੁਰੂ ਜੀ ਜਿੱਦਾਂ ਤੁਸੀਂ ਆਗਿਆ ਕਰੋ, ਮੈਂ ਉਹ ਵੀ ਨਹੀਂ ਕਿਹਾ, ਮੈਂ ਕਿਹਾ ਗੁਰੂ ਜੀ ਇੱਥੇ ਠੀਕ ਹੈ। ਮਤਲਬ ਘਮੰਡ ਆ ਜਾਂਦਾ ਨਾ ਬੰਦੇ ਨੂੰ, ਮੈਂ ਵੀ ਏਦਾਂ ਆਰਾਮ ਕਰ ਲਵਾਂ ਜਾਂ ਕੁਛ ਕਰ ਲਵਾਂ ਨਾ। ਤਾਂ ਇੰਨਾ ਹੋਇਆ, ਤਾਂ ਉਹਦੇ ਬਾਅਦ ਕੀ ਹੋਇਆ ਕਿ ਗੁਰੂ ਜੀ ਮੈਨੂੰ ਕਹਿੰਦੇ, ਥੋੜੀ ਦੇਰ ਬਾਅਦ ਮਤਲਬ ਕਿ ਜਿੱਦਾਂ ਮੈਂ ਲੰਮਾ ਪਿਆ, ਜਿੱਦਾਂ ਲੰਮੇ ਪੈਂਦੇ ਸਾਨੂੰ ਨੀਂਦ ਆ ਜਾਂਦੀ ਸੀ। ਮਤਲਬ ਨੀਂਦ ਵੀ ਏਦਾਂ ਵੀ ਜਿੱਦਾਂ ਸਾਨੂੰ ਕੋਈ ਟੱਚ ਨਾ ਕਰੇ, ਵੀ ਸਾਨੂੰ 2 ਦਿਨ 3 ਦਿਨ ਉੱਠੀਏ ਨਾ। ਤਾਂ ਜਿੱਦਾਂ ਪਿਆ ਤਾਂ ਮੈਨੂੰ ਨੀਂਦ ਆ ਗਈ। ਤਾਂ ਉਹ ਥੋੜੀ 10 ਮਿੰਟ ਹਲੇ ਲੰਮਾ ਹੀ ਪਿਆ ਸੀਗਾ, 10 ਮਿੰਟ ਬਾਅਦ ਕਿਸੇ ਨੇ ਬਾਹਰੋਂ ਗੇਟ ਨੌਕ ਕਰਤਾ। 2-2:30 ਵਜੇ ਦੇ ਆਸ-ਪਾਸ ਦੀ ਗੱਲ ਹੈ, ਤਾਂ ਕਿਸੇ ਨੇ ਨੌਕ ਕਰਤਾ। ਮੈਨੂੰ ਸੁਣ ਗਈ ਆਵਾਜ਼, ਤਾਂ ਸੁਣ ਗਈ, ਤਾਂ ਮੈਂ ਕਿਹਾ ਚਲੋ ਉਦੋਂ ਮੌਂਟੀ ਨੇ ਬੈਠੇ, ਗੁਰੂ ਜੀ ਨੂੰ ਭੇਜੂਗੇ। ਮੈਂ ਸੁੱਤਾ, ਮੈਂ ਮਚਲ ਹੋ ਗਿਆ ਆਰਾਮ ਨਾਲ, ਫਿਰ ਲੰਮਾ ਪੈ ਗਿਆ। ਤਾਂ ਗੁਰੂ ਜੀ ਹੁਣ ਜਿਹਦੀ ਗੁਰੂ ਜੀ ਨੇ ਕਲਾਸ ਲੈਣੀ ਉਹਦੀ ਲੈਣੀ ਆ। ਗੁਰੂ ਜੀ ਕਹਿੰਦੇ ਉਹ ਕੰਜਰ ਉੱਥੇ ਲੰਮਾ ਪਿਆ, ਉਹਨੂੰ ਬੁਲਾ ਕੇ ਲਿਆਓ, ਉਹਨੂੰ ਬੁਲਾ ਕੇ ਲਿਆਓ। ਤਾਂ ਮੌਂਟੀ ਕਹਿੰਦਾ ਬੋਵੀ ਗੁਰੂ ਜੀ ਬੁਲਾ ਰਹੇ। ਮੈਂ ਕਿਹਾ ਯਾਰ ਤੂੰ ਜਾਇਆ, ਤਾਂ ਕਹਿੰਦਾ ਨਹੀਂ ਬੋਵੀ ਤੈਨੂੰ ਬੁਲਾ ਰਹੇ, ਉੱਠ ਜਾ, ਆ ਜਾ। ਗੁਰੂ ਜੀ ਕੋ ਗਏ, ਗੁਰੂ ਜੀ ਜਾ ਕੇ ਏਦਾਂ ਰਾਤ ਨੂੰ ਗੁਰੂ ਜੀ ਏਦਾਂ ਬੈਠੇ ਸੀ, ਮੈਂ ਗੁਰੂ ਜੀ ਦਾ ਮੱਥਾ ਟੇਕਿਆ। ਜਦੋਂ ਨੀਂਦ ਬਹੁਤ ਆ ਰਹੀ ਸੀ, ਕੀ ਕਰੇ ਬੰਦਾ। ਇੱਕ ਤਾਂ ਮੈਨੂੰ ਬਾਹਰ ਗੁੱਸਾ ਚੜ ਰਿਹਾ ਬੰਦੇ ਨੂੰ ਵੀ ਕਿਉਂ 2-2:30 ਵਜੇ ਦਾ ਟਾਈਮ, ਕੋਈ ਗੁਰੂ ਜੀ ਨੂੰ ਮਿਲਣ ਦਾ ਥੋੜਾ ਟਾਈਮ ਹੈਗਾ। ਤਾਂ ਮੈਂ ਮੱਥਾ ਟੇਕਿਆ, ਤਾਂ ਗੁਰੂ ਜੀ ਕਹਿੰਦੇ ਅੱਛਾ ਬੋਵੀ ਏਦਾਂ ਕਰ, ਬਾਹਰ ਕੋਈ ਆਇਆ। ਮੈਂ ਕਿਹਾ ਹਾਂਜੀ ਗੁਰੂ ਜੀ ਲੱਗਦਾ ਕੋਈ ਆਇਆ। ਤਾਂ ਕਹਿੰਦੇ ਅੱਛਾ ਕਰ, ਤੂੰ ਪੌੜੀ ਦੇ ਉੱਪਰ ਚੜ ਦੇਖਿਆ ਕੌਣ ਆਇਆ। ਮੌਂਟੀ ਤੂੰ ਨਾਲ ਜਾ, ਦੇਖ ਕੀ ਕਰਦਾ ਹੈ। ਮੈਂ ਗਿਆ ਜਿੱਦਾਂ ਗੁਰੂ ਜੀ ਕਹਿੰਦੇ, ਮੈਂ ਕਰਦਾ ਗਿਆ ਜਾ ਕੇ। ਮੈਂ ਉੱਪਰ ਜਾ ਕੇ ਤਾਂ ਦੇਖਿਆ, ਤਾਂ ਉੱਥੇ ਇੱਕ ਅੰਕਲ ਸੀਗੇ, ਉਹ ਗੇਟ ਦੇ ਕੋਲ ਖੜੇ ਸੀਗੇ। ਤਾਂ ਗੱਡੀ ਖੜੀ ਸੀ ਨਾਲ, ਗੱਡੀ ਵਿੱਚ ਇੱਕ ਮਤਲਬ ਸ਼ੀਸ਼ੇ ਵਿੱਚ ਦਿਖ ਰਿਹਾ ਸੀ ਜਿੱਦਾਂ ਇੱਕ ਆਂਟੀ ਬੈਠੇ ਤੇ ਇੱਕ ਅੰਕਲ ਬੈਠੇ ਨਾਲ। ਤਾਂ ਬਸ ਇੰਨੀ ਚੀਜ਼ ਮੈਂ ਦੇਖੀ, ਤਾਂ ਮੈਂ ਆਇਆ, ਤਾਂ ਮੈਂ ਆ ਕੇ ਵਾਪਸ ਬਹਿ ਗਿਆ ਉੱਥੇ, ਵੀ ਥੱਲੇ ਆ ਗਿਆ। ਤਾਂ ਫਿਰ ਮੈਂ ਗੁਰੂ ਜੀ ਨੂੰ ਆ ਕੇ ਦੱਸਿਆ, ਮੈਂ ਕਿਹਾ ਗੁਰੂ ਜੀ ਲੱਗਦਾ ਗੁਰੂ ਜੀ ਇੱਕ ਬੰਦਾ ਉੱਥੇ ਹੈਗਾ ਬਾਹਰ ਗੇਟ ਦੇ ਮੂਹਰੇ ਖੜਾ, ਤਾਂ ਇੱਕ ਗੱਡੀ 'ਚ ਆਂਟੀ ਵੀ ਲੱਗਦੀ ਬੈਠੀ ਤੇ ਇੱਕ ਅੰਕਲ ਕੋਈ ਬੈਠੇ ਲੱਗ। ਅੱਛਾ ਅੱਛਾ ਚਲੋ, ਗੁਰੂ ਜੀ ਚੁੱਪ ਹੋ ਗਏ। ਮੈਂ ਏਦਾਂ ਗੁਰੂ ਜੀ ਕੋਲ ਬੈਠਾ, ਫਿਰ ਗੁਰੂ ਜੀ ਕੋਲ ਸੋਣਾ ਤਾਂ ਭੁੱਲ ਹੀ ਗਿਆ। ਤਾਂ ਮੈਂ ਏਦਾਂ ਗੁਰੂ ਜੀ ਕੋਲ ਬੈਠਾ ਥੋੜੀ ਦੇਰ 10 ਮਿੰਟ, ਉਹਨੇ ਗੇਟ ਨਹੀਂ ਖੜਕਾਇਆ। ਮੈਂ ਕਿਹਾ ਸ਼ਾਇਦ ਚਲਾ ਗਿਆ ਹੋਊਗਾ, ਠੀਕ ਹੈ। ਫਿਰ ਮੈਂ ਥੋੜੀ ਦੇਰ ਫਿਰ ਉੱਠਿਆ, ਉਦਾਂ ਹੀ ਉੱਠ ਕੇ ਜਾ ਕੇ ਆਰਾਮ ਨਾਲ ਮਲਕ ਦੇ ਨਹੀਂ ਜਾ ਕੇ ਫਿਰ ਰਜਾਈ ਵਿੱਚ ਪੈ ਗਿਆ। ਉਹ ਜਿੱਦਾਂ ਹਲੇ ਪਿਆ, ਉਹਨੇ 5 ਮਿੰਟ ਬਾਅਦ ਫਿਰ ਗੇਟ ਖੜਕਾਤਾ।
ਫਿਰ ਨੌਕਰ ਤੋਂ। ਤਾਂ ਫਿਰ ਮੈਨੂੰ ਫਿਰ ਗੁੱਸੇ ਜਾਵੇ, ਫਿਰ ਬੁਲਾਇਆ, ਕਹਿੰਦੇ ਉਹ ਕੰਜਰ ਨੂੰ ਬੁਲਾ ਕੇ ਲਿਆ, ਕੰਜਰ ਨੂੰ ਬੁਲਾ ਕੇ ਲਿਆ। ਤਾਂ ਫਿਰ ਮੈਂ ਗਿਆ। ਮੈਨੂੰ ਕਹਿੰਦੇ ਅੱਛਾ ਬੋਬੀ ਏਦਾਂ ਕਰ ਵੀ ਇਹ ਬਾਹਰ ਖੜਾ ਹੈ ਕੋਈ ਲੱਗਦਾ ਨਾ। ਮੈਂ ਕਿਹਾ ਹਾਂਜੀ ਗੁਰੂ ਜੀ ਖੜਾ ਹੈ। ਤੇ ਗੁਰੂ ਜੀ ਏਦਾਂ ਹੀ ਪੁੱਛਦੇ ਹੁੰਦੇ ਸੀ ਨਾ। ਤਾਂ ਅੱਛਾ ਜਦ ਬੋਬੀ ਮੋਂਟੀ ਤੂੰ ਗੱਲ ਨਹੀਂ ਕਰਨੀ, ਇਹ ਬੋਬੀ ਕੰਜਰ ਜਾ ਕੇ ਗੱਲ ਕਰੂੰਗਾ ਨਾ, ਗੱਲ ਕਰਕੇ ਕੀ ਕਹਿੰਦਾ ਕੀ ਗੱਲ ਆ ਉਹਨੂੰ। ਹਾਲੇ ਮੈਂ ਕੋਈ ਗੇਟ ਗੂਟ ਨਹੀਂ ਖੋਲਿਆ, ਕੁਛ ਨਹੀਂ। ਮੈਂ ਕਿਹਾ ਚਲੋ ਗੁਰੂ ਜੀ ਨੇ ਕਿਹਾ ਹੁਣ ਇਹ ਤਾਂ ਕੋਈ ਐਡੀ ਬੜੀ ਗੱਲ ਨਹੀਂ ਹੈਗੀ ਨਾ। ਮੈਂ ਗਿਆ ਤਾਂ ਮੈਂ ਉਹਨੂੰ ਜਾ ਕੇ ਪੁੱਛਿਆ ਵੀ ਉਹਨੇ ਪਹਿਲੇ ਹੀ ਕੁਐਸਚਨ ਪੁੱਛਿਆ ਏਦਾਂ ਹੀ। ਕਹਿੰਦਾ ਮੈਂ ਕਿਹਾ ਜੈ ਗੁਰੂ ਜੀ ਅੰਕਲ। ਮੈਂ ਕਿਹਾ ਅੰਕਲ ਜੀ ਹਾਂਜੀ ਸਤਿ ਸ਼੍ਰੀ ਅਕਾਲ। ਕਹਿੰਦੇ ਜੀ ਹਾਂਜੀ। ਮੈਂ ਕਿਹਾ ਹਾਂਜੀ ਅੰਕਲ ਦੱਸੋ। ਕਹਿੰਦੇ ਜੀ ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਆ। ਮੈਂ ਕਿਹਾ ਵੀ ਇਹ ਤਾਂ ਕੋਈ ਟਾਈਮ ਨਹੀਂ ਹੈਗਾ ਵੈਸੇ ਗੁਰੂ ਜੀ ਦੇ ਦਰਸ਼ਨ ਕਰਨ ਦਾ, ਵੀ ਕੱਲ ਨੂੰ ਆਇਆ। ਨਹੀਂ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਗੁਰੂ ਜੀ ਇੱਥੇ ਹੀ ਆ। ਮੈਂ ਕਿਹਾ ਹਾਂਜੀ ਗੁਰੂ ਜੀ ਇੱਥੇ ਹੀ ਆ। ਤਾਂ ਕਹਿੰਦਾ ਮੈਂ ਗੁਰੂ ਜੀ ਦੇ ਦਰਸ਼ਨ ਕਰਨੇ। ਮੈਂ ਕਿਹਾ ਵੀ ਕੋਈ ਟਾਈਮ ਨਹੀਂ ਹੈਗਾ ਵੀ ਤੂੰ ਕੱਲ ਨੂੰ ਆਈ ਇੰਨੀ ਗੱਲ। ਇਹਦੇ ਬਾਅਦ ਮੈਂ ਆ ਗਿਆ। ਮੈਂ ਗੁਰੂ ਜੀ ਤੋਂ ਪੂਰੀ ਗੱਲ ਦੱਸੋ। ਗੁਰੂ ਜੀ ਕਹਿੰਦੇ ਹਾਂ ਕਿ ਜਰਾ ਕੀ ਕਹਿੰਦਾ ਸੀ ਤੈਨੂੰ। ਮੈਂ ਕਿਹਾ ਗੁਰੂ ਜੀ ਉਹ ਕਹਿੰਦਾ ਵੀ ਗੁਰੂ ਜੀ ਇੱਥੇ ਹੀ ਆ। ਕਹਿੰਦਾ ਕੰਜਰਾ ਤੂੰ ਕੀ ਕਿਹਾ ਫਿਰ। ਮੈਂ ਕਿਹਾ ਗੁਰੂ ਜੀ ਮੈਂ ਕਿਹਾ ਵੀ ਗੁਰੂ ਜੀ ਇੱਥੇ ਹੀ ਆ। ਗੁਰੂ ਜੀ ਨੇ ਮੇਰੀ ਕਲਾਸ ਲਈ। ਗੁਰੂ ਜੀ ਕਹਿੰਦੇ ਕੰਜਰਾ ਏਦਾਂ ਥੋੜਾ ਨਾ ਕਹੀਦਾ ਹੁੰਦਾ, ਮੈਂ ਇੱਥੇ। ਗੁਰੂ ਜੀ ਤੂੰ ਏਦਾਂ ਕਹਿਣਾ ਸੀ ਵੀ ਗੁਰੂ ਜੀ ਇੱਥੇ ਆਉਂਦੇ ਆ, ਰਾਤ ਨੂੰ ਚਲੇ ਜਾਂਦੇ ਆ, ਸਵੇਰ ਨੂੰ ਫਿਰ ਆ ਜਾਂਦੇ ਆ, ਵੀ ਹੁਣ ਹੈ ਨਹੀਂ ਗੁਰੂ ਜੀ ਇੱਥੇ। ਫਿਰ ਹੁਣ ਗੁਰੂ ਜੀ ਕੋਲ ਆਪਾਂ ਕੁਝ ਕਹਿ ਨਹੀਂ ਸਕਦੇ। ਇੱਕ ਤਾਂ ਨੀਂਦ ਆ ਰਹੀ ਪੂਰੀ ਤਰ੍ਹਾਂ, ਇੱਕ ਤਾਂ ਗੁੱਸਾ ਮੈਨੂੰ ਬਹੁਤ ਆ ਰਿਹਾ, ਇੱਕ ਉਹ ਬਾਹਰ ਖੜਾ ਉਹ ਤੇ ਮੈਨੂੰ ਗੁੱਸਾ ਬਹੁਤ ਆ ਰਿਹਾ ਵੀ ਇੱਕ ਕੋਈ ਗਲਤੀ ਕੁਛ ਨਹੀਂ, ਵੀ ਜੋ ਅਸੀਂ ਕਹਿ ਗੁਰੂ ਜੀ ਨੇ ਦੱਸਿਆ ਅਸੀਂ ਤਾਂ ਉਸ ਹਿਸਾਬ ਨਾਲ ਮੈਂ ਕਹਿ ਕੇ ਆਇਆ। ਤਾਂ ਇਹ 'ਚ ਕੋਈ ਗਲਤ ਵੀ ਕੁਛ ਨਹੀਂ। ਤਾਂ ਗੁਰੂ ਜੀ ਕਹਿੰਦੇ ਮੈਨੂੰ ਕੰਜਰਾ ਮੈਂ ਆਰਾਮ ਕਰਨਾ ਸੀ, ਮੈਂ ਸੋਹਣਾ ਸੀਗਾ, ਤੂੰ ਮੈਨੂੰ ਸੌਣ ਨਹੀਂ ਦਿੱਤਾ। ਇਹ ਤਾਂ ਮੈਨੂੰ ਬੜਾ ਪਸੀਨੇ, ਮੈਨੂੰ ਦਸੰਬਰ ਦੇ ਮਹੀਨੇ 'ਚ ਮੇਰੇ ਪਸੀਨੇ ਲਿਆਤੇ ਉੱਥੇ। ਮੈਂ ਤਾਂ ਗੁਰੂ ਜੀ ਕੋਲ ਬੈਠਾ, ਹੁਣ ਬੋਲ ਨਹੀਂ ਸਕਦੇ। ਗੁਰੂ ਜੀ ਬੋਲਣ ਲੱਗੇ। ਗੁਰੂ ਜੀ ਕਹਿੰਦੇ ਮੈਂ ਸੋਹਣਾ ਸੀ, ਮੈਂ ਆਰਾਮ ਕਰ। ਮੈਂ ਸੋਚਿਆ ਗੁਰੂ ਜੀ ਮਹੀਨਾ ਹੋ ਗਿਆ ਨਾ ਤਾਂ ਤੁਸੀਂ ਇੱਥੇ ਨਾ ਸਾਨੂੰ ਸੌਣ ਦਿੱਤਾ, ਹੁਣ ਤੁਸੀਂ ਕਹਿੰਦੇ ਸੋਹਣਾ ਸੀ। ਚਲੋ ਗੁੱਸਾ ਵੀ ਚੜ ਰਿਹਾ, ਇੱਕ ਹਾਸਾ ਵੀ ਆ ਰਿਹਾ ਉੱਥੇ ਨਾ। ਤਾਂ ਫਿਰ ਏਦਾਂ ਬਹਿ ਗਿਆ। ਫਿਰ ਉਹ ਥੋੜੀ ਦੇਰ ਬਾਅਦ ਉਹਨੇ ਗੇਟ ਗੂਟ ਨੂੰ ਖੜਕਾਣਾ ਬੰਦ ਕਰ ਦਿੱਤਾ। ਇਹ ਮੈਨੂੰ ਥੋੜੀ ਦੇਰ ਬਾਅਦ ਮੈਂ ਏਦਾਂ ਬੈਠਾ ਤਾਂ ਫਿਰ ਮੈਂ ਜਾ ਕੇ, ਹੁਣ ਨੀਂਦ ਨੂੰ ਸਾਰੀ ਉੜ ਗਈ, ਨੀਂਦ ਇੰਨੇ ਚੜ ਗਏ ਪਏ, ਉਹਦਾ ਨੀਂਦ ਉੜ ਗਈ। ਮੈਂ ਜਾ ਕੇ ਉਹ ਰਜਾਈ 'ਚ ਉੱਦੇ ਜਾ ਕੇ ਬਹਿ ਗਿਆ। ਹੁਣ ਉੱਥੇ ਬਹਿ ਗਿਆ ਆਰਾਮ ਨਾਲ। ਫਿਰ ਮੈਂ ਕੀ ਕਰਦਾ, ਫਿਰ ਏਦਾਂ ਥੋੜੀ ਦੇਰ ਬੈਠਾ ਤਾਂ ਮੈਂ ਕਿਹਾ ਵੀ ਥੋੜੀ ਦੇਰ ਬਾਅਦ ਉਹਨੇ ਫਿਰ ਗੇਟ ਖੜਕਾਤਾ। ਫਿਰ ਮੈਨੂੰ ਕਹਿੰਦੇ ਇਹ ਕੰਜਰ ਨੂੰ ਬੁਲਾ ਕੇ ਲਿਆ। ਇਹਨੇ ਕੰਜਰ ਨੇ ਮੇਰਾ ਕੰਮ ਖਰਾਬ ਕੀਤਾ। ਮੈਂ ਅੱਜ ਆਰਾਮ ਕਰਨਾ ਸੀ, ਮੈਨੂੰ ਇਹਨੇ ਆਰਾਮ ਨਹੀਂ ਕਰਨ ਦਿੱਤਾ। ਮੈਨੂੰ ਆਰਾਮ ਨਹੀਂ, ਇਹਨੂੰ ਬੁਲਾ ਕੇ ਲਿਆ, ਇਹਨੂੰ ਬੁਲਾ ਕੇ ਲਿਆ। ਗੁਰੂ ਜੀ ਉੱਠ ਕੇ ਬਹਿ ਗਏ ਉੱਥੇ। ਮੈਂ ਕਿਹਾ ਯਾਰ ਪਤਾ ਨਹੀਂ ਸ਼ਾਇਦ ਕੋਈ ਗੜਬੜੀ ਹੋ ਗਈ ਨਾ, ਕੀ ਹੋ ਗਿਆ ਪਤਾ ਨਹੀਂ, ਪਰ ਪਤਾ ਨਹੀਂ ਲੱਗ ਰਿਹਾ ਜੀ ਹੋ ਕੀ ਰਿਹਾ ਉੱਥੇ। ਤਾਂ ਮੈਨੂੰ ਕਹਿੰਦੇ ਅੱਛਾ ਉਹ ਵੀ ਏਦਾਂ ਕਰ, ਤੂੰ ਉਹਨੂੰ ਜਾ ਕੇ ਕਹਿ ਗਿਆ ਵੀ ਮੈਂ ਇੱਥੇ ਦਾ ਹੌਲਦਾਰ ਲੱਗਾ, ਜੇ ਤੂੰ ਨਹੀਂ। ਪਹਿਲਾਂ ਮੈਨੂੰ ਕਹਿੰਦੇ ਪਹਿਲਾਂ ਜਾ ਕੇ ਪੁੱਛ ਕੇ ਆ ਵੀ ਇਹਨੂੰ ਕੱਲ ਕੀ ਆ। ਮੈਂ ਗਿਆ, ਮੈਂ ਉਹਨੂੰ ਜਾ ਕੇ ਪੁੱਛਿਆ। ਮੈਂ ਕਿਹਾ ਅੰਕਲ ਜੀ ਦੱਸੋ ਗੱਲ ਕੀ ਹੈ, ਤੁਸੀਂ ਵੀ ਇੰਨਾ ਕਰ ਰਹੇ ਆ ਵੀ ਤੁਸੀਂ। ਕਹਿੰਦਾ ਗੁਰੂ ਜੀ, ਉਹਨੂੰ ਪਤਾ ਸੀਗਾ ਕਿ ਗੁਰੂ ਜੀ 4 ਵਜੇ ਸੈਰ ਤੇ ਜਾਂਦੇ ਆ। ਕਹਿੰਦਾ ਗੁਰੂ ਜੀ ਨਿਕਲਣ 3:30 ਵਜੇ, ਗੁਰੂ ਜੀ ਨਿਕਲਣ 4 ਵਜੇ, ਗੁਰੂ ਜੀ ਨਿਕਲਣ 4:15 ਵਜੇ। ਮੈਂ ਇੱਥੇ ਬੈਠਾ ਗੁਰੂ ਜੀ ਦੱਸ ਕਰਨੇ ਗਾ। ਮੈਂ ਕਿਹਾ ਗੱਲ ਤਾਂ ਦੱਸ ਕੀ ਹੈ। ਕਹਿੰਦਾ ਗੱਲ ਇਹ ਵੀ ਮੇਰਾ ਮੁੰਡਾ ਹੋ ਗਿਆ ਬਿਮਾਰ, ਵੀ ਮੇਰਾ ਮੁੰਡਾ ਹੋ ਗਿਆ ਬਿਮਾਰ। ਮੈਂ ਗੁਰੂ ਜੀ ਡਾਕਟਰਾਂ ਨੇ ਦੇਤਾ ਜਵਾਬ, ਮੈਂ ਗੁਰੂ ਜੀ ਨਾਲ ਗੱਲ, ਗੁਰੂ ਜੀ ਦਰਸ਼ਨ ਕਰਕੇ ਹੀ ਜਾਣਾ। ਤਾਂ ਫਿਰ ਮੈਨੂੰ ਅੱਗੇ ਮੈਂ ਗੁਰੂ ਜੀ ਨੂੰ ਦੱਸਿਆ, ਇਹੀ ਗੱਲ ਪੂਰੀ ਦੱਸਤੀ। ਮੈਂ ਕਿਹਾ ਗੁਰੂ ਜੀ ਉਹ ਕਹਿੰਦਾ ਵੀ ਮੇਰਾ ਮੁੰਡਾ ਬਿਮਾਰ ਹੋ ਗਿਆ। ਤਾਂ ਗੁਰੂ ਜੀ ਉਹਨੂੰ ਝੜ ਕੇ ਮੰਨ ਲਗੇ। ਇਹ ਕੰਜਰ ਮੇਰੇ ਕੋਲ 20 ਸਾਲ ਪਹਿਲਾਂ ਆਇਆ ਸੀ, ਵੀ ਫੇਰ ਨਹੀਂ ਆਇਆ। ਪੂਰੇ ਅੰਦਰ ਬੈਠੇ ਨੇ ਗੁਰੂ ਜੀ, ਪੂਰੀ ਉਹਦੀ ਹਿਸਟਰੀ ਦੱਸਦੀ ਵੀ 20 ਸਾਲ ਪਹਿਲਾਂ ਆਇਆ ਸੀ, ਵੀ ਮੇਰੇ ਕੋਲ, ਵੀ ਮੈਨੂੰ ਕਹਿੰਦਾ ਵੀ ਮੈਂ ਉਸ ਲਈ ਵੀ ਆਣਾ ਬਾਅਦ ਚੋਂ ਨੇ ਬਾਣਾ ਬੰਦ ਕਰਤਾ। ਅੱਜ ਮੁੰਡਾ ਬਿਮਾਰ ਹੋਇਆ, ਅੱਜ ਮੈਂ ਇੱਥੇ ਆ ਗਿਆ, ਮੈਂ ਇੱਥੇ ਡਾਕਟਰ ਲੱਗਾ, ਮੈਂ ਡਾਕਟਰ ਲੱਗਾ। ਗੁਰੂ ਜੀ ਕਹਿੰਦੇ, ਗੁਰੂ ਜੀ ਗੱਲਾਂ 'ਚ ਗੁਰੂ ਜੀ ਨੇ ਇਹ ਵੀ ਕਹਿਤਾ। ਗੁਰੂ ਜੀ ਕਹਿੰਦੇ ਜਾ ਨੂੰ ਕਹਿੰਦੇ ਕਾਲੇ ਮਾਂ 5.25 ਕਿਲੋ ਕਾਲੇ ਮਾਂ ਪਾਣੀ 'ਚ ਤਾਰ ਦੇ, ਪਾਣੀ ਵਿੱਚ ਤਾਰ ਦੇ। ਤਾਂ ਇਹ ਤੋਂ ਪਹਿਲਾਂ ਕੀ ਹੋਇਆ ਕਿ ਗੁਰੂ ਜੀ ਮੈਨੂੰ ਕਹਿੰਦੇ ਅੱਛਾ ਕੰਜਰਾ ਤੂੰ ਇੱਧਰ ਜਾ ਕੇ ਕਹਿ ਗਿਆ ਵੀ ਮੈਂ ਇੱਥੇ ਤਾਂ ਹੌਲਦਾਰ ਲੱਗਾ, ਜੇ ਤੂੰ 5 ਮਿੰਟਾਂ 'ਚ ਨਹੀਂ ਗਿਆ ਤਾਂ ਮੈਂ ਪੁਲਿਸ ਨੂੰ ਬੁਲਾ ਲੈਣਾ। ਤਾਂ ਉਸ ਸਮੇਂ ਛੋਟੇ ਸੀਗੇ ਅਸੀਂ, 10ਵੀਂ 12ਵੀਂ 'ਚ ਪੜ੍ਹਦੇ ਸੀ। ਹੁਣ ਸਾਨੂੰ ਕੀ ਪਤਾ ਵੀ ਗੁਰੂ ਜੀ ਕੀ ਕਰ ਰਹੇ ਆ, ਕੀ ਕਲਿਆਣ। ਗੁਰੂ ਜੀ ਦੀ ਲੀਲਾ ਹੁੰਦੀ ਜਿੱਦਾਂ ਵੀ ਕਰਦੇ ਸੀ ਨਾ। ਤਾਂ ਕਦੀ ਤਾਂ ਹਸਾਉਂਦੇ ਸੀ, ਕਦੀ ਰਵਾਉਂਦੇ ਸੀਗੇ। ਤਾਂ ਮੈਂ ਚੌੜਾ ਹੋ ਗਿਆ। ਮੈਂ ਕਿਹਾ ਗੁਰੂ ਜੀ ਇੰਨੇ ਲੋਕ ਆਉਂਦੇ ਆ, ਮਿਨਿਸਟਰ ਆਉਂਦੇ, ਸਾਰੇ ਆਉਂਦੇ ਆ, ਗੁਰੂ ਜੀ ਨੇ ਕੀ ਕੋਈ ਗੱਲ ਸੋਚ ਕੇ ਕਹੀ ਹੋਣੀ। ਤਾਂ ਮੈਂ ਗਿਆ, ਮੈਂ ਕਿਹਾ ਅੰਕਲ ਦੀ ਗੱਲ ਸੁਣੋ ਇੱਧਰ। ਮੈਂ ਹਾਲੇ ਗੇਟ ਨਹੀਂ ਖੋਲਿਆ ਸੀ, ਮੈਂ ਉੱਪਰੋਂ ਗਿਆ। ਮੈਂ ਕਿਹਾ ਅੰਕਲ ਦੀ ਗੱਲ ਸੁਣੋ, ਮੈਂ ਇੱਥੇ ਦਾ ਹੌਲਦਾਰ ਲੱਗਾ ਆ, ਜੇ ਤੁਸੀਂ 5 ਮਿੰਟਾਂ 'ਚ ਨਹੀਂ ਗਏ ਨਾ ਮੈਂ ਇੱਥੇ ਪੁਲਿਸ ਨੂੰ ਬੁਲਾ ਲੈਣਾ। ਕਹਿੰਦਾ ਤੂੰ ਪੁਲਿਸ ਨੂੰ ਬੁਲਾ ਲੈਣਾ, ਤੂੰ ਇੱਥੇ ਹੌਲਦਾਰ ਲੱਗਾ ਆ। ਕਹਿੰਦਾ DSP ਮੇਰੇ ਨਾਲ ਬੈਠਾ ਆ। ਮੈਂ ਫਿਰ ਡਰ ਗਿਆ, ਮੈਂ ਕਿਹਾ ਵੀ ਇਹ ਕੀ ਗੱਲ ਹੋ ਗਈ ਹੈ। ਮੈਂ ਆ ਗਏ, ਮੈਂ ਉਹ ਨਿਆਣੇ ਹੁੰਦੇ ਸੀ ਭੱਜੇ ਗੁਰੂ ਜੀ। ਮੈਂ ਕਿਹਾ ਗੁਰੂ ਜੀ ਉਹ ਤਾਂ ਕਹਿੰਦਾ ਮੈਂ DSP ਨਾਲ ਲੈ ਕੇ ਆਇਆ।
ਮੈਂ ਕਿਹਾ ਕੰਜਰ ਡੀਐਸਪੀ ਲੈ ਕੇ, ਗੁਰੂ ਜੀ ਫੇਰ ਚੜ ਗਏ ਮਨ, ਕੰਜਰ ਡੀਐਸਪੀ ਨਾਲ ਲੈ ਕੇ ਆਇਆ ਵੀ ਏਦਾਂ ਕਰਦਾ ਏਦਾਂ ਕਰਦਾ। ਫਿਰ ਗੁਰੂ ਜੀ ਨੇ ਵਿੱਚ ਬੋਲਦੇ ਬੋਲਦੇ ਗੁਰੂ ਜੀ ਨੇ ਕਹਿਤਾ ਵੀ 5 ਕਿਲੋ ਕਾਲੇ ਮਾਂ ਪਾਣੀ ਚ ਧਾਰ ਦੇ, ਉਹਨੂੰ ਕਿਹਾ ਵੀ ਠੀਕ ਹੋ ਜਾਓ। ਪਰ ਹੁਣ ਉਹ 20 ਸਾਲ ਪਹਿਲਾਂ ਆਇਆ ਸੀ, ਜਿੰਨਾ ਬੰਦਾ ਗੁਰੂ ਜੀ ਦੇ ਕਲੋਜ਼ ਹੁੰਦਾ ਉਨਾ ਹੀ ਬੰਦਾ ਗੁਰੂ ਜੀ ਤੋਂ ਦੂਰ ਹੁੰਦਾ। ਪਤਾ ਕਿਸੇ ਨੂੰ ਕੁਝ ਵੀ ਨਹੀਂ ਹੁੰਦਾ ਵੀ ਕੀ ਹੋ ਰਿਹਾ, ਕਿੱਦਾਂ ਹੋ ਰਿਹਾ, ਕਿੱਦਾਂ ਕਲਿਆਣ ਕਿੱਦਾਂ ਹੋਣਾ, ਕੀ ਨਹੀਂ ਹੋਣਾ। ਤਾਂ ਉਹ ਮੈਂ ਹਲੇ ਮੈਂ ਗੇਟ ਵੀ ਨਹੀਂ ਖੋਲਿਆ, ਮੈਂ ਕਿਹਾ ਮੋਦੀ ਤੂੰ ਇੱਧਰਲਾ ਗੇਟ ਖੋਲ, ਮੈਂ ਇੱਧਰ ਦੀ ਜਾਂਦਾ ਬਾਹਰ। ਤਾਂ ਉਹਨਾਂ ਮੈਂ ਗੱਲ ਕਰਕੇ ਆਉਂਦਾ ਵੀ ਇੱਧਰਲਾ ਗੇਟ ਹੋਰ ਕਿਤੇ ਅੰਦਰ ਆ ਗਿਆ, ਅੰਦਰੋਂ ਕੱਢਣਾ ਉਹਨੂੰ ਮੁਸ਼ਕਲ ਹੋ ਜਾਣਾ, ਡੀਐਸਪੀ ਤੇ ਨਾਲ ਬੈਠੇ ਉਹਦੇ। ਤਾਂ ਮੈਂ ਦੂਜੇ ਪਾਸੇ ਦੀ ਗੇਟ ਖੋਲਿਆ, ਤਾਂ ਖੋਲ ਕੇ ਮੈਂ ਏਦਾਂ ਗਿਆ, ਤਾਂ ਮੈਂ ਕਿਹਾ ਅੰਕਲ ਦੀ ਗੱਲ ਸੁਣੋ ਵੀ ਗੁਰੂ ਜੀ ਕਹਿੰਦੇ ਵੀ 5.25 ਕਿਲੋ ਕਾਲੇ ਮਾਂ ਲੈ ਕੇ ਪਾਣੀ ਚ ਧਾਰ ਦਿਓ, ਕਿਤੇ ਵੀ ਜਾ ਕੇ ਤੁਸੀਂ ਪਾਣੀ ਚ ਧਾਰ ਦਿਓ। ਉਹ ਕਹਿੰਦਾ ਵੀ ਮੈਨੂੰ ਕਾਲੇ ਮਾਂ ਕਿੱਥੋਂ ਮਿਲੂਗੇ? ਮੈਂ ਕਿਹਾ ਗੱਲ ਸੁਣੋ, ਹੁਣ ਇਹ ਕੋਈ ਕਰਿਆਨੇ ਦੀ ਦੁਕਾਨ ਤਾਂ ਹੈ ਨਹੀਂ ਇੱਥੇ, ਬੋਲੀ ਵੀ ਜੇ ਤੈਨੂੰ ਕਾਲੇ ਮਾਂ ਵੀ ਮੈਂ ਹੀ ਦੇ ਦੇਵਾਂ, ਇਹ ਤੇਰਾ ਬੰਦੋਬਸਤ ਕਰਨਾ ਤੇਰਾ ਕੰਮ ਹੈ, ਮੇਰਾ ਥੋੜਾ ਕੰਮ ਹੈ। ਕਹਿੰਦਾ ਵੀ ਇਹਨਾਂ ਕੀ ਹੋਊਗਾ? ਕਹਿੰਦਾ ਮੈਂ ਕਿਹਾ ਵੀ ਹੁਣ ਵੈਸੇ ਵੀ ਤੂੰ ਕਹਿੰਦਾ ਮੁੰਡੇ ਤੋਂ ਜਵਾਬ ਦਿੱਤਾ ਡਾਕਟਰਾਂ ਨੇ, ਹੁਣ ਤੂੰ ਜਾ ਕੇ ਗੁਰੂ ਜੀ ਨੂੰ ਮਿਲਣਾ ਤਾਂ ਹੈ ਨਹੀਂ, ਤੇ ਤੂੰ ਜਾ ਕੇ ਉਹ ਪਾਤ ਕਰ ਲੈ ਕੇ ਦੇਖ ਲੈ ਵੀ ਗੁਰੂ ਜੀ ਨੇ ਕੀ। ਉਹ ਕਹਿੰਦਾ ਇਹਦੇ ਨਾਲ ਕੀ ਹੋਊਗਾ? ਇਹਦੇ ਨਾਲ ਉਹਨੂੰ ਸਮਝ। ਫਿਰ ਮੈਂ ਖਿੜਕੀ ਆਂਟੀ ਨੂੰ ਬੁਲਾਇਆ, ਬੈਠੀ ਸੀ, ਮੈਂ ਕਿਹਾ ਆਂਟੀ ਗੱਲ ਸੁਣੋ, ਗੁਰੂ ਜੀ ਨੇ ਉਪਾਅ ਦੱਸਤਾ ਵੀ ਹੁਣ ਗੁਰੂ ਜੀ ਨੇ ਦਰਸ਼ਨ ਤਾਂ ਦੇਣੇ ਨਹੀਂ ਹੈਗੇ ਇਸ ਟਾਈਮ ਤੇ, ਵੀ ਤੁਸੀਂ ਜਾ ਕੇ ਉਪਾਅ ਕਰ ਲਓ ਵੀ ਕਿਸ ਤਰ੍ਹਾਂ ਵੀ ਕਰਕੇ। ਉਹ ਫਿਰ ਬੰਦਾ ਕਹਿੰਦਾ ਫਿਰ ਮੈਂ ਰਾਤ ਕਿੱਥੇ ਰੁਕੂੰਗਾ, ਮੈਂ ਤਾਂ ਚੰਡੀਗੜ੍ਹ ਤੋਂ ਆ। ਮੈਂ ਕਿਹਾ ਕੋਈ ਹੋਟਲ ਥੋੜ੍ਹਾ ਹੈਗਾ, ਮੈਂ ਤਾਂ ਗੁੱਸਾ ਬਹੁਤ ਚੜਿਆ ਸੀ ਉੱਥੇ ਵੀ ਇਹ ਹੋਟਲ ਥੋੜ੍ਹਾ ਹੈਗਾ ਵੀ ਤੂੰ ਬਾਰ-ਬਾਰ ਕਹੀਏ, ਮੈਂ ਇੱਥੇ ਇਹਨੂੰ ਅੰਦਰ ਤੈਨੂੰ ਆ ਹੀ ਨਹੀਂ ਸਕਦਾ, ਇਹ ਹੋਟਲ ਤੂੰ ਬਾਹਰ ਹੀ ਰਹਿਣਾ, ਮੈਂ ਇੱਥੇ ਅੰਦਰ ਤਾਂ ਐਂਟਰੀ ਹੈ ਹੀ ਨਹੀਂ। ਫਿਰ ਉਹ ਕਹਿੰਦਾ ਪਤਾ ਨਹੀਂ ਉਹਨੇ ਜਿੱਦਾਂ ਵੀ ਹੈ ਜੋ ਵੀ ਹੈ, ਚਲੋ ਇੰਨੀ ਗੱਲ ਹੋਈ, ਚਲਾ ਗਿਆ। ਉਹ ਰਾਤ ਨੂੰ ਕਾਲੇ ਮਾਂ ਨੇ ਕਿਤੋਂ ਲੈ ਗਏ, ਜਿਹਨੂੰ ਹੁਣ ਜਿੱਦਾਂ ਪ੍ਰੋਬਲਮ ਹੁੰਦੀ ਉਹ ਕਿਤੇ ਨਾ ਕਿਤੇ ਐਡਜਸਟ ਕਰ ਹੀ ਲੈਂਦਾ ਕਰਕੇ, ਤਾਂ ਜੀ ਉਹਨੇ ਕਾਲੇ ਮਾਂ ਲੈ ਜਾ ਕੇ ਉਹ ਸਤਲੁਜ ਦਰਿਆ ਵਿੱਚ ਉਹਨੇ ਤਾਰ ਤੇ। ਜਿੱਦਾਂ ਹੀ ਕਹਿੰਦੇ ਉਹਨੇ ਬਾਅਦ ਚ ਆ ਕੇ ਅਗਲੇ ਦਿਨ ਸਤਸੰਗ ਸੁਣਾਇਆ, ਜਿੱਦਾਂ ਹੀ ਉਹਨੇ ਤਾਰੇ ਤਾਂ ਉਹ ਚੰਡੀਗੜ੍ਹ ਤੋਂ ਫੋਨ ਆ ਗਿਆ, ਤੁਹਾਡਾ ਮੁੰਡਾ ਬਿਲਕੁਲ ਸਹੀ ਹੈ। ਇਵਨ ਦੀ ਚੰਡੀਗੜ੍ਹ ਤੋਂ ਫੋਨ ਆ ਗਿਆ ਉਹਨੂੰ ਵੀ ਮੁੰਡਾ ਤੁਹਾਡਾ ਬਿਲਕੁਲ ਸਹੀ ਹੈ। ਤਾਂ ਉਹ ਹੁਣ ਜੋ ਕਲਿਆਣ ਵੀ ਹੋ ਗਿਆ, ਸਭ ਕੁਝ ਹੋ ਗਿਆ। ਤਾਂ ਉਹਨੂੰ ਮੈਂ ਕਿਹਾ ਸੀ ਵੀ ਤੂੰ ਕੱਲ ਨੂੰ ਵਜੇ ਸਵੇਰੇ 10 ਵਜੇ ਗੁਰੂ ਜੀ ਤੈਨੂੰ ਦਰਸ਼ਨ ਕਰ ਲੈ। ਉਹ ਮੈਨੂੰ ਇਹ ਵੀ ਨਹੀਂ ਦਿਮਾਗ ਚ ਆਈ ਵੀ ਗੁਰੂ ਜੀ ਤਾਂ ਸ਼ਾਮ ਨੂੰ ਮਿਲਦੇ ਆ, ਮੈਂ ਉਹਨੂੰ 10 ਵਜੇ ਕਿੱਦਾਂ ਗਿਆ। ਤਾਂ ਗੁਰੂ ਜੀ ਨੂੰ ਪਤਾ ਲੱਗ ਗਿਆ ਵੀ ਇਹਨੇ ਕੰਜਰ ਨੇ 10 ਵਜੇ ਕਿਹਾ। ਗੁਰੂ ਜੀ ਕਹਿੰਦੇ ਇਹ ਕੰਜਰ ਨੇ ਕੰਮ ਇਹਨੇ ਖਰਾਬ ਕੀਤਾ, ਇਹੀ ਠੀਕ ਕਰੂੰਗਾ, ਇਹੀ ਠੀਕ ਕਰੂੰਗਾ ਵੀ ਉਹਨੇ 10 ਵਜੇ ਆ ਜਾਣਾ, ਮੈਂ ਚੱਲਾਂ। ਗੁਰੂ ਜੀ ਦੇ ਕੋਲ 9 ਵਜੇ ਗੁਰੂ ਜੀ ਉੱਥੋਂ ਚਲੇ ਗਏ ਮੰਦਿਰ ਤੋਂ। ਮੈਨੂੰ ਕਹਿੰਦੇ ਵੀ ਇਹੀ ਕੰਜਰ ਗੱਲ ਕਰੂੰਗਾ, ਉਹਨਾਂ ਜਾ ਕੇ ਹੋਰ ਕੋਈ ਨਹੀਂ ਗੱਲ ਕਰੂੰਗਾ। ਉਹ ਦੇਖ ਲਓ ਵੀ ਰਾਤ ਨੂੰ ਸਵੇਰੇ ਪੂਰੇ 10 ਵਜੇ ਮੰਦਿਰ ਦੇ ਬਾਹਰ ਆ ਕੇ ਖੜ ਗਿਆ। ਵੀ ਮੈਨੂੰ ਡਰ ਵੀ ਲੱਗੇ, ਪਤਾ ਨਹੀਂ ਮਿਨਿਸਟਰ ਆ, ਪਤਾ ਨਹੀਂ ਕੌਣ ਆ, ਪਤਾ ਨਹੀਂ ਡੀਐਸਪੀ ਆ, ਵੀ ਅਸੀਂ ਤਾਂ ਨਿਆਣੇ ਆ, ਸਾਨੂੰ ਕੀ ਪਤਾ ਨਾ। ਤਾਂ ਉਹ ਕਹਿੰਦਾ ਵੀ ਉਹ ਹੱਥ ਜੋੜੇ ਤਾਂ ਮੇਰੇ ਅੱਗੇ ਨਾ ਹੱਥ ਜੋੜੇ, ਤਾਂ ਕਹਿੰਦਾ ਵੀ ਇੱਥੇ ਕਹਿੰਦਾ ਜਿਹੜਾ ਰਾਤ ਨੂੰ ਬੰਦੇ ਜਿਹੜੇ ਸੇਵਾਦਾਰ ਹੁੰਦੇ ਉਹ ਕੌਣ ਆ? ਮੈਂ ਕਿਹਾ ਕੀ ਹੋਇਆ? ਕਹਿੰਦਾ ਏਦਾਂ ਏਦਾਂ ਰਾਤ ਇੱਥੇ ਕੋਈ ਮੁੰਡਾ ਸੀ, ਉਹ ਮੇਰੇ ਨਾਲ ਗੱਲ ਕਰਦਾ ਸੀ ਏਦਾਂ ਵੀ ਏਦਾਂ ਤਾਂ ਹੋਇਆ ਵੀ ਮੇਰੇ ਮੁੰਡੇ ਦਾ ਕਲਿਆਣ ਹੋ। ਤੁਸੀਂ ਦੇਖੋ ਵੀ ਮੇਰਾ ਉਹਨੂੰ ਚਿਹਰਾ ਵੀ ਯਾਦ ਨਹੀਂ ਹੈਗਾ, ਮੇਰਾ ਫੇਸ ਵੀ ਉਹਨੂੰ ਯਾਦ ਨਹੀਂ, ਹਾਲੇ ਮੈਨੂੰ ਪਤਾ ਉਸ ਬੰਦੇ ਬਾਰੇ, ਲੇਕਿਨ ਉਹ ਮੇਰਾ ਉਹਨੂੰ ਚਿਹਰਾ ਨਹੀਂ ਯਾਦ ਹੈਗਾ। ਤੁਸੀਂ ਦੇਖੋ ਵੀ ਗੁਰੂ ਜੀ ਨੇ ਕਲਿਆਣ ਕਿੱਦਾਂ ਕੀਤਾ, ਕਿਆ ਕੀਤਾ। ਜਿਹੜਾ ਬੰਦਾ ਗੁਰੂ ਜੀ ਨੂੰ ਛੱਡ ਗਿਆ ਉਹਦੇ ਬਾਅਦ ਵੀ ਆ ਗਿਆ, ਉਹਦੇ ਬਾਅਦ ਵੀ ਗੁਰੂ ਜੀ ਨੇ ਉਹਦਾ ਕਲਿਆਣ। ਤਾਂ ਗੁਰੂ ਜੀ ਤਾਂ ਮਹਾਸ਼ਿਵ ਹੈ, ਇਹਨਾਂ ਦੇ ਅੱਗੇ ਕੁਝ ਵੀ ਨਹੀਂ ਹੈਗਾ। ਇਹ ਤਾਂ ਆਪਾਂ ਕਹਿੰਦੇ ਆਪਾਂ ਤਾਂ ਇਹਨਾਂ ਦੇ ਘਰ ਦੇ ਕੁੱਤੇ ਵੀ ਨਹੀਂ ਹੈਗੇ। ਆਪਾਂ ਕਹਿੰਦੇ ਗੁਰੂ ਜੀ ਚੱਲਦੇ ਆ ਨਾ ਜੀ, ਮਿੱਟੀ ਜੇ ਤੁਰਦੇ ਆ, ਇਹਨਾਂ ਦੇ ਪਿੱਛੇ ਮਿੱਟੀ ਦੀ ਧੂਲ ਉੜਦੀ ਹੈ ਨਾ, ਆਪਾਂ ਤਾਂ ਉਹ ਇੱਕ ਛੋਟੇ ਤੋਂ ਛੋਟੇ ਕੰਨ ਦੇ ਬਰਾਬਰ ਵੀ ਨਹੀਂ ਹੈਗੇ। ਗੁਰੂ ਜੀ ਨੇ ਬਹੁਤ ਤਪੱਸਿਆ ਕੀਤੀ ਸੀ, ਬਹੁਤ। 6 ਮਹੀਨੇ ਮੈਂ ਗੁਰੂ ਜੀ ਦੇ ਨਾਲ ਰਿਹਾ। ਗੁਰੂ ਜੀ ਇੱਕ ਦਿਨ ਵੀ, ਇੱਕ ਸੈਕਿੰਡ ਵੀ ਗੁਰੂ ਜੀ ਸੁੱਤੇ ਨਹੀਂ ਹੈ, ਇੱਕ ਸੈਕਿੰਡ ਵੀ। ਦੇਖ ਲਓ ਆਪਣੇ ਪੂਰੇ ਜੀਵਨ ਕਾਲ 'ਚ ਤਾਂ ਇਹ ਬਿਲਕੁਲ ਸੁੱਤੇ ਹੀ ਨਹੀਂ ਹੋਣ। ਤਾਂ ਮਤਲਬ ਕਿ ਇਹਨਾਂ ਦਾ ਟਾਈਮ ਪੀਰੀਅਡ ਏਦਾਂ ਸੀ, ਦੇਖੋ ਸਵੇਰੇ 4 ਵਜੇ ਇਹਨੇ ਸੈਰ ਤੇ ਜਾਣਾ, 4 ਵਜੇ ਸੈਰ ਤੇ ਨਾ, 4 ਵਜੇ ਤੋਂ ਬਾਅਦ ਇਹ 5-5:30 ਵਜੇ ਤੱਕ ਵਾਪਸ ਆ ਜਾਂਦੇ ਸੀ। 5:30 ਵਾਪਸ ਆ ਕੇ ਫਿਰ ਨਹੀਂ ਚਾਹ ਪ੍ਰਸ਼ਾਦ ਲੈਣਾ, ਫਿਰ ਤੇ ਸ਼ਬਦ ਲਾ ਦੇਣੇ। ਉਹ ਮੰਦਿਰ ਦਾ ਏਦਾਂ ਸੀਗਾ, ਤੁਹਾਨੂੰ ਮੈਂ ਕੀ ਦੱਸਾਂ, ਮੰਦਿਰ ਕਈ ਵਾਰ ਤਾਂ ਮੰਦਿਰ ਵੀ ਨਹੀਂ ਲੱਗਦਾ ਹੁੰਦਾ ਵੀ। ਉੱਤੇ ਸ਼ਬਦ ਜਿਹੜੇ ਚੱਲਦੇ ਹੁੰਦੇ ਸੀ ਉਹ ਤਾਂ ਚੱਲਦੇ ਸੀ 6 ਵਜੇ ਤੋਂ ਲੈ ਕੇ 6:30-7 ਵਜੇ ਤੱਕ। ਉਹਦੇ ਬਾਅਦ ਕਵਾਲੀਆਂ ਲੱਗ ਗਈਆਂ, ਫਿਰ ਕੋਈ ਪੰਜਾਬੀ ਗਾਣੇ ਲੱਗ ਗਏ, ਫਿਰ ਹਿੰਦੀ ਗਾਣੇ ਲੱਗ ਗਏ, ਫਿਰ ਕੁਛ ਲੱਗ ਗਿਆ, ਫਿਰ ਕਈ ਵਾਰ ਆਂਟੀਆਂ ਡਾਂਸ ਕਰ ਰਹੀਆਂ, ਕਈ ਵਾਰ ਕੁਛ ਕਰ ਰਿਹਾ। ਉਹ ਮਾਹੌਲ ਹੀ ਕੁਛ ਹੋਰ ਸੀਗਾ। ਸਵੇਰੇ ਤੁਹਾਨੂੰ ਦੱਸਦਾ ਵੀ ਇੱਥੇ ਮੰਦਿਰ, ਜਲੰਧਰ ਮੰਦਿਰ ਕੀ ਹੁੰਦਾ ਸੀ, ਜਿਹੜਾ ਇੱਕ ਨਾਲ ਦਾ, ਇੱਕ ਸਾਈਡ ਦਾ ਜਿਹੜਾ ਨਾਲ ਦਾ ਘਰ ਸੀਗਾ, ਉਹ ਇੰਨਾ ਬੰਦਾ ਖਰਾਬ ਸੀਗਾ ਵੀ ਉਹ ਜਦੋਂ ਵੀ ਅਸੀਂ ਜਿੱਦਾਂ ਮਾੜੇ ਜਿਹਾ ਵੀ ਸਪੀਕਰ ਨਾ ਮਿਊਜ਼ਿਕ ਸਿਸਟਮ ਥੋੜਾ ਹਾਈ ਕਰੀਦਾ ਸੀ, ਉਹ ਬੋਲਣ ਆ ਜਾਂਦਾ ਹੁੰਦਾ ਸੀ ਵੀ ਤੁਸੀਂ ਮਿਊਜ਼ਿਕ ਸਿਸਟਮ ਇੰਨਾ ਹਾਈ ਕੀਤਾ ਹੈ, ਤੁਹਾਡੀ ਆਵਾਜ਼ ਇੱਧਰ ਆਉਂਦੀ ਹੈ, ਏਦਾਂ ਆਉਂਦੀ। ਪਰ ਗੁਰੂ ਜੀ ਜਦੋਂ ਆਏ, ਦੇਖੋ ਵੀ ਉਹ ਬੰਦਾ ਇੱਕ ਵਾਰ ਨਹੀਂ ਘਰ ਆਇਆ। ਗੁਰੂ ਜੀ ਦਾ ਸੋਨੀ ਦਾ ਉਹ ਮਿਊਜ਼ਿਕ ਸਿਸਟਮ ਸੀਗਾ, ਉਹ ਬਲਕਾਰ ਸਿੱਧੂ ਦੇ ਗਾਣੇ ਲਾਇਓ, ਬਲਕਾਰ ਸਿੱਧੂ ਦੇ ਪੰਜਾਬੀ ਗਾਣੇ ਲਾਇਓ ਆ, ਤਾਂ ਉਹ ਵੀ ਫੁੱਲ ਆਵਾਜ਼ ਵਿੱਚ।
ਈਵਨ ਤੁਸੀਂ ਉੱਪਰ ਬੈਠੋਗੇ ਤੁਹਾਨੂੰ ਸੁਣੂਗਾ, ਥੱਲੇ ਬੈਠੋਗੇ ਤੁਹਾਨੂੰ ਪੂਰੀ ਸਿਸਟਮ ਪੂਰੀ ਆਵਾਜ਼ ਛੱਡੀ। ਉਹ ਪੂਰਾ ਦਿਨ ਇੱਕੋ ਹੀ ਗਾਣਾ ਗੁਰੂ ਜੀ ਵਜਾਉਂਦੇ ਰਹਿੰਦੇ, ਇੱਕੋ ਹੀ ਗਾਣਾ ਪੂਰਾ। ਉਹੀ ਗਾਣਾ ਅਸੀਂ ਘੱਟੋ 5-6 ਸੀੜੀਆਂ 'ਚ ਬਣਾਇਆ ਸੀ, ਉਹ ਗੁਰੂ ਜੀ ਉਹੀ ਵਜਾਉਂਦੇ ਰਹਿੰਦੇ ਸੀ। ਉਹ ਤਾਂ ਮੰਦਿਰ ਦਾ ਮਾਹੌਲ ਤਾਂ ਲੱਗਦਾ ਹੀ ਨਹੀਂ ਹੁੰਦਾ ਸੀ। ਪਰ ਗੁਰੂ ਜੀ ਦਾ ਕਲਿਆਣ ਕਰਨ ਦਾ ਤਰੀਕਾ, ਗੁਰੂ ਜੀ ਸਾਡੀ ਸੋਚ, ਜਿਹੜੀ ਸੋਚ ਦੇਖਦੇ ਆ ਵੀ ਤੁਹਾਡੀ ਸੋਚ ਕੀ ਹੈ, ਤੁਸੀਂ ਕੀ ਕਰਦੇ ਹੋ, ਤੁਹਾਡਾ ਦਿਮਾਗ ਕਿੱਧਰ ਨੂੰ ਜਾਂਦਾ। ਪਰ ਗੁਰੂ ਜੀ ਮਤਲਬ ਇੰਨਾ ਵੀ ਉਸ ਲਈ ਇੰਨਾ ਡਰ ਲੱਗਦਾ ਹੁੰਦਾ ਸੀ, ਗੁਰੂ ਜੀ ਦੇ ਸਿਵਾ ਤਾਂ ਕੁਝ ਦਿਖਦਾ ਹੀ ਨਹੀਂ ਹੁੰਦਾ। ਜੇ ਆਪਾਂ ਘਰੋਂ ਵੀ ਚੱਲਦੇ ਹੁੰਦੇ ਸੀ, ਸਿਰਫ ਗੁਰੂ ਜੀ ਬਾਰੇ ਹੀ ਦਿਖਦਾ ਸੀ, ਨਾ ਤਾਂ ਲੈਫਟ ਰਾਈਟ, ਨਾ ਕੋਈ ਸੇਵਾਦਾਰ ਦਿਖਦਾ ਹੁੰਦਾ ਸੀ, ਨਾ ਕੋਈ ਵਾਸ। ਤਾਂ ਸਿੱਧੇ ਗੁਰੂ ਜੀ ਕੋਲ ਜਾਣਾ, ਮੱਥਾ ਟੇਕਣਾ, ਉੱਥੇ ਮੱਥਾ ਟੇਕ ਕੇ ਗੁਰੂ ਜੀ ਕੋਲ ਬਹਿ ਜਾਣਾ, ਬਸ ਗੁਰੂ ਜੀ ਵਾਲਾ ਹੀ ਦੇਖਣਾ। ਜੇ ਮਾੜਾ ਜਿਹਾ ਦੇਖ ਹੋ ਜਾਵੇ ਤਾਂ ਉਹਦੇ ਵਿੱਚ ਚਾਹ ਪ੍ਰਸ਼ਾਦ ਲਿਆ, ਸਮੋਸਾ ਪ੍ਰਸ਼ਾਦ ਗੁਰੂ ਜੀ ਨੇ ਆਗਿਆ ਦਿੱਤੇ ਘਰ ਨੂੰ। ਮਤਲਬ ਦੂਜਾ ਤਾਂ ਕੋਈ ਗੱਲੇ ਨਹੀਂ ਹੁੰਦੀ ਸੀ ਵਿੱਚ, ਨਾ ਤਾਂ ਕੋਈ ਇਹਦੇ ਵਿੱਚ, ਨਾ ਤਾਂ ਕੋਈ ਦੂਜਾ ਹੈ ਕੋਈ ਨਾ। ਆਪਾਂ ਇਹ 1 to 1 ਕਨੈਕਸ਼ਨ ਹੈ ਗੁਰੂ ਜੀ ਨਾਲ, ਜਿੰਨਾ ਆਪਾਂ ਜੋੜ ਸਕਦੇ ਹਾਂ 1 to 1 ਹੀ ਕਨੈਕਸ਼ਨ ਆਪਾਂ ਜੋੜ ਸਕਦੇ ਹਾਂ। ਦੂਜਾ ਇਹ ਨਹੀਂ ਹੈ ਕੋਈ ਸਾਡਾ ਵਿੱਚ ਵਿਚਾਲੇ ਕੁਝ ਨਹੀਂ, ਇਹ ਨਹੀਂ ਇਹਦੇ ਥਰੂ ਕੰਮ ਬਣ ਜਾਊਗਾ, ਉਹਦੇ ਥਰੂ ਬਣ ਜਾਊ, ਉਹ ਗੁਰੂ ਜੀ ਕਰ ਸਕਦੇ ਆ। ਗੁਰੂ ਜੀ ਕੋਈ ਮੀਡੀਏਟਰ ਬਣਾਉਂਦੇ ਆ ਸਾਨੂੰ ਗੁਰੂ ਜੀ ਕੋਲ ਲਿਆਉਣ ਦਾ ਜਾਂ ਕੁਛ ਕਰਨ ਦਾ। ਤਾਂ ਉਹਦੇ ਬਾਅਦ ਜੇ ਕਲਿਆਣ ਕਰਨਾ, ਕਿਸੇ ਨੂੰ ਡ੍ਰੀਮ ਆ ਜਾਂਦਾ ਜਾਂ ਕੁਛ ਆ ਜਾਂਦਾ, ਤਾਂ ਉਹ ਗੁਰੂ ਜੀ ਕਰ ਸਕਦੇ ਆ। ਇਹ ਗੁਰੂ ਜੀ ਮਹਾਸ਼ਿਵ ਹੈ। ਇਹ ਇਹਨਾਂ ਦੇ ਗੁਰੂ ਜੀ ਕਹਿੰਦੇ ਹੁੰਦੇ ਸੀ ਵੀ ਜੇ ਸਾਨੂੰ ਕਹਿੰਦੇ ਹੁੰਦੇ ਸੀ ਕੰਜਰਾ ਵੀ ਮੰਦਿਰ ਦੇ ਬਾਹਰੋਂ ਵੀ ਕੋਈ ਲੰਘ ਗਿਆ ਨਾ ਮੱਥਾ ਟੇਕ ਕੇ, ਉਹਦਾ ਵੀ ਕਲਿਆਣ ਕਰ ਸਕਦਾ। ਤੁਸੀਂ ਦੇਖੋ ਮੰਦਿਰ ਦੀ ਕਿੰਨੀ ਪਾਵਰ ਹੈ। ਜਿਹੜਾ ਜਲੰਧਰ ਮੰਦਿਰ, ਦਿੱਲੀ ਮੰਦਿਰ ਹੈ ਨਾ, ਇਹ ਇੱਕ ਦੁਗਰੀ ਮੰਦਿਰ, ਇਹਦੀ ਬਹੁਤ ਇੰਪੋਰਟੈਂਸ ਹੈ। ਇਹ ਤਾਂ ਤੀਰਥ ਸਥਲ ਹੈ। ਆਪਾਂ ਘਰਾਂ 'ਚ ਵੀ ਸਤਸੰਗ ਕਰਦੇ ਹਾਂ, ਓਕੇ, ਲੇਕਿਨ ਜੋ ਇਹ ਮੰਦਿਰਾਂ ਦੀ ਗੱਲ ਹੈਗੀ ਨਾ, ਇਹ ਤਾਂ ਗੁਰੂ ਜੀ ਨੇ, ਜਿਹੜਾ ਜਲੰਧਰ ਮੰਦਿਰ ਤਾਂ ਗੁਰੂ ਜੀ ਦਾ ਜਿੱਦਾਂ ਇੱਕ ਤਰ੍ਹਾਂ ਦਾ ਆਪਣਾ ਘਰ ਸੀਗਾ, ਇਹਨੂੰ ਆਪਣਾ ਪੂਰਾ ਘਰ ਸਮਝਦੇ ਹੁੰਦੇ ਸੀ। ਮਤਲਬ ਇੰਨਾ ਸੀਗਾ ਇਹਦੇ ਵਿੱਚ, ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਇਹਦੇ ਵਿੱਚ। ਮਤਲਬ ਜਲੰਧਰ ਮੰਦਿਰ ਸੀ ਇੱਦਾਂ, ਜਦੋਂ ਮੈਂ ਜ਼ਿਆਦਾ ਜਲੰਧਰ ਮੰਦਿਰ ਵੀ, ਦਿੱਲੀ ਮੰਦਿਰ ਵੀ ਗਏ ਆ, ਪਰ ਜਲੰਧਰ ਮੰਦਿਰ ਜਦੋਂ ਸਾਨੂੰ ਇੰਨੀ ਵੀ ਸਾਨੂੰ ਕਈ ਪ੍ਰੋਬਲਮ ਹੁੰਦੀ ਸੀ, ਕਈ ਵਾਰ ਕੁਛ ਹੁੰਦਾ ਸੀ, ਪਰ ਜਿੱਦਾਂ ਮੰਦਿਰ ਦੇ ਐਂਟਰ ਹੁੰਦੇ ਸੀਗੇ, ਉਹ ਮਨ ਇੰਨਾ ਮਤਲਬ ਕਿ ਫਰੈਸ਼ ਜਿਹਾ ਹੋ ਜਾਂਦਾ ਸੀ। ਮਤਲਬ ਉਹ ਪ੍ਰੋਬਲਮ ਹੀ ਭੁੱਲ ਜਾਣੀ। ਕੋਈ ਬੰਦਾ 8-10 ਦਿਨਾਂ ਵਿੱਚ ਕੋਈ ਪ੍ਰੋਬਲਮ ਵੀ ਸੋਲਵ ਹੋ ਜਾਂਦੀ ਸੀ। ਮਤਲਬ ਜਿੱਦਾਂ ਨਾ ਇੱਕ ਤਰ੍ਹਾਂ ਦੀ ਪਤਾ ਨਹੀਂ ਕੀ ਚੀਜ਼ ਸੀਗੀ ਮੰਦਿਰ। ਮਤਲਬ ਇੰਨੀ ਉਹ 'ਚ ਪਾਵਰ ਹੈ, ਇਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਇਹ ਤਾਂ ਗੁਰੂ ਜੀ ਨੇ ਇਸ ਜਨਮ ਵਿੱਚ ਪਤਾ ਨਹੀਂ ਕਿਆ ਗੁਰੂ ਜੀ ਨੇ ਦੇਖਿਆ, ਮੈਂ ਤੁਹਾਨੂੰ ਕੁਝ ਦੱਸ ਨਹੀਂ ਸਕਦਾ। ਈਵਨ ਦੈਨ ਕਿ ਗੁਰੂ ਜੀ ਨੂੰ ਸਾਡੇ ਘਰ ਦੀ ਇੱਕ ਇੱਕ ਚੀਜ਼ ਬਾਰੇ ਪਤਾ, ਇੱਕ ਇੱਕ ਚੀਜ਼ ਬਾਰੇ। ਇੱਕ ਦਿਨ ਗੁਰੂ ਜੀ ਮੰਮੀ ਨੂੰ ਬੁਖਾਰ, ਗੁਰੂ ਜੀ 2002 ਵਿੱਚ ਗੁਰੂ ਜੀ ਉੱਥੇ ਆਏ ਸੀ, ਤੁਹਾਨੂੰ ਦੱਸਾਂ ਮੈਂ। ਤਾਂ 2002 ਵਿੱਚ ਆਏ ਤਾਂ ਗੁਰੂ ਜੀ ਮੰਮੀ ਨੇ ਇੱਕ ਵਾਰੀ ਬੁਖਾਰ ਚੜ ਗਿਆ। ਮੰਮੀ 3-4 ਦਿਨ ਗੁਰੂ ਜੀ ਕੋ ਗਏ ਨਹੀਂ, ਮੈਂ ਤਾਂ ਡੇਲੀ ਜਾਂਦਾ ਸੀ। ਤਾਂ ਇਹ ਫਿਰ 3-4 ਦਿਨ ਬਾਅਦ ਮੰਮੀ ਗਏ, ਤਾਂ ਮੰਮੀ ਜਾ ਕੇ ਮੰਮੀ ਨੇ ਕਹਿ ਦਿੱਤਾ ਗੁਰੂ ਜੀ ਨੂੰ, ਗੁਰੂ ਜੀ ਬੁਖਾਰ ਤਾਂ ਉਤਰਦਾ ਨਹੀਂ, ਗੁਰੂ ਜੀ ਮੈਂ ਕੀ ਕਰਾਂ। ਗੁਰੂ ਜੀ ਕਹਿੰਦੇ ਡੱਡੂ ਕੱਢਦੀ ਨਹੀਂ, ਉਦਾਂ ਕਹਿੰਦੀ ਬੁਖਾਰ ਨਹੀਂ ਉਤਰਦਾ। ਡੱਡੂ ਕੱਢਦੀ ਨਹੀਂ, ਉਦਾਂ ਕਹਿੰਦੀ ਬੁਖਾਰ ਨਹੀਂ ਉਤਰਦਾ। ਡੱਡੂ, ਹੁਣ ਗੁਰੂ ਜੀ ਪੰਜਾਬੀ ਬੋਲਦੇ ਸੀ ਕਿ ਨਾ, ਉਹ ਡੱਡੂ, ਮੈਂ ਸੋਚਿਆ ਵੀ ਡੱਡੂ ਜਿਹੜਾ ਫਰੋਗ ਹੁੰਦਾ, ਫਰੋਗ, ਮੈਂ ਕਿਹਾ ਵੀ ਮੈਨੂੰ ਲੱਗਾ ਜਿੱਦਾਂ ਵੀ ਗੁਰੂ ਜੀ ਨੇ ਫਰੋਗ ਡੱਡੂ ਇਹ ਕਿਹਾ। ਗੁਰੂ ਜੀ ਫਾਸਟ ਬੋਲਦੇ, ਕਈ ਵਾਰ ਗੁਰੂ ਜੀ ਸਮਝ ਨਹੀਂ ਲੱਗਦੀ ਸੀ ਗੱਲ। ਤਾਂ ਮੈਨੂੰ ਇਹਨਾਂ ਸਮਝ ਲੱਗ ਗਿਆ ਵੀ ਫਰੋਗ ਜਾਂ ਡੱਡੂ ਗੁਰੂ ਜੀ ਨੇ ਕੁਛ ਕਿਹਾ ਹੈ। ਤਾਂ ਉਹ ਗੱਲ ਵੀ ਬੋਲੀ ਯਾਦ ਨਹੀਂ ਰਹਿੰਦੀ ਹੁੰਦੀ ਸੀ ਗੁਰੂ ਜੀ ਨੇ ਕੀ ਕਿਹਾ ਕੀ ਨਹੀਂ ਰਿਹਾ। ਤਾਂ ਗੁਰੂ ਜੀ ਨੇ ਸਾਨੂੰ ਰਾਤ ਨੂੰ 12 ਵਜੇ ਘਰ ਭੇਜਿਆ, ਤਾਂ ਅਸੀਂ ਘਰ ਗਏ। ਤਾਂ ਜਿੱਦਾਂ ਘਰ ਗਏ ਤਾਂ ਫਿਰ ਮੈਨੂੰ ਯਾਦ ਆਇਆ, ਮੈਂ ਗੁਰੂ ਜੀ ਡੱਡੂ ਕਹਿੰਦੇ ਸੀ, ਹੁਣ ਰਾਤ ਨੂੰ ਅਸੀਂ ਡੱਡੂ ਕੱਢਣ ਵਾਲੇ ਨਹੀਂ ਸੀਗੇ। ਸਵੇਰੇ ਉੱਠ ਕੇ ਅਸੀਂ ਲਿਵਿੰਗ ਰੂਮ ਸਾਰਾ, ਸੋਫੇ ਇੱਧਰ ਕੀਤੇ, ਸਭ ਕੁਝ ਕੀਤਾ, ਧੋਤਾ ਸਾਰਾ। ਫਿਰ ਪਿੱਛੇ ਡਰਾਇੰਗ ਰੂਮ ਸੀ, ਉਹ ਵੀ ਸਾਰਾ ਧੋਤਾ। ਇੱਕ ਇੱਧਰਲਾ ਬਾਥਰੂਮ ਸੀ, ਇਹ ਵੀ ਧੋਤਾ, ਇੱਧਰ ਉੱਧਰ ਸਾਰਾ ਧੋਤਾ। ਕਿਤੇ ਕੋਈ ਡੱਡੂ ਨਹੀਂ ਦਿਖਿਆ, ਕੁਛ ਨਹੀਂ ਦਿਖਿਆ। ਲਾਸਟ ਦਾ ਜਿਹੜਾ ਕਮਰਾ ਸੀਗਾ, ਲਾਸਟ ਵਾਲਾ ਕਮਰਾ ਸੀ, ਤਾਂ ਉਹਦੇ ਵਿੱਚ ਜਿੱਦਾਂ ਸਾਡੇ ਕੱਪੜੇ ਕੁਪੜੇ A to Z ਸਭ ਕੁਛ ਹੁੰਦਾ ਸੀ। ਉਹ ਜਦੋਂ ਸਾਫ਼ ਕਰਨ ਲੱਗੇ, ਕਲੀਨ ਕਰਨ, ਪੇਟੀਆਂ ਪੂਟੀਆਂ ਅੱਗੇ ਕੀਤੀਆਂ, ਪੇਟੀਆਂ ਦੇ ਪਿੱਛੇ ਯਕੀਨ ਮੰਨੋ ਵੀ ਐਡਾ ਬੜਾ ਡੱਡੂ। ਇੱਕ ਤਾਂ ਡੱਡੂ ਇੰਨੇ ਹੁੰਦੇ ਆ ਨਾ, ਉਹ ਡੱਡੂ ਐਡਾ ਬੜਾ, ਉਹਦੀਆਂ ਅੱਖਾਂ ਐਡੀਆਂ ਅੱਖਾਂ, ਐਡੀਆਂ ਅੱਖਾਂ। ਤਾਂ ਉਹ ਏਦਾਂ ਬੈਠਾ ਹੈ, ਉਹ ਪੇਟੀਆਂ ਦੇ ਪਿਛਲੇ ਪਾਸੇ ਬੈਠਾ। ਜਦੋਂ ਅਸੀਂ ਅੱਗੇ ਨੂੰ ਏਦਾਂ ਡੰਡਾ ਮਾਰੀ, ਉਹ ਏਦਾਂ ਨਾ ਡਾਈ ਮਾਰਦਾ ਸੀ। ਤਾਂ ਬੜੀ ਮੁਸ਼ਕਿਲ ਨਾਲ ਉਹਨੂੰ ਕਰਕੇ ਬਾਹਰ ਕੱਢਿਆ। ਇੱਕੋ ਡੱਡੂ ਸੀਗਾ, ਉਹ ਐਡਾ ਬੜਾ ਡੱਡੂ, ਦੇਖ ਲਓ। ਉਹ ਅਸੀਂ ਬਾਹਰ ਕੱਢਿਆ ਤਾਂ ਮੰਮੀ ਨੂੰ ਅਗਲੇ ਦਿਨ ਤੋਂ ਬੁਖਾਰ ਵੀ ਖਤਮ ਹੋ ਗਿਆ। ਤੁਹਾਨੂੰ ਮੈਂ ਕੀ ਕਰਾਂ ਵੀ ਕਈ ਵਾਰ ਨਾ ਮੇਰੇ ਵੀ ਰੌਂਗਟੇ ਖੜੇ ਹੋ ਜਾਂਦੇ ਆ ਵੀ ਕਾਂਟ ਸੇ। ਮਤਲਬ ਕਿ ਕਈ ਵਾਰ ਅਸੀਂ ਇੰਨੀ ਗੁਰੂ ਜੀ ਦੀ ਗੱਲਾਂ ਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਆਪ ਗੁਰੂ ਜੀ ਨੂੰ ਸਾਡੇ ਇੱਕ ਘਰ ਦੀ ਇੱਕ ਇੱਕ ਚੀਜ਼ ਬਾਰੇ ਪਤਾ ਹੈ। ਆਪਾਂ ਕੀ ਕਰਦੇ ਆ, ਕੀ ਨਹੀਂ ਕਰਦੇ, ਸਭ ਪਤਾ ਗੁਰੂ ਜੀ। ਤਾਂ ਏਦਾਂ ਹੋਇਆ, ਤੁਹਾਨੂੰ ਮੈਂ ਦੱਸਾਂ। ਫਿਰ ਗੁਰੂ ਜੀ ਦੇ ਨਾਲ ਗੁਰੂ ਜੀ ਸਾਡੇ ਨਾਲ ਮਜ਼ਾਕ ਬਹੁਤ ਕਰਦੇ ਹੁੰਦੇ ਸੀ, ਮਜ਼ਾਕ ਇੰਨਾ ਕਰਦੇ ਹੁੰਦੇ ਸੀ, ਤੁਹਾਨੂੰ ਮੈਂ ਦੱਸ ਨਹੀਂ ਸਕਦਾ।
ਤਾਂ ਗੁਰੂ ਜੀ ਇੱਕ ਦਿਨ ਕੀ ਹੋਇਆ, ਗੁਰੂ ਜੀ ਨੇ ਏਦਾਂ, ਕਿਉਂਕਿ ਉਸ ਵੇਲੇ ਨੀਂਦ ਬਹੁਤ ਆਉਂਦੀ ਸੀ, ਬਹੁਤ ਜ਼ਿਆਦਾ ਨੀਂਦ ਆਉਂਦੀ ਸੀ। ਗੁਰੂ ਜੀ ਨੇ ਏਦਾਂ ਬੈਠੇ ਤਾਂ ਮੁੱਕੀ ਮਾਰ ਰਹੇ, ਰਾਤ ਨੂੰ ਤਾਂ ਮੁੱਕੀ ਮਾਰ ਰਹੇ, ਇੱਧਰ ਸ਼ਬੀਲਾ ਬੈਠਾ, ਇੱਧਰ ਮੈਂ ਬੈਠਾ, ਇੱਧਰ ਮੁੱਕੀ ਮਾਰਦੇ ਮਾਰਦੇ ਕੀ ਹੋਇਆ ਕਿ ਏਦਾਂ ਜਿੱਦਾਂ ਮੁੱਕੀ ਮਾਰਦੇ ਤਾਂ ਪਤਾ ਹੀ ਨਹੀਂ ਲੱਗਾ ਸਾਨੂੰ ਪਤਾ ਹੀ ਨਹੀਂ ਲੱਗਾ। ਗੁਰੂ ਜੀ ਏਦਾਂ ਲੰਮੇ ਸੈਂਟਰ 'ਚ ਲੰਮੇ ਪਏ ਆ, ਏਦਾਂ ਉਹ ਸ਼ਬੀਲੇ ਨੇ ਆਪਣੀ ਲੱਤਾਂ ਸਿੱਧੀਆਂ ਕੀਤੀਆਂ, ਮੈਂ ਵੀ ਆਪਣੀਆਂ ਲੱਤਾਂ ਸਿੱਧੀਆਂ ਕੀਤੀਆਂ। ਉਹ ਸ਼ਬੀਲੇ ਨੇ ਮੇਰੀ ਲੱਤ ਫੜ ਲਈ, ਉਹ ਮੁੱਕੀ ਮੇਰੀ ਲੱਤ ਤੇ ਮੁੱਕੀ ਮਾਰ ਰਿਹਾ, ਮੈਂ ਉਹਦੀ ਲੱਤ ਤੇ ਮੁੱਕੀ ਮਾਰ ਰਿਹਾ। ਗੁਰੂ ਜੀ ਨੂੰ ਅਸੀਂ ਭੁੱਲੇ ਗਏ। ਉਹ ਗੁਰੂ ਜੀ ਥੋੜੀ ਦੇਰ ਬਾਅਦ ਦੇਖਿਆ ਤਾਂ ਗੁਰੂ ਜੀ ਉੱਠ ਗਏ ਵਿੱਚੋਂ। ਗੁਰੂ ਜੀ, ਹੁਣ ਸਾਨੂੰ ਇੰਨਾ ਵੀ ਨਹੀਂ ਪਤਾ ਗੁਰੂ ਜੀ ਉੱਠ ਗਏ। ਗੁਰੂ ਜੀ ਕੇ ਦੂਜੇ ਉਧਰ ਸੇਵਾਦਾਰ ਸੁੱਤੇ ਸੀ, ਉਹਨਾਂ ਜਗਾ ਕੇ ਲਿਆਏ, ਉੱਪਰੋਂ ਲੈਟ ਲਾਤੀ। ਕਹਿੰਦੇ ਕੰਜਰਾ ਦੇਖੋ ਕੀ ਕਰਨ ਲੱਗੇ ਹੋ ਹੈਂ। ਉਹ ਮੇਰੀਆਂ ਲੱਤਾਂ ਘੁੱਟੇ ਤਾਂ ਮੈਂ ਉਹਦੀਆਂ ਲੱਤਾਂ ਘੁੱਟਾਂ ਫੜ ਗਏ ਹੈਂ। ਤਾਂ ਗੁਰੂ ਜੀ ਕਹਿੰਦੇ ਕੰਜਰ ਸਭ ਫੇਲ ਹੈ, ਕੰਜਰ ਸਭ ਫੇਲ ਹੈ, ਚਲੋ ਇਹਨੂੰ ਬਾਹਰ ਕੱਢੋ, ਇਹਨਾਂ ਦੋਨਾਂ ਨੂੰ ਬਾਹਰ ਕੱਢੋ, ਕੋਈ ਜ਼ਰੂਰਤ ਨਹੀਂ ਇਹਨਾਂ ਦੀ। ਅਸੀਂ ਬਾਹਰ ਆ ਗਏ, ਕੀ ਕਰੇ ਹੁਣ ਗੁਰੂ ਜੀ, ਹੁਣ ਇੱਕ ਤਾਂ ਨੀਂਦ ਆ ਰਹੀ ਹੈ, ਇੱਕ ਤਾਂ ਗੁੱਸਾ ਆ ਰਿਹਾ, ਗੁਰੂ ਜੀ ਵੀ ਹੁਣ ਕੀ ਕਰੇ ਮੈਂ ਇੰਨਾ। ਤਾਂ ਗੁਰੂ ਜੀ ਨੇ ਸਾਨੂੰ ਬਾਹਰ ਕੱਢਦਾ। ਦਸੰਬਰ ਜਨਵਰੀ ਦਾ ਮਹੀਨਾ, ਉੱਪਰੋਂ ਇੰਨੀ ਠੰਡ ਹੋ ਰਹੀ ਹੈ। ਉਹ ਸੌਕਸ ਸੀਗੇ, ਸੌਕਸ ਪਾਈ ਤਾਂ ਬਾਹਰ ਹੀ ਪਈ ਸੀ, ਸੌਕਸ ਪਾ ਕੇ ਉੱਤੇ ਖੜੇ ਰਹੇ ਉੱਥੇ। ਤਾਂ ਹੁਣ ਗੁਰੂ ਜੀ ਦਾ ਰੋਸ ਵੀ ਮਤਲਬ ਕਿ ਗੁੱਸਾ ਵੀ ਹੋ ਜਾਂਦਾ, ਮੰਦੀ ਵੀ ਆਪੇ ਸੀਗੇ। ਤੁਸੀਂ ਬਾਹਰ ਗਏ ਤਾਂ ਗੁਰੂ ਜੀ ਏਦਾਂ ਨਾ ਕਿਚਨ ਵਿੱਚ ਆ ਗਏ। ਕਿਚਨ ਵਿੱਚ ਜਿੱਦਾਂ ਹੀ ਗੁਰੂ ਜੀ ਆਏ ਤਾਂ ਗੁਰੂ ਜੀ ਆ ਕੇ ਨਾ ਗੁਰੂ ਜੀ ਚਾਹ ਬਣਾਉਣੀ ਸ਼ੁਰੂ ਕਰਤੀ। ਉਹਨੂੰ ਸਾਨੂੰ ਕਿਚਨ ਦਿਖ ਰਹੀ ਹੈ ਨਾ, ਅਸੀਂ ਬਾਹਰ ਖੜੇ ਹਾਂ, ਸਾਨੂੰ ਕਿਚਨ ਦਿਖ ਰਹੀ ਹੈ, ਅੰਦਰ ਗੁਰੂ ਜੀ ਘੁੰਮ ਰਹੇ ਦਿਖ ਰਹੇ। ਗੁਰੂ ਜੀ ਨੇ ਕੀ ਕੀਤਾ, ਇਹ ਮੈਨੂੰ ਨਹੀਂ ਪਤਾ, ਉਹ ਐਡਾ ਬੜਾ ਏਡਾ ਕੁ ਦੇਗਾ ਹੁੰਦਾ ਸੀਗਾ ਤਾਂ ਉਹਦੇ ਵਿੱਚ ਚਾਹ ਬਣਾ ਦਿੰਦੇ ਸੀ। ਤਾਂ ਗੁਰੂ ਜੀ ਨੇ ਪਤਾ ਨਹੀਂ ਕਿੰਨਾ ਪਾਣੀ ਪਾਇਆ, ਇਹ ਨਹੀਂ ਮੈਂ ਦੇਖਿਆ ਵੀ ਕਿੰਨਾ ਕੁ ਪਾਣੀ ਪਾਇਆ। ਤਾਂ ਗੁਰੂ ਜੀ ਨੇ ਸਾਡੇ ਕੋਲ 2 ਕਿਲੋ ਚੀਨੀ ਹੁੰਦੀ ਸੀ ਤਾਂ 2 ਕਿਲੋ ਪੱਤੀ ਹੁੰਦੀ ਸੀ, 2 ਡੱਬੇ ਨਾਲ ਪਏ ਜਾਂਦੇ ਸੀ। ਤਾਂ ਗੁਰੂ ਜੀ ਨੇ ਦੋਨੇ ਡੱਬੇ ਏਦਾਂ ਵਿੱਚ ਕਰਤੇ ਉਹਦੇ ਦੇਗੇ ਦੇ ਵਿੱਚ। ਤਾਂ ਉਹ ਜਦੋਂ ਵੀ ਹੁੰਦੇ ਸੀ ਭਰ ਕੇ ਰੱਖ ਦਈਦੇ ਸੀ, ਉਹ ਖਾਲੀ ਤਾਂ ਹੁੰਦੇ ਹੀ ਨਹੀਂ ਸੀਗੇ ਕਦੀ ਵੀ। ਔਰ ਸ਼ਾਮ ਨੂੰ ਜਦੋਂ ਗੁਰੂ ਜੀ ਦਾ ਸੌਣ ਦਾ ਟਾਈਮ ਹੁੰਦਾ, ਉਸ ਵੇਲੇ ਤਾਂ ਪਹਿਲੇ ਪੂਰਾ ਫੁੱਲ ਕਰਕੇ ਫਿਰ ਹੀ ਸੌਂ ਜਾਂਦਾ ਸੀ। ਤਾਂ ਗੁਰੂ ਜੀ ਨੇ ਉਹ ਪੂਰੀ ਉਹ ਦੋਨੇ ਚੀਨੀ ਵੀ ਪਾਤੀ, ਪੱਤੀ ਵੀ ਪਾਤੀ। ਅਸੀਂ ਦੇਖ ਰਹੇ ਹਾਂ, ਹੁਣ ਬਾਕੀ ਅੰਦਰ ਬੈਠਿਆਂ ਨੂੰ ਕੁਛ ਨਹੀਂ ਪਤਾ ਹੈਗਾ। ਤਾਂ ਗੁਰੂ ਜੀ ਏਦਾਂ ਚਮਚ ਏਦਾਂ ਵਿੱਚ ਘੁਮਾ ਰਹੇ, ਆਵਾਜ਼ ਵੀ ਆ ਰਹੀ ਹੈ, ਗੁਰੂ ਜੀ ਏਦਾਂ ਏਦਾਂ ਕਰ ਰਹੇ। ਤਾਂ ਫਿਰ ਗੁਰੂ ਜੀ ਬਾਅਦ ਦੁੱਧ ਵੀ ਪਾਇਆ। ਤਾਂ ਮੈਂ ਕਿਹਾ ਚਲੋ, ਜਿਹੜੇ ਆਪਾਂ ਸੋਚ ਰਹੇ ਸੀ ਵੀ ਅੰਦਰ ਜਿਹੜੇ ਬੈਠੇ ਅੱਜ ਦੇਖੋ ਕਿੱਦਾਂ ਦੀ ਚਾਹ ਮਿਲਦੀ ਉਹਨਾਂ ਨੂੰ, ਵੀ ਇੰਨੀ ਪੱਤੀ ਤੇ ਇੰਨੀ ਚੀਨੀ ਨਾ। ਤਾਂ ਅਸੀਂ ਹੱਸ ਰਹੇ ਬਾਹਰ ਖੜੇ ਖੜੇ, ਹਾਸਾ ਵੀ ਆ ਰਿਹਾ, ਇੱਕ ਰੋਣਾ ਵੀ ਆ ਰਿਹਾ, ਗੁਰੂ ਜੀ ਨੇ ਠੰਡ 'ਚ ਖੜਾ ਕੀਤਾ। ਤਾਂ ਫਿਰ ਥੋੜੀ ਦੇਰ ਬਾਅਦ ਗੁਰੂ ਜੀ ਨੇ ਚਾਹ ਬਣਾਈ, ਤੇ ਚਾਹ ਬਣਾ ਕੇ ਜੱਗ 'ਚ ਪਾ ਕੇ ਤੇ ਗੁਰੂ ਜੀ ਨੇ ਕਿਹਾ, ਉਹ ਕੰਜਰ ਜਿਹੜੇ ਬਾਹਰ ਖੜੇ ਇਹਨਾਂ ਨੂੰ ਬੁਲਾ ਕੇ ਲਿਆਓ। ਤਾਂ ਉਹ ਫਿਰ ਮੋਂਟੀ ਆਇਆ, ਮੋਂਟੀ ਕਹਿੰਦਾ ਬੋਬੀ ਅੰਦਰ ਆ ਜਾਓ। ਮੈਂ ਕਿਹਾ ਨਹੀਂ, ਅਸੀਂ ਬਾਹਰ ਹੀ ਠੀਕ ਹੈ, ਸਾਨੂੰ ਤਾਂ ਪਤਾ ਵੀ ਚਾਹ ਕਿੱਦਾਂ ਦੀ ਬਣੀ ਹੈ। ਤਾਂ ਉਹ ਕਹਿੰਦੇ ਨਹੀਂ ਬੋਬੀ ਅੰਦਰ ਆ ਜਾ, ਗੱਲ ਸੁਣੀ ਦਿੰਦੀ, ਆ ਜਾ। ਤਾਂ ਅੰਦਰ ਆਏ, ਅੰਦਰ ਆ ਕੇ ਬੈਠੇ ਤੇ ਗੁਰੂ ਜੀ ਨੇ ਦੇਖੋ ਆਪਣੇ ਹੱਥ ਨਾਲ ਸਾਨੂੰ ਚਾਹ ਬਣਾ ਕੇ ਚਾਹ ਪਿਲਾਈ। ਉਹ ਚਾਹ ਜਿਹੜੀ ਸੀ ਅੱਜ ਤੱਕ ਉਹ ਚਾਹ ਦਾ ਸਵਾਦ ਨਹੀਂ ਆਇਆ, ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਤਾਂ ਗੁਰੂ ਜੀ ਦੇ ਹੱਥਾਂ ਦੀਆਂ ਚੀਜ਼ਾਂ, ਉਹ ਤਾਂ ਇੱਕ ਤਾਂ ਜਿਹੜਾ ਦਾ ਅੰਮ੍ਰਿਤ ਜਿੱਦਾਂ ਸੀ ਨਾ, ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕੀ ਗੁਰੂ ਜੀ ਨੇ ਕੀਤਾ ਕੀ ਨਹੀਂ। ਮੈਂ ਗੁਰੂ ਜੀ ਤਾਂ ਮਹਾਸ਼ਿਵ ਆ, ਇਹ ਇਹਨਾਂ ਦੇ ਅੱਗੇ ਕੁਛ ਵੀ ਨਹੀਂ ਨਾ। ਪੂਰੇ ਸਰੀਰ ਵਿੱਚੋਂ ਫ੍ਰੈਗਨੈਂਸ ਆਉਂਦੀ ਸੀ, ਪੂਰੇ ਸਰੀਰ ਵਿੱਚ। ਆਪਾਂ ਗੁਰੂ ਜੀ ਦੇ ਏਦਾਂ ਹੱਥ ਵੀ ਲਾ ਦਈਦਾ ਸੀ, ਢਿੱਡ ਨੂੰ ਹੱਥ ਲਾਈਦਾ ਸੀ। ਗੁਰੂ ਜੀ ਸਾਡੇ ਨਾਲ ਦਾ ਸ਼ਾਲ ਲੈਂਦੇ ਸੀ, ਰਾਤ ਨੂੰ ਬਨੈਣ ਪਾ ਲੈਂਦੇ ਸੀ। ਜਦੋਂ ਬਨੈਣ ਪਾ ਲੈਂਦੇ ਸੀ, ਸ਼ਾਰਟਸ ਪਾ ਲੈਂਦੇ, ਗੁਰੂ ਜੀ ਸਾਡੇ ਨਾਲ ਵੀ ਛੋਟੇ ਲੱਗਦੇ ਹੁੰਦੇ ਸੀ। ਪਰ ਗੁਰੂ ਜੀ ਦੇ ਚੋਲਾ ਪਾ ਲੈਂਦੇ ਸੀ, ਉਹ ਗੁਰੂ ਜੀ ਸਾਡੇ ਨਾਲ ਵੀ ਲੰਬੇ ਲੱਗਦੇ ਹੁੰਦੇ ਸੀ। ਇਹ ਨਹੀਂ ਮੈਨੂੰ ਸਮਝ, ਗੁਰੂ ਜੀ ਜਿਹੜੇ ਜਿੱਦਾਂ ਚੋਲਾ ਪਾ ਲੈਂਦੇ ਸੀ, ਗੁਰੂ ਜੀ ਆਪਣੇ ਚਲੋ ਪੰਜਾਬੀ ਜੁੱਤੀ ਪਾ ਲੈਂਦੇ, ਜੁੱਤੀ ਵੀ ਕੋਈ ਜ਼ਿਆਦਾ ਹਾਈ ਨਹੀਂ ਹੁੰਦੀ ਸੀ, ਮਾੜੀ ਜਿਹੀ ਪਤਲੀ ਹੁੰਦੀ ਸੀ ਪਹਿਲੇ। ਪਰ ਗੁਰੂ ਜੀ ਸਾਡੇ ਨਾਲ ਵੀ ਲੰਬੇ ਲੱਗਦੇ ਹੁੰਦੇ ਸੀ। ਗੁਰੂ ਜੀ ਤਾਂ ਮਹਾਸ਼ਿਵ ਹੈ, ਇਹਨਾਂ ਦਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕੁਛ ਵੀ, ਇਹਨਾਂ ਦਾ ਕੀ ਹੈ ਕਿੱਦਾਂ ਹੈ। ਤਾਂ ਇਹਦੇ ਬਾਅਦ ਤੁਸੀਂ ਦੇਖੋ, ਫਿਰ ਮੇਰੀ ਭੈਣ ਦੀ ਜਦੋਂ ਅੰਗੇਜਮੈਂਟ ਕਰਤੀ, ਸਭ ਕੁਛ ਕਰਤੀ। ਤਾਂ ਜਦੋਂ ਮੇਰੀ ਭੈਣ, ਸਾਨੂੰ ਮੁझे ਯਾਦ ਨਹੀਂ ਆ, ਜਦੋਂ ਮੇਰੀ ਭੈਣ ਜਦੋਂ ਮੰਦਿਰ ਆਈ ਨਾ, ਮੰਦਿਰ ਇਹ ਆਪਣੀਆਂ ਅੰਗੂਠੀਆਂ ਵੀ ਘਰ ਖੋਲ ਕੇ ਆ। ਤਾਂ ਗੁਰੂ ਜੀ ਨੇ ਏਦਾਂ ਮੋਢਾ ਮਾਰ ਕੇ ਕਿਹਾ, ਕਹਿੰਦੇ ਆਂਟੀ ਵਿਆਹ ਕਰਾ ਲਿਆ। ਤਾਂ ਗੁਰੂ ਜੀ ਕਹਿੰਦੀ, ਗੁਰੂ ਜੀ ਨਹੀਂ ਗੁਰੂ ਜੀ ਅੰਗੇਜਮੈਂਟ ਹੋਈ ਹੈ, ਵਿਆਹ ਨਹੀਂ ਹੋਇਆ। ਆਹੋ, ਕਦੀ ਕਹਿੰਦੇ ਗੁਰੂ ਜੀ ਕਹਿੰਦੇ ਇਹ ਵਿਆਹ ਹੀ ਹੁੰਦਾ, ਹੋਰ ਕੀ ਹੁੰਦਾ। ਤਾਂ ਫਿਰ ਗੁਰੂ ਜੀ ਦਾ ਘੁੰਮਦੇ ਰਹੇ, ਬਾਅਦ 'ਚ ਫਿਰ ਗੁਰੂ ਜੀ ਗੱਲ ਛੱਡਦੇ ਨਹੀਂ ਹੁੰਦੇ ਸੀ, ਬਾਰ-ਬਾਰ ਉਹੀ ਗੱਲ ਕਰਦੇ ਰਹਿੰਦੇ ਸੀ। ਤਾਂ ਗੁਰੂ ਜੀ ਕਹਿੰਦੇ ਗੁਰੂ ਜੀ ਕਹਿੰਦੇ ਇਹਦੇ ਬੰਗਿਆਂ ਦੇ ਬੰਦੇ ਵੀ ਟੇਢੇ ਹੁੰਦੇ, ਇਹਨਾਂ ਦੇ ਦਰਵਾਜ਼ੇ ਵੀ ਟੇਢੇ ਹੁੰਦੇ। ਰਿਸ਼ਤਾ ਜਿਹੜਾ ਕੀਤਾ ਸੀ ਬੰਗੇ ਪਿੰਡ, ਬੰਗਾ ਪਿੰਡ ਆ, ਉੱਥੇ ਕੀਤਾ ਸੀ। ਗੁਰੂ ਜੀ ਕਹਿੰਦੇ ਬੰਗਿਆਂ ਦੇ ਬੰਦੇ ਵੀ ਟੇਢੇ, ਇਹਨਾਂ ਦੇ ਦਰਵਾਜ਼ੇ ਵੀ ਟੇਢੇ। ਤਾਂ ਜਿਹੜੇ ਬੰਦੇ ਜਿੱਦਾਂ ਟੇਢੇ ਆ, ਉਹ ਤਾਂ ਚਲੋ ਬਾਅਦ 'ਚ ਪਤਾ ਲੱਗਾ। ਤਾਂ ਜਿਹੜਾ ਦਰਵਾਜ਼ਾ ਜਿਹੜਾ ਸੀ ਉਹਨਾਂ ਦਾ, ਦਰਵਾਜ਼ਾ ਜਿੱਦਾਂ ਮੇਨ ਡੋਰ ਹੁੰਦਾ ਨਾ, ਉਹ ਮਤਲਬ ਸਟ੍ਰੇਟ ਨਹੀਂ ਹੈ, ਏਦਾਂ ਟੇਢਾ ਮਤਲਬ ਕਿ ਉਹਨਾਂ ਦਾ ਲੱਗਾ ਹੈ। ਉਹਨਾਂ ਦੇ ਘਰ ਦੇ ਜਿੰਨੇ ਵੀ ਉੱਥੇ ਦਰਵਾਜ਼ੇ ਆ, ਉਹ ਸਭ ਟੇਢੇ ਲੱਗੇ ਹੋ। ਤੁਸੀਂ ਦੇਖੋ, ਅਸੀਂ ਉਹ ਚੀਜ਼ ਨੂੰ ਗੌਰ ਵੀ ਨਹੀਂ ਕੀਤਾ, ਕੁਛ ਵੀ ਨਹੀਂ ਕੀਤਾ। ਗੁਰੂ ਜੀ ਨੂੰ ਮੰਦਿਰ ਬੈਠਿਆਂ ਨੂੰ ਪਤਾ, ਨਾ ਗਏ ਆ ਗੁਰੂ ਜੀ ਨੇ ਬਾਹਰ।
ਗੁਰੂ ਜੀ ਕਹਿੰਦੇ ਬੰਗਿਆਂ ਦੇ ਬੰਦੇ ਵੀ ਟੇਢੇ, ਇਹਨਾਂ ਦੇ ਦਰਵਾਜ਼ੇ ਵੀ ਟੇਢੇ। ਤਾਂ ਤੁਸੀਂ ਦੇਖੋ ਗੁਰੂ ਜੀ ਨੂੰ ਉੱਥੇ ਬੈਠਿਆਂ ਨੂੰ ਪਤਾ ਹੋਵੇ ਕੀ ਹੈ ਕੀ ਨਹੀਂ ਹੈਗਾ। ਤਾਂ ਅਸੀਂ ਜਾ ਕੇ ਬਾਅਦ ਧਿਆਨ ਆਇਆ ਵੀ ਗੁਰੂ ਜੀ ਦੇ ਦਰਵਾਜ਼ੇ ਵੀ ਉਹਨਾਂ ਦੇ ਟੇਢੇ ਸੀਗੇ, ਗੁਰੂ ਜੀ ਟੇਢੇ ਕਹਿੰਦੇ ਸੀ। ਉਹ ਬਾਅਦ ਚ ਲੱਗਾ ਬੰਦੇ ਵੀ ਥੋੜੇ ਟੇਢੇ ਸੀ, ਚਲੋ ਗੁਰੂ ਜੀ ਨੇ ਠੀਕ ਕਰਤੇ। ਗੁਰੂ ਜੀ ਤਾਂ ਮਹਾਸ਼ਿਵ ਹੈ, ਇਹਨਾਂ ਦੇ ਅੱਗੇ ਮੈਂ ਦੱਸ ਨਹੀਂ ਸਕਦਾ। ਗੁਰੂ ਜੀ ਨੇ ਬਹੁਤ ਕੁਛ ਸਾਨੂੰ, ਗੁਰੂ ਜੀ ਕਹਿੰਦੇ ਹੁੰਦੇ ਸੀ ਆਜੋ ਅਮਰੀਕਾ ਵਾਲੇ, ਆਜੋ ਅਮਰੀਕਾ ਵਾਲੇ। ਇਹ ਦੇਖੋ ਗੁਰੂ ਜੀ 96 97 ਦੀ ਗੱਲ ਹੈ। ਇੱਕ ਵਾਰੀ ਕੀ ਹੋਇਆ, ਮੇਰਾ ਚਾਚਾ, ਸਾਡਾ ਚਾਚਾ ਸੀ ਇੱਥੇ US ਰਹਿੰਦਾ ਹੁੰਦਾ ਸੀ, LA ਰਹਿੰਦਾ ਹੁੰਦਾ ਸੀ। ਮੈਂ ਤਾਂ ਮੰਮੀ, ਅਸੀਂ ਇੱਕ ਵੀ, ਮੇਰੇ ਦਾਦਾ ਜੀ ਕਹਿੰਦੇ ਵੀ ਗੁਰੂ ਜੀ ਇੰਨੇ ਕਰਨੀ ਵਾਲੇ ਆ ਵੀ ਤੁਸੀਂ ਏਦਾਂ ਕਰੋ ਵੀ ਆ ਗੁਰੂ ਜੀ ਆਪਣੇ ਚਾਚੇ ਦੀ ਫੋਟੋ ਲੈ ਜਾਓ, ਸ਼ਾਇਦ ਕੋਈ ਬਿਜ਼ਨਸ ਚੱਲ ਪਵੇ, ਚਲੋ ਸਾਨੂੰ ਵੀ ਬੁਲਾ ਲਓ। ਵੀ ਸਾਨੂੰ ਵੀ ਹੁੰਦਾ ਸੀ ਉਸ ਵੇਲੇ, ਚਲੋ ਸਾਨੂੰ ਵੀ ਅਮਰੀਕਾ ਬੁਲਾ ਲਊਗਾ ਨਾ। ਯਕੀਨ ਮੰਨੋ ਵੀ ਅਸੀਂ ਦਾਦਾ ਜੀ ਕਹਿਣ ਤੇ ਗੁਰੂ ਜੀ ਦੀ, ਚਾਚਾ ਜੀ ਦੀ ਫੋਟੋ ਆਪਣੀ ਲੈ ਕੇ ਗੁਰੂ ਜੀ ਕੋਲ ਆਏ। ਗੁਰੂ ਜੀ ਨੇ ਫੋਟੋ ਦੇਖੀ ਨਹੀਂ। ਗੁਰੂ ਜੀ ਕਹਿੰਦੇ ਅਸੀਂ ਚੱਲ ਦੌੜ ਜਾ ਆਂਟੀ, ਚੱਲ ਦੌੜ ਜਾ ਆਂਟੀ, ਇਹਨੂੰ ਕਿਹਦੀ ਫੋਟੋ ਲੈ ਕੇ ਆਏ, ਕਿਹਦੀ ਫੋਟੋ? ਬਾਜੀ ਗੁਰੂ ਜੀ ਨੂੰ ਫੋਟੋ ਦਿਖਾਈਏ, ਗੁਰੂ ਜੀ ਫੋਟੋ ਹੀ ਨਾ ਦੇਖਣ। ਗੁਰੂ ਜੀ ਕਹਿੰਦੇ ਨਹੀਂ ਇਹ ਫੋਟੋ ਲੈ ਜਾਓ। ਗੁਰੂ ਜੀ ਨੇ ਤਾਂ ਮੂੰਹ ਹੀ ਦੂਜੇ ਪਾਸੇ ਕਹਿੰਦੇ ਲੈ ਜਾਓ ਲੈ ਜਾਓ ਲੈ ਜਾਓ। ਗੁਰੂ ਜੀ ਕਹਿੰਦੇ ਉੱਦੇ ਅਮਰੀਕਾ ਜਾਣਾ, ਅਸੀਂ ਉੱਦੇ ਅਮਰੀਕਾ ਜਾਂਦੇ। ਦੇਖੋ 96 ਦੀ ਗੱਲ ਹੈ, 96 ਦੀ ਗੱਲ ਹੈ। ਗੁਰੂ ਜੀ ਉੱਦੇ ਕਹਿੰਦੇ ਅਸੀਂ ਉੱਦੇ ਅਮਰੀਕਾ ਜਾਣਾ। ਅੱਧੇ ਕਮ ਫੋਟੋ ਤਾਂ ਦੇਖ ਲੈਂਦੇ, ਗੁਰੂ ਜੀ ਨੇ ਫੋਟੋ ਵੀ ਨਹੀਂ ਦੇਖੀ। ਤਾਂ ਉਹਦੇ ਬਾਅਦ ਤੁਸੀਂ ਦੇਖੋ ਲੋ, ਸਿਰਫ ਗੁਰੂ ਜੀ ਦੇ ਵੱਲੋਂ ਹੀ ਸਭ ਕੁਛ ਹੋਇਆ। ਜਿਹੜਾ ਅਸੀਂ ਸਾਰਾ ਪਰਿਵਾਰ ਇੱਥੇ US ਵਿੱਚ ਸਾਰੇ ਸਿਟੀਜ਼ਨ ਆ, ਸਭ ਕੁਛ ਆ। ਨਹੀਂ ਤਾਂ ਇੱਥੇ ਆਉਣਾ ਵੀ ਕੋਈ ਵੱਡੀ ਛੋਟੀ ਮੋਟੀ ਗੱਲ ਨਹੀਂ ਹੈਗੀ, ਜਿੱਦਾਂ ਆਪਾਂ ਕਹਿ ਦਈਏ ਇੱਥੇ ਆ ਸਕਦੇ ਹਾਂ, ਆਪਾਂ ਕੁਛ ਕਰ ਸਕਦੇ ਹਾਂ। ਤਾਂ ਗੁਰੂ ਜੀ ਤੋਂ ਮਹਾਸ਼ਿਵ ਹੈ। ਇਹ ਤਾਂ ਇਹਨਾਂ ਦੀ ਗੱਲਾਂ ਜੋ ਹੈਗੀਆਂ ਉਹ ਪੱਥਰ ਦੀਆਂ ਲੱਗੀ ਨੇ, ਜਿੱਦਾਂ ਪੱਥਰ ਦੇ ਉੱਪਰ ਲੱਗੀ ਉਹੀ ਹੈ। ਤਾਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਵੀ ਜਿੱਦਾਂ ਇਹ ਗੁਰੂ ਜੀ ਦਾ ਡਰਾਈਵਰ ਹੁੰਦਾ ਸੀ, ਨਾਂ ਕੀ ਸੀਗਾ, ਗਿਆਨੀ ਜੀ। ਗਿਆਨੀ ਜੀ ਸੀ। ਮੰਦਰ ਬੈਠੇ, ਜਦੋਂ ਅਸੀਂ ਗੱਲ ਕਰ ਲਈ ਸੀ ਸਾਰੇ ਸੇਵਾਦਾਰ ਜਿੰਨੇ ਹੁੰਦੇ ਸੀ, ਮੈਂ ਮੰਦਰ ਬੈਠੇ ਏਦਾਂ, ਤਾਂ ਮੰਦਰ ਬੈਠੇ ਤੇ ਏਦਾਂ ਗੁਰੂ ਜੀ ਏਦਾਂ ਆਏ। ਤਾਂ ਅਸੀਂ, ਮੈਂ ਤਾਂ ਗਿਆਨੀ ਜੀ ਸੀੜੀਆਂ ਥੱਲੇ ਬੈਠੇ ਆ, ਜਿਹੜੀ ਸੀੜੀਆਂ ਸਟੇਅਰਸ ਤੇ ਆਪਾਂ ਥੱਲੇ ਬੈਠੇ। ਤਾਂ ਗੁਰੂ ਜੀ ਆਪਣੀ ਗੱਦੀ ਤੇ ਬੈਠੇ ਆ। ਤਾਂ ਉਹ ਗਿਆਨੀ ਜੀ ਮੈਨੂੰ ਗਿਆਨੀ ਜੀ ਨੂੰ ਉੱਦਾਂ ਗੱਲ ਕਰਦੀ, ਕਹਿੰਦੇ ਬੋਬੀ ਅੰਕਲ ਯਾਰ ਆਹ ਤਾਂ ਮੇਰਾ ਪਿੰਡ ਆ, ਵੀ ਗੁਰੂ ਜੀ ਮੈਨੂੰ ਰਾਤ ਨੂੰ ਭੇਜ ਦੇਣ ਵੀ ਸਵੇਰੇ ਮੈਂ ਆ ਜਾਊਂਗਾ। ਮੈਂ ਵੀ ਦੇਖਿਆ ਤਾਂ ਮੈਂ ਕਿਹਾ ਆਹੋ ਯਾਰ ਗੱਲ ਤਾਂ ਠੀਕ ਹੈ, ਤੇ ਕੰਮ ਤਾਂ ਕੋਈ ਹੈ ਨਹੀਂ ਵੀ ਚੱਲ ਇੱਥੇ ਅਸੀਂ 3-4 ਜਣੇ ਹੈਗੇ ਤੇ ਤੂੰ ਚੱਲ ਤੈਨੂੰ ਭੇਜ ਦੇਣਾ, ਤੂੰ ਤਾਂ ਉੱਦਾਂ ਗੁਰੂ ਜੀ ਕੋ ਦਿੱਲੀ ਰਹਿਣਾ, ਕਦੀ ਰਹਿੰਦਾ, ਚੱਲ ਤੂੰ ਘਰ ਜਾਏਂਗਾ। ਹਲੇ ਆਂਟੀ ਜੀ ਇੰਨੀ ਗੱਲ ਹੋਈ ਆ, ਤੁਹਾਨੂੰ ਮੈਂ ਕੀ ਦੱਸਾਂ, ਇੰਨੀ ਗੱਲ। ਉਹ ਵੀ ਆਪਾਂ ਜਿੰਨਾ ਆਪਾਂ ਆਰਾਮ ਨਾਲ ਹੌਲੀ ਦਿਨੀ ਪਿਆਰ ਨਾਲ ਗੱਲ ਕਰ ਸਕਦੇ ਉਨੀ ਕੁ ਗੱਲ ਕੀਤੀ। ਗੁਰੂ ਜੀ ਆਪਣੀ ਗੱਦੀ ਤੋਂ ਉੱਠ ਕੇ ਸਾਡੇ ਸਾਹਮਣੇ ਆ ਕੇ ਖੜ ਗਏ, ਸੀੜੀਆਂ ਦੇ ਕੋਲ ਸਾਡੇ ਸਾਹਮਣੇ ਖੜ ਗਏ। ਜੋ ਦੇਖਿਆ ਵੀ ਗੁਰੂ ਜੀ ਏਦਾਂ ਕਿੱਦਾਂ ਖੜੇ। ਗੁਰੂ ਜੀ ਜਦੋਂ ਜਿੱਥੇ ਗੁਰੂ ਜੀ ਉੱਥੇ 4-5 ਆਂਟੀਆਂ ਨਾਲ ਜਾਂਦੀਆਂ। ਹਾਂਜੀ, ਗੁਰੂ ਜੀ ਕਹਿੰਦੇ ਮੈਂ ਕੰਜਰ ਕੋ ਆਇਆ, ਇਹ ਕਹਿੰਦਾ ਆਂਟੀ ਨੂੰ ਮਿਲਣ ਜਾਣਾ। ਕਹਿੰਦੇ ਮੈਂ ਇਹ ਕੰਜਰ ਕੋ ਆਇਆ, ਇਹ ਕਹਿੰਦੇ ਆਂਟੀ ਨੂੰ ਮਿਲਣ ਜਾਣਾ। ਤਾਂ ਗੁਰੂ ਜੀ ਦਾ ਕਹਿਣਾ ਮੇਰੇ ਤਾਂ ਅਸੀਂ ਤਾਂ ਗੱਲ ਆਰਾਮ ਨਾਲ ਕੀਤੀ, ਗੁਰੂ ਜੀ ਨੂੰ ਕਿੱਦਾਂ ਪਤਾ ਲੱਗਿਆ ਇਸ ਗੱਲ ਦਾ। ਤਾਂ ਜਿੱਦਾਂ ਹੀ ਗੱਲ ਹੋਈ ਤਾਂ ਬਾਅਦ ਚ ਤਾਂ ਗੁਰੂ ਜੀ ਕਹਿੰਦੇ ਗੁਰੂ ਜੀ ਗੱਲ ਛੱਡਦੇ ਨਹੀਂ ਸੀ, ਉਹ ਬਾਰ-ਬਾਰ ਉਹੀ ਰਿਪੀਟ, ਇੱਥੇ ਵੀ ਮਿਲਣਾ ਉੱਥੇ ਕਹਿਣਾ। ਗੁਰੂ ਜੀ ਨੇ ਕਹਿਣਾ ਮੈਂ ਇਹਦੇ ਕੋਲ ਆਇਆ, ਇਹ ਕਹਿੰਦਾ ਆਂਟੀ ਨੂੰ ਮਿਲਣ ਜਾਣਾ, ਮੈਂ ਇਹਦੇ ਕੋਲ ਆਇਆ, ਇਹ ਕਹਿੰਦਾ ਮੈਂ ਆਂਟੀ ਨੂੰ ਮਿਲਣ ਜਾਣਾ। ਉਹ ਰਾਤ ਨੂੰ 2 ਵਜਣ ਲੱਗੇ ਸੀ, ਡੇਢ ਜਾਂ 2, ਮੈਨੂੰ ਗੁਰੂ ਜੀ ਕਹਿੰਦੇ ਅੱਛਾ ਕੰਜਰਾ ਗੱਡੀ ਕੱਢ, ਇਹਨੂੰ ਪਿੰਡ ਛੱਡ ਗਿਆ। ਤਾਂ ਗੁਰੂ ਜੀ ਕੋਲ ਦੂਜੀ ਗੱਲ ਹੁੰਦੀ ਨਹੀਂ ਕੋਈ। ਮੈਂ ਗੱਡੀ ਲੈ ਕੇ ਆਇਆ, ਤਾਂ ਮੇਰਾ ਉਹਦੇ ਅਗਲਾ ਪਿੰਡ ਮੇਰਾ ਸੀ, ਮੇਰਾ ਇੱਜ਼ਤ ਕੀਤਾ। ਮੈਂ ਕਿਹਾ ਚਲੋ ਰਾਤ ਨੂੰ ਮੈਂ ਸੌਂ ਕੇ 2-4 ਘੰਟੇ ਫਿਰ ਮੈਂ ਆ ਜਾਊਂਗਾ। ਤਾਂ ਗੁਰੂ ਜੀ ਜਿੱਦਾਂ ਹੀ ਮੈਂ ਜਾਣ ਲੱਗਾ, ਗੁਰੂ ਜੀ ਨੇ ਕਿਹਾ ਕੰਜਰ ਨੂੰ ਬੁਲਾਓ। ਮਤਲਬ ਸਾਡੇ ਦਿਲ 'ਚ ਗੱਲ ਬਾਅਦ 'ਚ ਆਉਂਦੀ, ਗੁਰੂ ਜੀ ਨੂੰ ਪਹਿਲੇ ਪਤਾ ਲੱਗ ਜਾਂਦਾ ਸੀ। ਤੇ ਜਿੱਦਾਂ ਹੀ ਗੱਲ ਆਈ ਤਾਂ ਮੈਨੂੰ ਗੁਰੂ ਜੀ ਕਹਿੰਦੇ ਕੰਜਰਾ ਸਿੱਧੇ ਜਾਣਾ ਤਾਂ ਸਿੱਧੇ ਆਉਣਾ, ਵੀ ਰਸਤੇ 'ਚ ਨਹੀਂ ਨਾ ਰੁਕਦੇ, ਜਾਣਾ ਦਬਾ, ਫਿਰ ਤਾਂ ਕੋਈ ਰੁਕ ਨਹੀਂ ਸਕਦੇ। ਉੱਥੇ ਗਏ ਤਾਂ ਉਹ ਜਿੱਦਾਂ ਹੀ ਏਦਾਂ ਬੈਠਾ, ਤਾਂ ਗਿਆਨੀ ਜੀ ਨੂੰ ਘਰ ਛੱਡਿਆ, ਉੱਥੋਂ ਗੱਡੀ ਲੈ ਕੇ ਸਿੱਧਾ ਮੈਂ 2:30 ਵਜੇ ਤੱਕ ਮੰਦਿਰ ਪਹੁੰਚ ਗਿਆ ਵਾਪਸ। ਉਦੋਂ ਦੇਖੋ ਕਿ ਆਪਾਂ ਕਹਿੰਦੇ ਸੇਵਾਦਾਰ ਅਸੀਂ ਆ, ਸਾਡੀ ਇੰਪੋਰਟੈਂਸ ਗੁਰੂ ਜੀ ਨੇ ਕਿੰਨੀ ਵਧਾਈ ਹੈ। ਗੁਰੂ ਜੀ ਇੱਕ ਬੰਦੇ ਦਾ ਧਿਆਨ ਰੱਖਦੇ, ਇੱਕ ਬੰਦਾ। ਉਹ ਗਿਆਨੀ ਜੀ ਸੀਗੇ ਨੇ, ਉਦੋਂ ਸਾਰੀ ਰਾਤ ਗੁਰੂ ਜੀ ਲੰਮੇ ਵੀ ਨਹੀਂ ਪਏ, ਉਹ ਬਰਾਂਡੇ ਜਿਹੇ ਗੇੜੇ ਕਰਦੇ ਰਹੇ, ਕਦੀ ਇੱਧਰ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। 3-3:30 ਵਜੇ ਤਾਂ ਗੁਰੂ ਜੀ ਮੈਨੂੰ ਕਹਿੰਦੇ ਜਾ ਕੰਜਰ ਨੂੰ ਲੈ ਆ। ਮੈਂ ਸੋਚਿਆ, ਦਿਲ 'ਚ ਮੈਂ ਸੋਚਿਆ, ਮੈਂ ਕਿਹਾ ਗੁਰੂ ਜੀ ਹਾਲੇ ਮੈਂ 2 ਵਜੇ ਛੱਡ ਕੇ ਆਇਆ, ਘੱਟੋ ਘੱਟ 40-50 ਕਿਲੋਮੀਟਰ ਹੈਗਾ, ਮੈਂ ਉੱਥੇ ਨੂੰ ਛੱਡ ਕੇ ਆਇਆ। ਦਿਲ 'ਚ ਵਾਲੇ ਸੋਚ ਰਿਹਾ ਕਿ ਚਲੋ ਸਵੇਰੇ 10 ਵਜੇ ਲੈ ਆਵਾਂਗੇ, ਹੁਣ ਇੰਨੀ ਕਿਹੜੀ ਜਲਦੀ ਪਈ ਹੈ। ਗੁਰੂ ਜੀ ਦੇ ਅੱਗੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ।
ਗੁਰੂ ਜੀ ਕਹਿੰਦੇ ਚੱਲ ਗੱਡੀ ਗੱਡੀ ਕਰ, ਉਹਨੂੰ ਛੱਡ ਗਿਆ, ਕੰਜਰ ਨੂੰ ਘਰ ਛੱਡ ਗਿਆ, ਉਹਨੂੰ ਲੈ ਗਿਆ। ਮੈਂ ਗਿਆ ਤਾਂ ਮੈਂ ਉਹਨੂੰ ਕਿਹਾ, ਮੈਂ ਗੱਡੀ ਤੇ ਨਾਲ ਹੀ ਮੈਂ ਉਹਦੇ ਸਿੱਧੇ ਘਰ ਨੂੰ ਪਿੰਡ ਪਹੁੰਚ ਗਿਆ। ਮੈਂ ਕਿਹਾ ਵੀ ਸੁੱਤਾ ਹੋਣਾ 3 ਸਾਢੇ 3 4 ਵਜੇ ਹਲੇ ਸਰ। ਜਿੱਦਾਂ ਹੀ ਮੈਂ ਉਹਦਾ ਗੇਟ ਖੜਾ, ਉਹ ਗੇਟ ਦੇ ਕੋਲ ਤਿਆਰ ਹੋ ਕੇ ਬੈਠਾ ਆ, ਗੇਟ ਦੇ ਕੋਲ ਤਿਆਰ ਹੋ ਕੇ ਬੈਠਾ। ਮੈਂ ਕਿਹਾ ਜੀ ਤੁਸੀਂ ਗੇਟ ਕੋ ਤੇ ਕਹਿੰਦਾ ਯਾਰ ਬੋਬੀ ਉਹ ਗੱਲ ਛੱਡ ਤੂੰ, ਜੋ ਵੀ ਆ ਪਰ ਗੁਰੂ ਜੀ ਨੇ ਗੱਲ ਦਾ ਕਿੱਦਾਂ ਪਤਾ ਲੱਗਾ ਵੀ ਆਪਾਂ ਤਾਂ ਗੱਲ ਹੋਈ ਨਹੀਂ ਕੀਤੀ, ਵੀ ਗੁਰੂ ਜੀ ਨੇ ਇਸ ਗੱਲ ਦਾ ਕਿੱਦਾਂ ਪਤਾ ਲੱਗਾ। ਉਹਦੇ ਵੀ ਹੋਸ਼ ਉੱਡ ਗਿਆ, ਕਹਿੰਦਾ ਯਾਰ ਬੋਬੀ ਘਰ ਤਾਂ ਛੱਡ ਤੂੰ, ਹੁਣ ਰਹਿਣ ਦੇ, ਘਰ ਕੋ ਠੀਕ ਹੈ ਸਭ ਕੁਝ, ਆਪਾਂ ਚੱਲ ਗੁਰੂ ਜੀ ਕੋ ਚੱਲਦੇ, ਉੱਥੇ ਹੀ ਸਭ ਕੁਛ ਹੈ। ਤਾਂ ਦੇਖ ਲਓ ਵੀ ਗੁਰੂ ਜੀ ਕੋ ਆ ਗਿਆ। ਫਿਰ ਤਾਂ ਗੁਰੂ ਜੀ ਨੂੰ ਮਤਲਬ ਕਿ ਇੱਕ ਚੀਜ਼ ਦਾ, ਇੱਕ ਤੁਹਾਨੂੰ ਮੈਂ ਕੀ ਦੱਸਾਂ, ਇੱਕ ਚੀਜ਼ ਦਾ ਪਤਾ। ਉਹੀ ਤਾਂ ਇਹ ਤਾਂ ਮਹਾ ਸ਼ਿਵ ਹੈ, ਇਹਨਾਂ ਦੇ ਅੱਗੇ ਮੈਂ ਤੁਹਾਨੂੰ ਦੱਸਾਂ ਵੀ ਜਿੰਨਾ ਇਹਦਾ ਆਪਾਂ ਜਿੰਨਾ ਵੀ ਆਪਾਂ ਡਰ ਕੇ ਇਹਨਾਂ ਤੋਂ, ਜਿੱਦਾਂ ਆਪਾਂ ਗੁਰੂ ਜੀ ਕੋਲ ਜਾਈਦਾ, ਇੱਕ ਤਾਂ ਹੁੰਦਾ ਜਦੋਂ ਆਪਾਂ ਗੁਰੂ ਜੀ ਕੋਲ ਜਾਂਦੇ ਆ ਨਾ, ਸਿੱਧੇ ਜਾਓ ਤਾਂ ਸਿੱਧੇ ਆ, ਇਹ ਹਮੇਸ਼ਾ ਯਾਦ ਰੱਖੋ। ਕਦੀ ਵੀ ਜਿੱਦਾਂ ਮੰਦਿਰ ਜਾਂਦੇ ਆ, ਕੁਛ ਵੀ ਜਾਂਦੇ ਆ ਤੁਸੀਂ, ਤੇ ਮੰਦਿਰ ਜਾਣਾ, ਮੰਦਿਰ ਜਾਓ ਸਿੱਧਾ, ਘਰੋਂ ਤਿਆਰ ਹੋ ਕੇ ਨਾ ਧੋ ਕੇ, ਈਵਨ ਰਸਤੇ 'ਚ ਗੈਸ ਜਾਂ ਪੈਟਰੋਲ ਤੱਕ ਨਹੀਂ ਪਾਉਣਾ ਹੈ। ਇਹ ਸਭ ਤੋਂ ਪਹਿਲਾਂ ਵੀ ਆਪਣੇ ਗੱਡੀ 'ਚ ਗੈਸ ਤੇਲ ਪਵਾ ਕੇ ਸਭ ਕੁਝ, ਜੇ ਤੁਸੀਂ ਕੋਈ ਗੁਰੂ ਜੀ ਲਈ ਪ੍ਰਸ਼ਾਦ ਲੈ ਕੇ ਜਾਣਾ, ਪ੍ਰਸ਼ਾਦ ਬਣਾ ਕੇ ਤਿਆਰ ਹੋ ਕੇ ਆਪਣੀ ਗੱਡੀ 'ਚ ਰੱਖੋ। ਉੱਥੋਂ ਸਿੱਧੀ ਗੁਰੂ ਜੀ ਕੋਲ ਜਾਣਾ, ਗੁਰੂ ਜੀ ਕੋਲ ਮੱਥਾ ਟੇਕਣਾ, ਉਹਦੇ ਬਾਅਦ ਆਪਣੀ ਬਲੈਸਿੰਗ ਲੈ ਕੇ ਰਸਤੇ 'ਚ, ਵੈਸੇ ਮੰਦਿਰ ਵੀ ਕਿਸੇ ਨਾਲ ਗੱਲ ਨਹੀਂ ਕਰਨੀ। ਇਹ ਵੈਸੇ ਇਹ ਰੂਲ ਇਹੀ ਹੈ, ਗੁਰੂ ਜੀ ਕੋਲ ਅਸੀਂ ਪਹਿਲਾਂ ਜਾਈਦਾ ਸੀ, ਕਿਸੇ ਸਾਨੂੰ ਉਸ ਟਾਈਮ ਤੋਂ ਜਿੰਨੇ ਮਰਜ਼ੀ ਇਹਨਾਂ ਕੋਲ ਪੁੱਛ ਕੇ ਸਿਰਫ 2-4 ਫੈਮਲੀਆਂ ਬਾਰੇ ਪਤਾ ਹੁੰਦਾ ਸੀ, ਬਾਕੀ ਹੋਰ ਸਾਨੂੰ ਕਿਸੇ ਦਾ ਨਹੀਂ ਪਤਾ ਹੁੰਦਾ ਸੀ ਵੀ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ। ਇਵਨ ਨਹੀਂ ਸਾਡੇ ਕੋਲ ਬੈਠਾ ਹੁੰਦਾ ਸਾਨੂੰ ਉਹਦਾ ਨਹੀਂ ਪਤਾ ਹੁੰਦਾ ਸੀ। ਅਸੀਂ ਜਾਈਦਾ ਸੀ ਮੰਮੀ ਡੈਡੀ ਭਰਾ ਭੈਣ ਦੇ ਨਾਲ ਜਾਈਦਾ, ਪਰ ਪਰ ਇਹ ਨਹੀਂ ਪਤਾ, ਬਾਅਦ ਚ ਨਹੀਂ ਪਤਾ ਹੁੰਦਾ ਸੀ ਕੌਣ ਕਿੱਥੇ ਬਹਿ ਗਿਆ, ਕਿੱਥੇ ਚਲੇ ਗਏ ਆ, ਲੰਗਰ ਅਸੀਂ ਕਿਹਦੇ ਨਾਲ ਕਰ ਰਹੇ ਆ, ਇਹ ਵੀ ਕੁਛ ਨਹੀਂ ਪਤਾ ਹੁੰਦਾ। ਉਹ ਕਈ ਵਾਰ ਤਾਂ ਭੁੱਖ ਬਹੁਤ ਲੱਗਦੀ ਹੁੰਦੀ ਸੀ। ਹੁਣ ਜਿੱਦਾਂ ਆਪਾਂ ਦਿੱਲੀ ਜਾਣਾ, ਉੱਥੇ ਭੁੱਖ ਬਹੁਤ ਲੱਗਣੀ, ਹੁਣ ਉੱਥੇ ਦੇ ਲੋਕ ਸੀ ਜਿੱਦਾਂ ਸੰਗਤ ਸੀਗੀ, ਉਹ ਕਰਦੀ ਇੱਕ ਦੋ ਰੋਟੀ ਖਾ ਕੇ ਉਹਨਾਂ ਦਾ ਜੋ ਖਾਂਦੇ ਹੁੰਦੇ ਸੀ, ਜ਼ਿਆਦਾ ਖਾਂਦੇ ਨਹੀਂ ਸੀ। ਹੁਣ ਬਸ ਹੀ ਜਲੰਧਰ ਤੋਂ ਜਾਣਾ ਤਾਂ ਭੁੱਖ ਵੀ ਲੱਗ ਜਾਂਦੀ ਸੀ। ਮੈਂ ਕਿਹਾ ਚਲੋ 5-5 6 ਰੋਟੀਆਂ ਮਿਲ ਜਾਣ, ਭੁੱਖ ਲੱਗ ਥੋੜਾ ਹੋ ਜਾਂਦੀ। ਉਹ ਖਾਂਦੀ ਇੱਕ ਵੀ, ਮੈਂ ਕਿਹਾ ਜੇ ਆਪਣਾ ਪਰਿਵਾਰ ਬੈਠਾ ਹੋਵੇ ਬੰਦਾ 2 ਰੋਟੀਆਂ ਹੋਰ ਖਾ ਲੈਂਦਾ, ਪਰ ਉਹ ਬੈਠੇ ਪਰ ਖਾਣੀ ਇੱਕ ਦੋ ਤੋਂ ਜ਼ਿਆਦਾ ਖਾ ਨਹੀਂ ਸਕਦੇ ਆ। ਤਾਂ ਉਹ ਜਿਹਦੇ ਨਾਲ ਗੁਰੂ ਜੀ ਨੇ ਬਿਠਾਣਾ ਆ, ਜਿਹਦੇ ਨਾਲ ਤੁਹਾਨੂੰ ਕਰਨਾ ਆ, ਉਹ ਸਿਰਫ ਗੁਰੂ ਜੀ ਜਾਣਦੇ ਆ। ਇਹ ਸਾਡੇ ਵਿੱਚ ਕੁਛ ਨਹੀਂ ਹੈਗਾ, ਅਸੀਂ ਕੁਛ ਨਹੀਂ ਕਰ ਰਹੇ। ਤਾਂ ਹੀ ਕਹਿੰਦੇ ਜਦੋਂ ਆਪਾਂ ਮੰਦਿਰ ਜਾਂਦੇ ਆ, ਉੱਥੇ ਸਿਰਫ ਗੁਰੂ ਜੀ ਦਾ ਧਿਆਨ ਕਰੋ। ਜਿੱਦਾਂ ਆਪਣਾ ਆਂਟੀ ਆ, ਅੰਕਲ ਆ, ਹਸਬੈਂਡ ਹੈ, ਵਾਈਫ ਆ, ਬ੍ਰਦਰ ਆ, ਸਿਸਟਰ ਆ, ਮੰਮੀ ਆ, ਡੈਡੀ ਆ, ਉੱਥੇ ਕਿਸੇ ਬਾਰੇ ਨਾ ਸੋਚੋ। ਉੱਥੇ ਸਿਰਫ ਗੁਰੂ ਜੀ ਆ। ਗੁਰੂ ਜੀ ਤੁਹਾਡੇ ਮਾਂ ਪਿਓ ਆ, ਗੁਰੂ ਜੀ ਤੁਹਾਡੇ ਭੈਣ ਆ, ਗੁਰੂ ਜੀ ਤੁਹਾਡੇ ਭਰਾ ਆ, ਗੁਰੂ ਜੀ ਤੁਹਾਡੇ ਸਭ ਕੁਛ ਹੈ, ਮਾਤਾ ਪਿਤਾ ਸਭ ਕੁਛ ਹੈ। ਤਾਂ ਇਹ 1 to 1 ਕਨੈਕਸ਼ਨ ਹੈ ਗੁਰੂ ਜੀ ਦੇ ਨਾਲ, ਸਿੱਧਾ 1 to 1। ਜਿਹੜੀ ਅਸੀਂ ਜਾ ਕੇ ਅਸੀਂ ਉੱਥੇ ਸੇਵਾ ਕਰਦੇ ਹਾਂ, ਇਹਦਾ ਸਾਨੂੰ ਫਲ ਮਿਲਦਾ। ਜੇ ਆਪਾਂ ਜ਼ਿਆਦਾ ਸੇਵਾ ਕਰਦੇ ਹਾਂ ਕੁਛ, ਸਾਰਾ ਸਾਡੇ ਪਰਿਵਾਰ ਨੂੰ ਉਹਦਾ ਫਲ ਮਿਲਦਾ। ਗੁਰੂ ਜੀ ਦਾ 7 ਪੀੜ੍ਹੀਆਂ ਤਾਰ ਦਿੰਦੇ ਆ, ਇਹ ਯਾਦ ਰੱਖਿਓ। 7 ਪੀੜ੍ਹੀਆਂ ਜੇ ਸਾਡੀ ਕਿਸਮਤ, ਸਾਨੂੰ ਮੈਂ ਦੱਸਾਂ ਜਦੋਂ ਅਸੀਂ ਜਲੰਧਰ ਹੁੰਦੇ ਸੀ, ਜਦੋਂ ਅਸੀਂ ਗੁਰੂ ਜੀ ਕੋਲ ਮਿਲੇ ਸੀ, ਉਹਦਾ ਅੱਜ ਦਾ ਲਾਈਏ ਸਾਡਾ ਜ਼ਮੀਨ ਅਸਮਾਨ ਦਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਕਹਿੰਦੇ ਕੱਖ ਨੂੰ ਲੱਖ ਬਣਾਉਂਦੇ ਆ ਨਾ, ਇੱਕ ਕੱਖ ਤੋਂ ਲੱਖ, ਉਹ ਗੁਰੂ ਜੀ ਨੇ ਸਾਡਾ ਕੀਤਾ ਹੈ। ਇੱਕ ਕੱਖ ਤੋਂ ਗੁਰੂ ਜੀ ਨੇ ਲੱਖ ਬਣਾਏ। ਗੁਰੂ ਜੀ ਤਾਂ ਮਹਾ ਸ਼ਿਵ ਹੈ। ਇਹਨਾਂ ਦੇ ਸਿਰਫ ਉੱਥੇ ਜਾਣਾ, ਸਿੱਧੀ ਨੀਤ ਨਾਲ ਸ਼ਰਧਾ ਨਾਲ ਪੂਰੀ ਆਪਣੇ ਜਾਓ, ਮੱਥਾ ਟੇਕੋ, ਨਾ ਕੋਈ ਪੋਲੀਟਿਕ ਵਿੱਚ, ਨਾ ਕੁਛ। ਕੋਈ ਸੇਵਾਦਾਰ ਤੁਹਾਨੂੰ ਕੁਛ ਕਹਿ ਰਿਹਾ, ਹਾਂਜੀ ਜੈ ਗੁਰੂ ਜੀ, ਬਸ ਇਹ ਓਕੇ। ਉੱਥੇ ਗੱਲ ਕਰਨੀ ਨਹੀਂ, ਕਿਉਂਕਿ ਸੇਵਾਦਾਰ ਗੁਰੂ ਜੀ ਰਬੋ, ਜੇ ਤੁਹਾਨੂੰ ਕੋਈ ਗੱਲ ਕਹਿ ਰਿਹਾ ਇੱਥੇ ਉੱਠ ਕੇ ਇੱਥੇ ਬਹਿ ਜਾਓ, ਇੱਥੇ ਉੱਠ ਕੇ ਇੱਥੇ ਬਹਿ ਜਾਓ, ਉਹ ਸਾਡਾ ਹੀ ਕਲਿਆਣ ਹੈ। ਇਹ ਉਹਨਾਂ ਦਾ ਕੁਛ ਨਹੀਂ ਹੈਗਾ। ਉਹ ਜਦੋਂ ਸੇਵਾ ਕਰ ਰਹੇ ਹੁੰਦੇ, ਉਸ ਲਈ ਗੁਰੂ ਜੀ ਉਹਨਾਂ ਦੇ ਰੂਪ ਚ ਹੁੰਦੇ ਆ। ਉਹ ਜੇ ਤੁਹਾਨੂੰ ਕੋਈ ਗੱਲ ਕਹਿਣੀ ਹੈ, ਕੁਛ ਕਹਿਣੀ ਹੈ, ਕਈ ਵਾਰ ਡਾਂਟ ਕੇ ਕਹਿ ਦੇਣੀ ਹੈ, ਕਈ ਵਾਰ ਸੇਵਾਦਾਰ ਗੁੱਸੇ ਹੁੰਦੇ, ਉਹ ਸਿਰ ਮੱਥੇ ਕੋਈ ਨਹੀਂ, ਓਕੇ ਜੀ, ਜੈ ਗੁਰੂ ਜੀ, ਜੈ ਗੁਰੂ ਜੀ, ਬਸ। ਫੇਰ ਦੇਖੋ ਗੁਰੂ ਜੀ ਕਿੱਦਾਂ ਕਲਿਆਣ ਕਰਦੇ। ਇਹਦੇ ਮਹਾਸ਼ਵੇਤ ਤਾਂ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਸਤਸੰਗ ਤਾਂ ਬਹੁਤ ਹੈ, ਮੈਂ ਕਿੰਨੇ ਸੁਣਾਵਾਂ। ਤਾਂ ਗੁਰੂ ਜੀ ਤਾਂ ਮਹਾਸ਼ਿਵ ਹੈ। ਇਹਨਾਂ ਦਾ ਇੰਨਾ ਹੀ ਹੈ ਵੀ ਇਹਨਾਂ ਤੋਂ ਬਸ ਡਰ ਕੇ ਜਦੋਂ ਵੀ ਮੰਦਿਰ ਜਾਣਾ, ਸਤਸੰਗ, ਪਹਿਲਾਂ ਸਾਨੂੰ ਬਹੁਤ ਡਰ ਲੱਗਦਾ ਹੁੰਦਾ ਸੀ। ਅਸੀਂ ਮੰਦਿਰ ਜਾਣਾ ਤਾਂ ਇੰਨਾ ਡਰਨਾ ਵੀ ਗੁਰੂ ਜੀ ਨੂੰ ਗੱਲ ਕੀ ਕਰਨੀ, ਕਿਉਂਕਿ ਕੋਈ ਬੰਦਾ, ਤੁਹਾਨੂੰ ਇੱਕ ਹੋਰ ਦੱਸਣਾ ਛੋਟਾ ਜਿਹਾ। ਤਾਂ ਇੱਕ ਵਾਰ ਕੀ ਹੋਇਆ ਕਿ ਮੇਰੀ ਮੰਮੀ ਦੇ ਉੱਥੇ ਸਹੇਲੀ ਸੀਗੀ, ਇੱਕ ਫਰੈਂਡ ਸੀ, ਤਾਂ ਉਹਨੂੰ ਰੂਪਲਾਲ ਆਂਟੀ ਕਹਿੰਦੇ ਹੁੰਦੇ ਸੀ। ਉਹ ਵੀ ਗੁਰੂ ਜੀ ਕੋਲ ਆਉਂਦੇ ਹੁੰਦੇ ਸੀ। ਹੁਣ ਕਈਆਂ ਦੀ ਥਿੰਕਿੰਗ ਕੀ ਹੁੰਦੀ ਹੈ, ਕਈਆਂ ਦੀ ਕੀ ਹੁੰਦੀ ਹੈ, ਉਹ ਕਦੀ ਆ ਜਾਂਦੇ ਸੀ ਆਂਟੀ, ਕਦੀ ਨਹੀਂ ਆਉਂਦੇ ਸੀ। ਜਦੋਂ ਜ਼ਿਆਦਾ ਪੈਸਾ ਆ ਜਾਂਦਾ, ਫਿਰ ਬੰਦਾ ਥੋੜਾ ਹੋਰ ਰੂਪ ਚ ਆ ਜਾਂਦਾ, ਜੇ ਉਹ ਨਹੀਂ ਹੁੰਦਾ ਤਾਂ ਹੋਰ ਰੂਪ ਚ ਹੁੰਦਾ। ਤਾਂ
ਉਹ ਕਦੀ ਆ ਜਾਂਦੀ, ਕਦੀ ਚਲੀ ਜਾਂਦੀ। ਇੱਕ ਵਾਰੀ ਕੀ ਅਸੀਂ ਗੁਰੂ ਜੀ ਕੋਲ ਜਾ ਰਹੇ ਸੀਗੇ, ਤਾਂ ਉਹ ਰਸਤੇ 'ਚ ਕਦੀ ਰੁਕੀਦਾ ਨਹੀਂ ਹੁੰਦਾ ਸੀ, ਕਈ ਕੁਛ ਨਹੀਂ, ਕੋਈ ਗੱਲ ਨਹੀਂ, ਪਰ ਹੁਣ ਸੜਕ ਦੇ ਕੋਲ ਸੀ ਤਾਂ ਫਿਰ ਰੁਕਣਾ ਪੈ ਗਿਆ। ਏਦਾਂ ਗੱਲ ਕੀਤੀ ਤਾਂ ਉਹ ਆਂਟੀ ਨੇ ਵੀ ਉੱਦਾਂ ਹੀ ਕਹਿਤਾ। ਆਂਟੀ ਕਹਿੰਦੀ, ਅੱਛਾ ਆਂਟੀ ਤੂੰ ਉੱਥੇ ਚੱਲੀ ਆ ਵੀ ਗੁਰੂ ਜੀ ਨੂੰ ਮੇਰਾ ਵੀ ਮੱਥਾ ਟੇਕ ਦੇ। ਆਂਟੀ ਨੇ ਏਦਾਂ ਨੋਰਮਲ ਕਹਿ ਤਾ। ਉਹ ਮੰਮੀ ਨੇ ਵੀ ਦਿਮਾਗ ਨਹੀਂ ਕੰਮ ਕੀਤਾ, ਮੰਮੀ ਵੀ ਉੱਥੇ ਗਈ ਗੁਰੂ ਜੀ ਕੋ, ਆਪਣਾ ਮੱਥਾ ਟੇਕਿਆ। ਤਾਂ ਮੰਮੀ ਕਹਿੰਦੀ, ਗੁਰੂ ਜੀ ਰੂਪ ਲਾਲ ਆਂਟੀ ਕਹਿੰਦੀ ਮੇਰਾ ਵੀ ਮੱਥਾ ਟੇਕ ਦੇ। ਤਾਂ ਗੁਰੂ ਜੀ ਕਹਿੰਦੇ, ਆਂਟੀ ਛੱਡ ਪਰੇ, ਇਹਨੂੰ ਰਹਿਣ ਦੇ, ਤੂੰ ਆਪਣੇ ਕੰਮ ਕਰ, ਉਹਨੂੰ ਰਹਿਣ ਦੇ, ਇੰਨਾ ਹੁੰਦਾ ਤੂੰ ਆਉਂਦੀ ਨਾ। ਜੋ ਗੁਰੂ ਜੀ ਨੇ ਐਡੀ ਬੜੀ ਗੱਲ ਕਹੀ ਵੀ ਜੇ ਉਹਨੂੰ ਜੇ ਉਹਨੂੰ ਹੁੰਦਾ ਤਾਂ ਉਹ ਮੱਥਾ ਟੇਕਣਾ ਹੁੰਦਾ ਤਾਂ ਉਹ ਆਉਂਦੀ ਨਾ। ਤਾਂ ਇਸ ਕਰਕੇ 1 to 1 ਕਨੈਕਸ਼ਨ ਹੈ, ਜਿਹੜਾ ਵੀ ਜਾਂਦਾ ਉਹਦਾ ਆਪਣਾ ਆਪਣਾ ਕਨੈਕਸ਼ਨ ਹੈ। ਇਹ ਕਿਸੇ ਦਾ ਆਪਾਂ ਕੁਛ ਨਹੀਂ ਕਰ ਸਕਦੇ ਇੱਥੇ। ਇਹ ਤਾਂ ਜਿਹੜਾ ਬੰਦਾ ਜਾਂਦਾ, ਆਪਾਂ ਪੂਰੀ ਬਲੈਸਿੰਗ ਆਪਣੀ ਲੈ ਕੇ, ਤਾਂ ਹੀ ਕਹਿੰਦਾ ਬਲੈਸਿੰਗ ਲੈ ਕੇ ਸਿੱਧੇ ਆਪਣੇ ਘਰ ਨੂੰ। ਰਸਤੇ 'ਚ ਵੀ ਕਿਤੇ ਰੁਕਣਾ ਨਹੀਂ ਹੈਗਾ, ਰਸਤੇ 'ਚ ਵੀ ਤੋਂ ਮੰਦਿਰ ਤੋਂ ਤੁਰੇ ਸਿੱਧੇ ਆਪਣੇ ਘਰ। ਉਹਦੇ ਬਾਅਦ ਜੇ ਤੁਸੀਂ ਕੋਈ ਸਬਜ਼ੀ ਲੈਣੀ ਆ, ਦਾਲ ਨੇ, ਕੁਛ ਵੀ ਲੈਣਾ ਹੈ, ਜੋ ਕਿ ਕੁਛ ਵੀ ਫਰੂਟ ਲੈਣਾ, ਫਿਰ ਤੁਸੀਂ ਕਰੋਗੇ ਜਾ ਸਕਦੇ, ਪਰ ਉਹ ਤੋਂ ਪਹਿਲਾਂ ਨਹੀਂ। ਗੁਰੂ ਜੀ ਤਾਂ ਮਹਾਸ਼ਿਵ ਹੈ ਜੀ, ਮਹਾਸ਼ਿਵ ਹੈ। ਇਹਨਾਂ ਦੇ ਮੈਂ ਦੱਸਦਾ ਸਤਸੰਗ ਇੰਨੇ ਇਹਨਾਂ, ਜੇ ਤੁਹਾਨੂੰ ਦੱਸਾਂ ਵੀ ਜਾਨਵਰ ਨੂੰ ਜਲਦੀ ਪਤਾ ਲੱਗ ਜਾਂਦਾ, ਹਲੇ ਸਾਨੂੰ ਇਨਸਾਨਾਂ ਨੂੰ ਨਹੀਂ ਪਤਾ ਲੱਗਦਾ ਹੈਗਾ। ਕਿਉਂਕਿ ਉੱਥੇ ਜੋ ਫਿਸ਼ ਐਂਪੋਰੀਅਮ, ਜਲੰਧਰ ਮੰਦਿਰ ਫਿਸ਼ ਐਂਪੋਰੀਅਮ ਹੈ, ਰਾਤ ਨੂੰ ਗੁਰੂ ਜੀ ਕਈ ਵਾਰ 12 ਕੁ ਵਜੇ ਦੇ ਕਰੀਬ ਗੁਰੂ ਜੀ ਏਦਾਂ ਖੜ ਜਾਂਦੇ ਸੀ, ਏਦਾਂ ਫਿਸ਼ ਐਂਪੋਰੀਅਮ ਦੇ ਮੂਹਰੇ। ਏਦਾਂ ਤੁਸੀਂ ਦੇਖੋ ਵੀ ਗੁਰੂ ਜੀ ਏਦਾਂ ਜਦੋਂ ਖੜਦੇ ਸੀ, ਫਿਸ਼ ਮੱਛੀਆਂ ਏਦਾਂ ਫਾਸਟ ਘੁੰਮਣਾ ਸ਼ੁਰੂ ਹੋ ਜਾਂਦੀਆਂ ਸੀ। ਪਰ ਉਸ ਵੇਲੇ ਸਾਡੇ ਦਿਮਾਗ 'ਚ ਨਹੀਂ ਅਸੀਂ ਸੋਚਿਆ ਗੁਰੂ ਜੀ ਉਦਾਂ ਹੀ ਘੁੰਮ ਰਹੀ ਹੈ। ਪਰ ਹੁਣ ਉਹ ਦਿਮਾਗ 'ਚ ਆਉਂਦੀ ਹੈ ਵੀ ਉਹ ਜਿਹੜੀ ਘੁੰਮ ਰਹੀਆਂ ਸੀਗੀਆਂ, ਉਹ ਉਹਨਾਂ ਕੁਛ ਦਿਖਦਾ ਸੀ ਇਹਦੇ ਵਿੱਚ, ਗੁਰੂ ਜੀ ਵਿੱਚ ਕੁਛ ਨਾ ਕੁਛ ਦਿਖਦਾ ਹੁੰਦਾ ਸੀ। ਪਰ ਸਾਨੂੰ ਨਹੀਂ ਪਤਾ ਲੱਗਦਾ ਵੀ ਕੀ ਹੈਗਾ ਕੀ ਨਹੀਂ ਹੈ, ਅਸੀਂ ਸੋਚਦੇ ਚਲੋ ਨੋਰਮਲੀ ਹੈ। ਤਾਂ ਜਿੱਧਰ ਨੂੰ ਗੁਰੂ ਜੀ ਬਹਿੰਦੇ ਹੁੰਦੇ ਸੀ, ਜ਼ਿਆਦਾਤਰ ਉਧਰ ਨੂੰ ਜਿਹੜੀਆਂ ਮੱਛੀਆਂ ਉਧਰ ਨੂੰ ਮੂੰਹ ਕਰਕੇ ਬਹਿੰਦੀਆਂ ਹੁੰਦੀਆਂ ਸੀ। ਦੇਖੋ ਜਾਨਵਰ ਤੱਕ ਨੂੰ ਪਤਾ ਵੀ ਮਹਾਂਪੁਰਸ਼ ਜਿਹੜੇ ਮਹਾਂਸ਼ਿਵ ਆ, ਇਹ ਉਦਾਂ ਨਹੀਂ ਹੈਗੇ। ਉਹ ਕਦੀ ਵੀ ਜਿੱਦਾਂ ਸਤਸੰਗ ਹੁੰਦਾ, ਘਰ ਕੁਛ ਹੁੰਦਾ ਨਾ, ਤਾਂ ਆਪਣੇ ਘਰ ਦੀਆਂ ਸਾਰੀਆਂ ਲਾਈਟਸ ਔਨ ਰੱਖੋ। ਕਿਉਂਕਿ ਗੁਰੂ ਜੀ ਕਦੀ ਕੋਈ ਬਲਬ ਵੀ ਤੱਕ ਫਿਊਜ਼ ਨਹੀਂ ਹੋਣ ਦਿੰਦੇ ਸੀ। ਜਦੋਂ ਸਤਸੰਗ ਸ਼ੁਰੂ ਹੁੰਦਾ ਸੀ, ਸਾਰੀਆਂ ਲਾਈਟਸ, ਈਵਨ ਦੈਨ ਬਾਥਰੂਮ ਦੀਆਂ ਲਾਈਟਾਂ ਤੱਕ ਔਨ ਹੁੰਦੀਆਂ ਸੀ। ਆਪਾਂ ਕਰਦੇ ਹਾਂ ਚਲੋ ਆਪਾਂ ਧਿਆਨ ਲੈਣਾ, ਲਾਈਟ ਡਿਮ ਕਰ ਲਓ, ਆਹ ਕਰ ਲਓ, ਨਹੀਂ। ਤੁਹਾਨੂੰ ਪਤਾ, ਤੁਹਾਨੂੰ ਮੈਂ ਦੱਸ, ਜਿਹੜਾ ਮੰਦਿਰ ਜਲੰਧਰ ਮੰਦਿਰ ਆ, ਉਹਦਾ ਜਿਹੜੇ ਅੰਦਰ ਇੰਨੀਆਂ ਲਾਈਟ, ਇੱਕ ਤਾਂ ਸੈਂਟਰ ਵਿੱਚ ਝੂਮਰ ਲਾਇਆ ਸੀ, 15-20 ਉਹ 'ਚ ਬਲਬ ਲੱਗੇ ਹੋਏ, ਸੈਂਟਰ ਝੂਮਰ ਸੀ, 15-20 ਬਲਬ ਹੁੰਦੇ ਸੀ ਉਹਦੇ ਵਿੱਚ। ਤਾਂ ਸਾਈਡਾਂ 'ਚ ਵੀ ਘੱਟੋ ਘੱਟ 2-2 4-4 ਬਲਬ ਲੱਗੇ ਹੋ ਆ, ਫਿਰ ਪਿੱਛੇ ਬੜੀ ਐਡੀ ਬੜੀ ਲਾਈਟ ਆ ਸਾਰੀ ਆ। ਉਹ ਜਦੋਂ ਸਾਰਾ ਚੀਜ਼ਾਂ ਔਨ ਕਰਦੇ ਸੀ, ਉਹ ਮੰਦਿਰ ਐਂ ਲੱਗਦਾ ਜਿੱਦਾਂ ਸਵਰਗ ਆ, ਜਿੱਦਾਂ ਸਵਰਗ ਦਾ ਰੂਪ ਹੁੰਦਾ ਸੀ। ਤਾਂ ਜਦੋਂ ਅਸੀਂ ਪੂਰਾ ਨੀਟ ਐਂਡ ਕਲੀਨ ਕਰਕੇ, ਉਹਨੂੰ ਡੇਲੀ ਕਲੀਨ ਕਰਨਾ ਪੈਂਦਾ ਸੀ, ਡੇਲੀ, ਮਤਲਬ ਕਿ ਇਹ ਨਹੀਂ ਵੀ ਇੱਕ ਦਿਨ ਨਹੀਂ, ਸਾਰੀਆਂ ਫੋਟੋਆਂ ਲਾ ਕੇ ਸਾਫ਼ ਕਰਕੇ ਵੀ ਕਹਿੰਦਾ ਮੰਦਿਰ ਪੂਰਾ ਕਲੀਨ ਕਰਕੇ, ਤੇ ਗੁਰੂ ਜੀ ਮੰਦਿਰ ਪੂਰਾ ਬੰਦ ਕਰ ਦਿੰਦੇ ਹੁੰਦੇ ਸੀ। ਤੇ ਜਦੋਂ ਗੁਰੂ ਜੀ ਨੇ ਤਿਆਰ ਹੋ ਕੇ ਬਾਹਰ ਆਉਣਾ, ਤਾਂ ਫਿਰ ਗੁਰੂ ਜੀ ਨੇ ਕਹਿਣਾ ਵੀ ਚਲੋ ਹੁਣ ਖੋਲੋ ਮੰਦਿਰ। ਤੇ ਜਦੋਂ ਮੰਦਿਰ ਖੋਲਣਾ, ਉਹਦੀ ਲਾਈਟਸ ਔਨ ਕਰਨੀ, ਓ ਮਾਈ ਗੋਡ, ਉਹ ਜੋ ਨਜ਼ਾਰਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਹਲੇ ਵੀ ਕੀ ਸੀਗਾ ਉਹ। ਉਸ ਵੇਲੇ ਦੇਖੋ ਅੰਕਲ ਆਂਟੀ ਇੰਨੇ ਟ੍ਰੇਨ ਹੁੰਦੇ ਸੀਗੇ ਵੀ ਜਿੱਦਾਂ ਹੁਣ ਗੁਰੂ ਜੀ ਆ ਕੇ ਗੱਦੀ ਤੇ ਬਹਿ ਗਏ ਆ, ਸ਼ਬਦ ਲੱਗ ਜਾਂਦੇ ਸੀ, ਨਵਰਾਜ ਅੰਕਲ, ਨਵਰਾਜ ਅੰਕਲ, ਸ਼ਾਇਦ ਤੁਸੀਂ ਜਾਣਦੇ ਹੋ, ਨਵਰਾਜ ਅੰਕਲ ਹੁੰਦੇ ਸੀਗੇ। ਤਾਂ ਉਹ ਉਹਨਾਂ ਨੂੰ ਮੈਂ ਉਹ ਜਿੱਥੇ ਵੀ ਜਾਂਦੇ ਸੀ, ਉਹ ਗੁਰੂ ਜੀ ਦੇ ਨਾਲ ਉੱਥੇ ਆ ਜਾਂਦੇ। ਉਹ ਕਿਤੇ ਵੀ ਦੇਖੋ ਗੁਰੂ ਜੀ ਨੇ ਚੜ ਜਾਣਾ, ਤਾਂ ਉਹਨੇ ਸਕੂਟਰ ਤੇ ਜਾਣਾ। ਜੇ ਗੁਰੂ ਜੀ ਦਿੱਲੀ ਆ, ਉਹਨੇ ਚੰਡੀਗੜ੍ਹ ਤੋਂ ਦਿੱਲੀ ਜਾਣਾ, ਤਾਂ ਵੀ ਉਹਨੇ ਸਕੂਟਰ ਤੇ ਜਾਣਾ। ਜੇ ਗੁਰੂ ਜੀ ਜਲੰਧਰ ਆ, ਤਾਂ ਚੰਡੀਗੜ੍ਹ ਰਹਿੰਦਾ ਹੁੰਦਾ ਸੀ, ਚੰਡੀਗੜ੍ਹ ਤੋਂ ਉਹਨੇ ਦਿੱਲੀ ਆ ਜਲੰਧਰ ਆਉਣਾ, ਤਾਂ ਵੀ ਉਹਨੇ ਸਕੂਟਰ ਤੇ ਆਉਣਾ। ਦਸੰਬਰ ਜਨਵਰੀ ਦੇ ਮਹੀਨੇ 'ਚ ਉਹ ਠੰਡ 'ਚ ਵੀ ਸਕੂਟਰ ਤੇ ਆਉਂਦਾ ਹੁੰਦਾ ਸੀ। ਤਾਂ ਉਹਨੂੰ ਮੈਂ ਪੁੱਛਦਾ ਹੁੰਦਾ ਸੀ, ਉਹ ਗੁਰੂ ਜੀ ਉਹ ਮਿਊਜ਼ਿਕ ਸਿਸਟਮ ਗੁਰੂ ਜੀ ਦਾ ਉਹੀ ਚਲਾਉਂਦਾ ਹੁੰਦਾ ਸੀ। ਜਦੋਂ ਆ ਜਾਂਦਾ ਸੀ ਉਹਦਾ ਮਹੀਨਾ ਫਿਰ ਗੁਰੂ ਜੀ ਉਹਨੂੰ ਜਾਣ ਨਹੀਂ ਦਿੰਦੇ ਹੁੰਦੇ ਸੀ। ਤਾਂ ਉਹਨੂੰ ਮੈਂ ਅੰਕਲ ਨੂੰ ਇੱਕ ਵਾਰੀ ਪੁੱਛਦਾ ਸੀ, ਮੈਂ ਕਿਹਾ ਅੰਕਲ ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ ਗੁਰੂ ਜੀ ਨੇ ਹੁਣ ਕਿਹੜਾ ਸ਼ਬਦ ਸੁਣਨਾ ਜਾਂ ਕੀ ਸੁਣਨਾ? ਕਹਿੰਦਾ ਬਹੁਤ ਵੀ ਗੱਲ ਹੈਗੀ ਏਦਾਂ ਵੀ ਜਦੋਂ ਗੁਰੂ ਜੀ ਏਦਾਂ ਬੈਠੇ ਹੁੰਦੇ ਆ, ਤੇ ਪਹਿਲਾਂ 1-2 ਸ਼ਬਦ ਪਤਾ ਹੁੰਦੇ ਵੀ ਆਹ ਲੱਗਣੇ ਆ। ਉਹਦੇ ਬਾਅਦ ਕਹਿੰਦਾ ਮੈਂ ਤਾਂ ਗੁਰੂ ਜੀ ਵੱਲ ਦੇਖਦਾ ਵੀ ਨਹੀਂ ਹੁੰਦਾ, ਵੀ ਜਿਹੜਾ ਚੇਂਜ ਕਰਨਾ ਆਰਾਮ ਨਾਲ ਚੇਂਜ ਕਰਕੇ ਮੈਂ ਥੱਲੇ ਨੂੰ ਅੱਖਾਂ ਨੀਵੀਆਂ ਕਰਕੇ ਬਹਿ ਜਾਈਦਾ, ਨਹੀਂ ਤਾਂ ਗੁਰੂ ਜੀ ਨੇ ਕਦੀ ਕੁਛ ਕਹਿ ਦੇਣਾ, ਕਦੀ ਕੁਛ ਕਹਿ ਦੇਣਾ। ਸਾਰਿਆਂ ਨੂੰ ਆਪਣਾ ਆਪਣਾ ਹੁੰਦਾ ਸੀ, ਕਿੱਦਾਂ ਵੀ ਕੋਈ ਪਤਾ ਕਿਸੇ ਨੂੰ ਕੁਛ ਲੱਗਦਾ ਨਹੀਂ ਹੁੰਦਾ ਗੁਰੂ ਜੀ ਨੇ ਕਿਹੜਾ ਸ਼ਬਦ ਸੁਣਨਾ, ਕੀ ਸੁਣਨਾ। ਤਾਂ ਵੀ ਕਹਿੰਦਾ ਆਪਣੀ ਮਰਜ਼ੀ ਨਾਲ ਲਾ ਦਈਦਾ ਸੀ, ਪਰ ਲੱਗਦਾ ਗੁਰੂ ਜੀ ਚਾਹੁੰਦੇ ਹੁੰਦੇ ਸੀਗੇ। ਤਾਂ ਮਹਾਂਸ਼ਿਵ ਹੈ ਗੁਰੂ ਜੀ। ਤਾਂ ਇਹਨਾਂ ਦੇ ਅੱਗੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਇਹਨਾਂ ਦੀ ਗੱਡੀਆਂ, ਆਂਟੀ ਜੀ ਮੈਂ ਤੁਹਾਨੂੰ ਗੱਡੀ ਦੇ ਬਾਰੇ ਦੱਸਣਾ ਚਾਹਾਂ। ਇੱਕ ਵਾਰੀ ਅਸੀਂ ਲੁਧਿਆਣੇ ਗਏ, ਉਸ ਲਈ ਪਹਿਲੇ ਸੀਗਾ ਜਦੋਂ ਗੁਰੂ ਜੀ ਜਲੰਧਰ ਆਏ ਸੀ, ਤਾਂ ਲੁਧਿਆਣੇ ਗਏ। ਤਾਂ ਰਾਤ ਨੂੰ ਅਸੀਂ ਗਏ ਤਾਂ 2 ਵਜੇ ਸੀ, 2 ਵਜੇ ਦੇ ਆਸ-ਪਾਸ ਦੀ ਗੱਲ ਸੀ, 1:30 ਵਜੇ ਹੋਣਾ। ਤਾਂ
ਜਿੱਦਾਂ ਹੀ ਉੱਥੋਂ ਲੁਧਿਆਣੇ ਤੋਂ ਤੁਰੇ ਆ, ਗੱਡੀ ਜਿਹੜੀ ਕੰਟੈਸਾ ਗੁਰੂ ਜੀ ਦੀ ਗੱਡੀ, ਤਾਂ ਉਹਦੀ ਜਿਹੜੀ ਗੇਜ ਸੀ ਨਾ, ਨਿਡਲ ਜਿਹੜੀ ਗੈਸ ਦੀ ਨਿਡਲ ਇੱਕਦਮ ਨਿਲ ਤੇ ਲੱਗੀ ਪਈ, ਰੈੱਡ ਲਾਈਟ ਤੇ ਲੱਗੀ ਪਈ। ਹੁਣ ਮੈਨੂੰ ਥੋੜਾ, ਮੈਂ ਦੇਖ ਲਈ ਏਦਾਂ ਉਹ ਗੱਡੀ ਚਲਾ ਰਹੇ ਸੀ ਨਾਲ ਅੰਕਲ, ਤਾਂ ਮੈਂ ਤਾਂ ਮੋਹਰੇ ਬੈਠਾ ਤੇ ਗੁਰੂ ਜੀ ਪਿੱਛੇ ਤਾਂ 2 ਆਂਟੀਆਂ ਨਾਲ ਏਦਾਂ। ਤਾਂ ਮੈਂ ਕਿਹਾ ਵੀ ਮੈਨੂੰ ਫਿਕਰ ਹੋਇਆ, ਮੈਂ ਕਿਹਾ ਵੀ ਮੈਂ ਅੰਕਲ ਨੂੰ ਏਦਾਂ ਮਾੜਾ ਜਿਹਾ ਕਿ ਅੰਕਲ ਲੱਗਦਾ ਗੈਸ ਘੱਟ ਗਿਆ। ਉਹ ਕਹਿੰਦਾ ਚੁੱਪ ਕਰ ਜਾ। ਤੇ ਮੈਂ ਗੁਰੂ ਜੀ ਆਪਾਂ ਜੋਰ ਨਾਲ ਵੀ ਨਹੀਂ ਬੋਲ ਸਕਦੇ, ਗੁਰੂ ਜੀ ਡਰ ਲੱਗਦਾ, ਗੁਰੂ ਜੀ ਪਿੱਛੇ ਬੈਠੇ। ਤਾਂ ਫਿਰ ਮੈਂ ਥੋੜੀ ਦੇਰ ਬਾਅਦ ਕਹਿ ਦਿੱਤਾ, ਮੈਂ ਕਿਹਾ ਵੀ ਨਹੀਂ ਸਾਰਿਆਂ ਨੇ ਬੈਠੇ ਰਹਿਣਾ, ਜਾਂ ਤੇਲ ਲੈਣਾ ਤਾਂ ਮੈਨੂੰ ਭੇਜਣਾ, ਮੈਂ ਤੇਲ ਕਿੱਥੋਂ ਲੈ ਕੇ ਆਉਂਗਾ ਰਾਤ ਨੂੰ 2 ਵਜੇ ਲੁਧਿਆਣੇ ਤੋਂ, ਮੈਂ ਕਿੱਥੋਂ ਤੇਲ ਲੈ ਕੇ ਆਉਂਗਾ। ਮੈਂ ਫਿਰ ਥੋੜੀ ਦੇਰ ਬਾਅਦ ਮੈਂ ਕਿਹਾ ਅੰਕਲ ਸ਼ਾਇਦ ਤੁਹਾਨੂੰ ਸਮਝ ਆ ਗਈ ਵੀ ਗੱਡੀ ਤੇਲ ਘੱਟ ਲੱਗ ਰਿਹਾ ਮੈਨੂੰ, ਇਹ ਜਲੰਧਰ ਨੂੰ ਜਾਣਾ, ਇਹ ਇੱਥੇ ਥੋੜਾ ਰੁਕਣਾ ਹੈਗਾ। ਤਾਂ ਗੁਰੂ ਜੀ ਨੂੰ ਪਤਾ ਲੱਗ ਗਿਆ, ਗੁਰੂ ਜੀ ਕਹਿੰਦੇ ਕੰਜਰ ਕੀ ਕਹਿੰਦਾ, ਗੁਰੂ ਜੀ ਦੇ ਕਹਿੰਦਾ। ਤਾਂ ਉਹ ਅੰਕਲ ਕਹਿੰਦੇ ਗੁਰੂ ਜੀ ਕਹਿੰਦਾ ਗੱਡੀ 'ਚ ਤੇਲ ਘੱਟ ਹੈ। ਗੁਰੂ ਜੀ ਕਹਿੰਦੇ ਗੁਰੂ ਜੀ ਕਹਿੰਦੇ ਹੈ, ਕੰਜਰ ਕਹਿੰਦਾ ਤੇਲ ਘੱਟ ਹੈ, ਖੱਬੇ ਪਾਸੇ ਲਾ ਕੇ ਦੱਬੀ ਰੱਖ। ਗੁਰੂ ਜੀ ਕਹਿੰਦੇ ਖੱਬੇ ਪਾਸੇ ਲਾ ਕੇ ਦੱਬੀ ਰੱਖ ਗੱਡੀ। ਉਹ ਜਿਹਨੂੰ ਤੁਹਾਨੂੰ ਪਤਾ ਵੀ ਲੁਧਿਆਣੇ ਤੋਂ ਖੱਬੇ ਪਾਸੇ ਲੈਫਟ ਸਾਈਡ ਤੱਕ ਗੱਡੀ ਚਲਾ ਹੀ ਨਹੀਂ ਸਕਦੇ, ਲੈਫਟ ਸਾਈਡ ਤੱਕ ਗੱਡੀ ਚਲਾ ਹੀ ਨਹੀਂ ਸਕਦੇ, ਰਾਈਟ ਸਾਈਡ ਹੁੰਦੀ ਆ ਉੱਥੇ ਫਿਰ ਵੀ ਕਲੀਅਰ ਹੁੰਦਾ, ਜਾ ਸਕਦੇ। ਔਰ ਗੁਰੂ ਜੀ ਨੇ ਜਦੋਂ ਕਿਹਾ ਖੱਬੇ ਪਾਸੇ ਲਾ ਕੇ ਦੱਬੀ ਰੱਖ, ਆਪਾਂ ਲੁਧਿਆਣੇ ਮੇਨ ਚੋਂ ਕੱਢ ਰਹੇ ਆ, ਖੱਬੇ ਲੈਫਟ ਸਾਈਡ ਤੇ ਸੜਕ ਤੇ ਕੋਈ ਬੰਦਾ ਹੀ ਨਹੀਂ ਹੈਗਾ, ਇਹ ਬੰਦਾ ਨਾ ਆਟੋ ਰਿਕਸ਼ਾ ਨਹੀਂ ਹੈਗਾ। ਉਹ ਦੇਖ ਲਓ ਵੀ 70-80 ਦੀ ਸਪੀਡ ਤੇ, 80-80-90 ਦੀ ਸਪੀਡ ਤੇ ਉਹ ਗੱਡੀ ਪੂਰੀ ਆ ਰਹੀ। ਤਾਂ ਜਿੱਥੇ ਸਤਲੁਜ ਦਾ ਦਰਿਆ ਆਉਂਦਾ ਉੱਥੇ ਟੋਲ ਟੈਕਸ ਹੁੰਦਾ ਨਾ, ਟੋਲ ਟੈਕਸ ਗੁਰੂ ਜੀ ਨੂੰ ਲਾਈਟ ਤਾਂ ਲਾਈ ਨਹੀਂ ਸੀ, ਕੁਛ ਨਹੀਂ ਲਾਈ ਸੀ। ਗੁਰੂ ਜੀ ਕਹਿੰਦੇ ਸੀ ਖੱਬੇ ਪਾਸੇ ਲਾ ਕੇ ਦੱਬੀ ਰੱਖ। ਇੱਧਰਲੀਆਂ ਸਾਰੀਆਂ ਲੇਨਾਂ ਬੰਦ ਕੀਤੀਆਂ, ਇੱਕ VIP ਨਹੀਂ ਓਪਨ ਕੀਤੀ, VIP ਓਪਨ ਕੀਤੀ। ਤੇ ਜਿੱਦਾਂ ਹੀ ਓਪਨ ਕੀਤਾ ਤੁਸੀਂ VIP ਨਾ, ਉਹ ਜਦੋਂ ਅੰਕਲ ਗਏ ਰੋਕ ਰਹੇ ਬੜੀ, ਸ਼ਾਇਦ ਤੇ ਟੈਕਸ ਦੇਣਾ ਪਊਗਾ ਜਾਂ ਕੁਛ ਕਰਨਾ ਪਊਗਾ, ਉਹ ਕਹਿੰਦੇ ਚਲੋ ਜਲਦੀ, ਪੁਲਿਸ ਵਾਲੇ ਖੜੇ ਸੀ, ਉਹਨੇ VIP ਚੋਂ ਕੱਢਦਾ ਸਾਨੂੰ। ਉਹ ਯਕੀਨ ਮੰਨੋ ਅਸੀਂ ਜਾ ਕੇ ਉੱਥੇ ਮੰਦਿਰ ਪਹੁੰਚ ਗਏ, ਫਿਰ ਮੇਰੇ ਦਿਮਾਗ 'ਚ ਆਈ ਗੱਲ, ਆਪਣਾ ਦਿਮਾਗ ਥੋੜਾ ਏਦਾਂ ਦਾ ਹੀ ਹੁੰਦਾ ਵੀ ਜੋ ਮਰਜ਼ੀ ਸਮਝ ਲਓ। ਮੈਂ ਸੋਚਿਆ ਵੀ ਸ਼ਾਇਦ ਉਹ ਗੇਜ ਖਰਾਬ ਹੋਣੀ ਹੈ, ਗੈਸ ਹੋਣਾ ਗੱਡੀ 'ਚ, ਜਾਂ ਤਾਂ ਗੁਰੂ ਜੀ ਜਾਂ ਵੀ ਮੈਨੂੰ ਜਿਹੜਾ ਡਰਾਈਵਰ ਉਹ ਵੀ ਏਦਾਂ ਹੀ ਕਹਿ ਰਿਹਾ। ਜਿੱਦਾਂ ਬਾਹਰ ਨਿਕਲੇ ਮੈਂ ਫਟਾਫਟ ਨਿਕਲਿਆ, ਗੁਰੂ ਜੀ ਖਿੜਕੀ ਖੋਲੀ, ਗੁਰੂ ਜੀ ਬਾਹਰ ਆਏ ਤਾਂ ਗੁਰੂ ਜੀ ਏਦਾਂ ਜਾਣ ਲੱਗੇ ਅੰਦਰ ਨੂੰ। ਗੁਰੂ ਜੀ ਕਹਿੰਦੇ ਉਹਨੂੰ ਅੰਕਲ ਗੈਸ ਕੰਜਰਾ ਜਿਹਾ ਗੈਸ ਪਵਾ ਕੇ ਆ। ਤਾਂ ਉਹ ਕਹਿੰਦਾ ਅੱਛਾ ਜੈ ਗੁਰੂ ਜੀ ਅੰਕਲ, ਉਹ ਕਹਿੰਦਾ ਗੁਰੂ ਜੀ ਠੀਕ ਹੈ। ਤਾਂ ਬਾਅਦ ਮੇਰੇ ਦਿਲ 'ਚ ਤਾਂ ਇਹ ਸੀ ਵੀ ਸ਼ਾਇਦ ਉਹ ਗੇਜ ਖਰਾਬ ਆ, ਵੀ ਤੇਲ ਹੋਣਾ ਗੱਡੀ ਏਦਾਂ ਹੋ ਨਹੀਂ ਸਕਦੀ, AC ਲਾ ਕੇ ਪੂਰਾ ਲੁਧਿਆਣੇ ਜਲੰਧਰ ਤੱਕ ਆ ਕੇ ਗੈਸ ਵਿੱਚ ਹੈ ਹੀ ਨਹੀਂ। ਤਾਂ ਮੈਨੂੰ ਗੁਰੂ ਜੀ ਮੈਨੂੰ ਉਹ ਕਹਿੰਦੇ, ਗੁਰੂ ਜੀ ਕਹਿੰਦੇ ਇਹ ਕੰਜਰ ਨੂੰ ਨਾਲ ਲੈ ਕੇ ਜਾਈਂ, ਉਹ ਮੇਰੇ ਬੰਦੇ ਕਿੰਤੂ ਪਰੰਤੂ ਚੱਲ ਰਿਹਾ ਸੀਗਾ। ਮੈਂ ਕਿਹਾ ਚਲੋ ਠੀਕ ਹੈ ਜੀ ਕੋਈ ਨਹੀਂ। ਤਾਂ ਮੈਂ ਤਾਂ ਦੇਖਣਾ ਸੀ ਉਹ ਗੇਜ ਦਾ ਕੀ ਚੱਕਰ ਹੈ ਨਾ। ਯਕੀਨ ਮੰਨੋ ਵੀ ਉੱਥੇ ਗੈਸ ਤੇ ਗਏ, ਉਹਨੇ ਤੇਲ ਪਾਉਣਾ ਸ਼ੁਰੂ ਕੀਤਾ ਅੰਕਲ ਨੇ, ਪੂਰਾ ਜਦੋਂ ਟੈਂਕੀ ਫੁੱਲ ਹੋਈ ਤਾਂ ਗੇਜ ਪੂਰੀ ਟੈਂਕੀ। ਤੁਸੀਂ ਦੇਖੋ ਗੁਰੂ ਜੀ ਦੀ ਗੱਡੀਆਂ ਤੱਕ ਗੈਸ ਤੋਂ ਬਗੈਰ ਚੱਲਦੀਆਂ। ਇਹ ਤਾਂ ਸਾਨੂੰ ਲੱਗਦਾ ਵੀ ਉਹਨਾਂ ਦਾ ਗੈਸ ਪੈਂਦਾ ਜਾਂ ਕੀ ਪੈਂਦਾ, ਪਰ ਗੁਰੂ ਜੀ ਦਾ ਜੋ ਹੈ ਨਾ, ਇਹ ਤਾਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ, ਇਹ ਤਾਂ ਮਹਾਸ਼ਿਵ ਹੈ ਅੰਕਲ, ਮਹਾਸ਼ਿਵ ਹੈ। ਇਹ ਤਾਂ ਦੁਨੀਆ ਤੇ ਤਾਂ ਅਵਤਾਰ ਕਰਨ, ਹਾਲੇ ਤੱਕ ਗੁਰੂ ਜੀ ਕਿੰਨਿਆਂ ਤੱਕ ਜਾਣਾ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ, ਅਸੀਂ ਕਿੰਨੇ ਕਸ਼ਟਾਂ ਤੋਂ ਜਾ ਰਹੇ ਹਾਂ, ਕੀ ਕਰ ਰਹੇ ਹਾਂ। ਆਪਾਂ ਦੇ ਲੋ COVID-19 ਵੀ ਚੱਲ ਰਿਹਾ, ਇਹ 'ਚ ਵੀ ਗੁਰੂ ਜੀ ਕਿੰਨੀ ਰਕਸ਼ਾ ਕਰ ਰਿਹਾ, ਮਿੰਟ ਦੇ ਪਤਾ ਨਹੀਂ ਕਿੱਥੇ ਕੀ ਹੈਗਾ ਕੀ ਨਹੀਂ। ਈਵਨ ਦੈਨ ਗੁਰੂ ਜੀ ਮਹਾਸ਼ਿਵ। ਬਸ ਹਮੇਸ਼ਾ ਗੁਰੂ ਜੀ ਦਾ ਧਿਆਨ ਰੱਖੋ ਆਂਟੀ, ਤਾਂ ਫਿਰ ਨੈਕਸਟ ਟਾਈਮ ਮੈਂ ਕਰੂੰਗਾ। ਅੰਕਲ ਉਹ ਜਲੰਧਰ ਗੇਟ ਬਣਵਾਇਆ ਸੀ, ਉਹ ਸੁਣਾਓ ਨਾ ਵਾਲਾ। ਅੱਛਾ ਉਹ ਬੜਾ ਅੱਛਾ, ਠੀਕ ਹੈ। ਅੱਛਾ ਅੰਕਲ ਅੱਛਾ ਸੁਣਾ। ਹਾਂਜੀ, ਤਾਂ ਜਲੰਧਰ ਗੇਟ ਸੀਗਾ, ਜਿਹੜਾ ਜਲੰਧਰ ਗੇਟ ਸੀਗਾ, ਉਹ ਗੁਰੂ ਜੀ ਜਦੋਂ ਆਏ ਜਲੰਧਰ ਤਾਂ ਗੁਰੂ ਜੀ ਆ ਕੇ ਸਭ ਕੁਝ ਹੀ ਚੇਂਜ ਕਰ ਦਿੰਦੇ ਹੁੰਦੇ ਸੀ। ਤਾਂ ਗੁਰੂ ਜੀ 2 ਗੇਟ ਸੀਗੇ ਫਰੰਟ ਦੇ। ਤਾਂ ਗੁਰੂ ਜੀ ਕਹਿੰਦੇ ਕਿਸੇ ਬੰਦੇ ਨੂੰ ਬੁਲਾ ਕੇ ਲਿਆਓ ਜਿਹੜਾ ਗੇਟ ਬਣਾਉਂਦਾ ਹੋਵੇ। ਮੈਂ ਕਿਹਾ ਠੀਕ ਹੈ ਚਲੋ ਜੀ। ਮੈਂ ਤਾਂ ਮੋਂਟੀ ਅੰਕਲ ਗਏ ਤਾਂ ਪਿੱਛੇ ਕੋਈ ਬਣਾਉਂਦਾ ਸੀ, ਉਹਨੂੰ ਬੁਲਾ ਕੇ ਲੈ ਗਿਆ, ਸਰਦਾਰ ਜੀ ਸੀਗਾ। ਤੇ ਗੁਰੂ ਜੀ ਨੂੰ ਕਹਿੰਦੇ ਵੀ ਗੱਲਾਂ ਕਰਦੇ ਉਹਨੂੰ ਪਤਾ ਨਹੀਂ ਗੁਰੂ ਜੀ ਬਾਰੇ ਕੀ ਹੈਗਾ ਕੀ। ਤਾਂ ਕਹਿੰਦੇ ਵੀ ਹੈਲੋ ਹਾਂਜੀ ਹੈਲੋ ਤੁਸੀਂ ਕੰਟੀਨਿਊ ਰੱਖੋ, ਸਤਸੰਗ ਕੰਟੀਨਿਊ ਕਰਿਓ। ਠੀਕ ਹੈ।
ਤੇ ਗੁਰੂ ਜੀ ਕਹਿੰਦੇ ਵੀ ਉਹ ਗੇਟ ਬਣਾਉਣਾ, ਕਹਿੰਦੇ ਗੇਟ ਬਣਾਉਣਾ ਵੀ ਬੰਦੇ ਲੈ ਕੇ ਆਓ ਕਿਸੇ ਨੂੰ। ਮੈਂ ਉੱਥੇ ਗਿਆ, ਪਿੱਛੇ ਅੰਦਰ ਸੀ ਜੋ ਸਰਦਾਰ ਜੀ ਸੀ, ਉਹਨੂੰ ਲੈ ਕੇ ਆਏ। ਗੁਰੂ ਜੀ ਨਾਲ ਗੱਲ ਕੀਤੀ, ਸਭ ਉਹਨੂੰ ਨਹੀਂ ਪਤਾ ਸੀ ਗੁਰੂ ਜੀ ਬਾਰੇ ਕੁਝ ਵੀ। ਤਾਂ ਉਹ ਕਰ ਰਹੇ ਸੀ ਵੀ ਗੁਰੂ ਜੀ ਕਹਿੰਦੇ 2 ਗੇਟ ਬਣਾਉਣੇ ਆ, ਕਿੱਦਾਂ ਕਰਨੇ ਆ, ਕਿੰਨੇ ਪੈਸੇ ਆ, ਦੱਸ ਦਿਓ। ਉਹਨੇ ਅਪਰੋਕਸੀਮੇਟ ਲਾਇਆ, ਕਹਿੰਦਾ 25,000 ਰੁਪਇਆ ਲੱਗੂਗਾ ਉਸ ਟਾਈਮ ਤੇ। ਤਾਂ ਅਸੀਂ ਵੀ ਖੁਸ਼ ਹੋ ਗਏ, ਚਲੋ ਗੁਰੂ ਜੀ ਨੇ ਕਿਹਾ, ਅਸੀਂ ਗੁਰੂ ਜੀ ਦਾ ਕੰਮ ਕਰਤਾ, ਗੁਰੂ ਜੀ ਦਾ ਚਲੋ ਹੋ ਗਿਆ, ਸਭ ਕੁਛ ਆ। ਲੇਕਿਨ ਹਲੇ ਗੁਰੂ ਜੀ ਦਾ ਪਤਾ ਨਹੀਂ ਹੁੰਦਾ ਵੀ ਕਿੰਨਾ ਗੁਰੂ ਜੀ ਨੇ ਸਾਡੇ ਟੈਸਟ ਲੈਣੇ ਆ ਜਾਂ ਉਹਦੇ ਟੈਸਟ ਲੈਣੇ ਆ, ਇਹ ਕੁਛ ਨਹੀਂ ਪਤਾ। ਅਸੀਂ ਆਏ ਤਾਂ ਉਹ ਚਲਾ ਗਿਆ, ਤਾਂ ਠੀਕ ਹੈ, ਉਹਨੂੰ ਕਹਿਤਾ ਠੀਕ ਹੈ ਚਲੋ ਬਣਾ ਦੇ। ਉਹ ਆਪਣੀ ਦੁਕਾਨ ਤੇ ਚਲਾ ਗਿਆ, ਤਾਂ ਅਸੀਂ ਗੁਰੂ ਜੀ ਦਾ ਤੇ ਮੁੱਕੀ ਮਾਰਨੀ ਸ਼ੁਰੂ ਕਰਤੀ। ਤਾਂ ਮੁੱਕੀ ਮਾਰਦੇ ਗੁਰੂ ਜੀ ਥੋੜੀ ਦੇਰ ਮੁੱਕੀ ਮਾਰਦੇ ਗੁਰੂ ਜੀ ਕਹਿੰਦੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ, ਮੇਰੇ 25,000 ਸਾਡੇ ਕੋਲ ਨਹੀਂ ਹੈਗਾ। ਤਾਂ ਮੈਂ ਕਿਹਾ ਸ਼ਾਇਦ ਗੁਰੂ ਜੀ ਕੋਈ ਹੋਰ ਗੱਲ ਕਰਦੇ ਹੋਣਗੇ। ਤਾਂ ਫਿਰ ਗੁਰੂ ਜੀ ਕਹਿੰਦੇ ਨਹੀਂ, ਕਹਿੰਦੇ ਉਹ ਜਿਹੜਾ ਗੇਟ ਵਾਲਾ ਬੰਦਾ ਸੀ 25,000 ਉਹ ਜ਼ਿਆਦਾ ਆ, 25,000 ਸਾਡੇ ਕੋਲ ਪੈਸੇ ਨਹੀਂ ਹੈਗੇ ਇੰਨੇ ਨੇ, ਤੁਸੀਂ ਉਹਨੂੰ ਕਹਿ ਕੇ ਆਓ 22,000। ਚਲੋ ਫਿਰ ਗੁਰੂ ਜੀ ਕੋ ਗੱਲ ਨਹੀਂ ਕਰ ਸਕਦੇ, ਆਪਾਂ ਗਏ ਉੱਠਿਆ। ਤਾਂ ਮੈਂ ਕਿਹਾ ਚਲੋ ਚੱਲਦੇ ਹਾਂ ਗੁਰੂ ਜੀ। ਮੱਥਾ ਟੇਕਿਆ ਤਾਂ ਮੋਂਟੀ ਦਾ ਮੈਂ ਗਏ, ਤਾਂ ਅਸੀਂ ਜਾ ਕੇ ਉਹਨੂੰ ਉੱਥੇ ਗਏ। ਉਹਨੇ ਪਹਿਲਾਂ ਤਾਂ ਚਾਹ ਚੂ ਮੰਗਾ ਲਈ, ਵੀ ਆਏ ਆ ਵੀ ਗ੍ਰਾਹਕ ਲੈ ਕੇ ਆਏ ਸੀ ਪਹਿਲਾਂ, ਹੁਣ ਵੀ ਆਏ ਆ, ਪਿੱਛੇ ਤਾਂ ਹੋਰ ਕੁਝ ਲਾਇਆ। ਮੈਂ ਕਿਹਾ ਕਹਿੰਦਾ ਹਾਂਜੀ ਦੱਸੋ ਜੀ। ਮੈਂ ਕਿਹਾ ਵੀ ਯਾਰ ਉਹ ਜਿਹੜੇ ਕੋਠੀ ਵਾਲੇ ਆ ਕਹਿੰਦੇ ਵੀ ਸਾਡੇ ਕੋਲ ਪੈਸੇ ਇੰਨੇ ਹੈ ਨਹੀਂ, ਵੀ ਥੋੜੇ ਘੱਟ ਕਰ ਲਾ। ਉਹ ਕਹਿੰਦਾ ਕਿੰਨੇ ਘੱਟ ਕਰਨੇ? ਮੈਂ ਕਿਹਾ ਯਾਰ ਉਹ 22,000 ਕਹਿੰਦੇ, ਤੂੰ 22,000 ਕਰ ਲਾ। ਚਲੋ ਜੀ ਉਹ ਮੰਨ ਗਿਆ, ਕਹਿੰਦਾ ਚਲੋ ਠੀਕ ਹੈ 22,000 ਕਰਨਾ। ਅਸੀਂ ਫਿਰ ਖੁਸ਼ ਹੋ ਗਏ, ਅਸੀਂ ਕਿਹਾ ਚਲੋ ਗੁਰੂ ਜੀ ਨੇ ਕਿਹਾ, ਚਲੋ ਹੋ ਗਈ ਗੱਲ। ਅਸੀਂ ਆ ਗਏ ਮੰਦਰ ਚ, ਆ ਗਏ ਮੰਦਰ ਆ ਕੇ ਫਿਰ ਗੁਰੂ ਜੀ ਆ ਕੇ ਫਿਰ ਗੁਰੂ ਜੀ ਥੋੜੀ 10 ਮਿੰਟ ਬਾਅਦ ਗੁਰੂ ਜੀ ਕਹਿੰਦਾ ਮੁੱਕੀ ਮਾਰਨੀ ਸ਼ੁਰੂ ਕਰਤੀ। ਥੋੜੀ ਮੁੱਕੀ ਮਾਰੀ ਤਾਂ ਗੁਰੂ ਜੀ ਕਹਿੰਦੇ ਥੋੜੀ ਦੇਰ ਬਾਅਦ ਫਿਰ ਕਹਿੰਦੇ ਯਾਰ ਕਹਿੰਦੇ ਬਹੁਤ ਵੀ ਪੈਸੇ ਜ਼ਿਆਦਾ ਹੈ, ਵੀ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ, ਅਸੀਂ ਨਹੀਂ ਦੇ ਸਕਦੇ, ਵੀ ਤੁਸੀਂ ਥੋੜਾ। ਅਸੀਂ ਫਿਰ ਦੇਖੀ ਵੀ ਹੁਣ ਕਿੰਨਾ ਗੁਰੂ ਜੀ ਕਹਿੰਦੇ, ਗੁਰੂ ਜੀ ਜਿੰਨਾ ਕਹੋਗੇ ਅਸੀਂ ਉਨਾ ਕਹਿ ਸਕਦੇ, ਉਦਾਂ ਤਾਂ ਕਹਿ ਨਹੀਂ ਸਕਦੇ। ਗੁਰੂ ਜੀ ਕਹਿੰਦੇ ਉਹਨੂੰ ਕਹਿ ਕੇ ਆਓ 17,000 ਰੁਪਏ, 17,000 ਰੁਪਏ ਤੋਂ ਸਾਡੇ ਜ਼ਿਆਦਾ ਕੋਈ ਜ਼ਿਆਦਾ ਪੈਸੇ ਨਹੀਂ ਹੈਗੇ। 17,000 ਰੁਪਏ ਕਿੱਦਾਂ ਕਰੂੰਗੇ ਜਾਮ? ਅਸੀਂ ਗਏ ਉਹਦੇ ਕੋਲ, ਅਸੀਂ ਗਏ ਤਾਂ ਫਿਰ ਉਹਨੇ ਸਾਡੇ ਵੱਲ ਦੇਖਿਆ, ਚਾਹ ਚੂ ਤਾਂ ਮੰਗਾਈ ਨਹੀਂ ਉਹਨੇ। ਨਾਲੇ ਮਤਲਬ 2-3 ਘੰਟੇ 3-4 ਘੰਟੇ ਦੀ ਗੱਲ ਹੈ ਸਾਰੀ। ਗਏ ਤਾਂ ਕਹਿੰਦੇ ਹਾਂਜੀ ਹੁਣ ਦੱਸੋ। ਮੈਂ ਕਿਹਾ ਯਾਰ ਉਹ ਕੋਠੀ ਵਾਲੇ ਕਹਿੰਦੇ ਸਾਡੇ ਕੋਲ ਪੈਸਾ, ਕਹਿੰਦਾ ਵੀ ਤੁਸੀਂ ਥੋੜੇ ਪੈਸੇ ਕਰੋ। ਸਾਨੂੰ ਵੀ ਸ਼ਰਮ ਆਵੇ ਉੱਥੇ ਕੀ ਕਹੇ ਉਹਨੂੰ ਜਾ ਕੇ। ਉਹ ਕਹਿੰਦਾ ਵੀ ਯਾਰ ਤੁਹਾਨੂੰ ਪਤਾ ਤਾਂ ਹੈਗਾ ਵੀ ਇੰਨਾ ਕਿੱਥੋਂ ਮੈਂ ਘੱਟ ਕਰ ਲਵਾਂ, ਦੱਸੋ ਤੁਸੀਂ ਹੁਣ 25,000 ਤੋਂ ਕਹਿੰਦੇ 17,000 ਕਰ ਲਓ, 17,000 ਕਿੱਦਾਂ ਹੋ ਜਾਊਗਾ ਦੱਸੋ ਤੁਸੀਂ। ਤਾਂ ਮੈਂ ਕਿਹਾ ਵੀ ਮੈਂ ਨਹੀਂ, ਤੁਸੀਂ ਦੇਖੋ ਮੰਨ ਜਾਓ ਰਿਕੁਐਸਟ ਹੀ ਹੈ ਵੀ, ਉਹ ਕਹਿੰਦੇ ਵੀ ਪੈਸੇ ਹੈ ਨਹੀਂ, ਸ਼ਾਇਦ ਪੈਸੇ ਦੀ ਕਮੀ ਹੈ ਕੁਛ, ਤੁਸੀਂ ਘੱਟ ਕਰ ਲਓ ਥੋੜਾ ਜਿਹਾ। ਉਹ ਕਰ ਕੇ ਚਲੋ ਜੀ ਮੰਨ ਗਿਆ, ਕਹਿੰਦੇ ਚਲੋ 17,000। ਅਸੀਂ ਆ ਗਏ, ਅਸੀਂ ਫੇਰ ਖੁਸ਼। ਮੈਂ ਕਿਹਾ ਚਲੋ ਗੁਰੂ ਜੀ ਨੇ ਕਿਹਾ ਚਲੋ ਹੋ ਗਿਆ। ਉਹ ਸਾਡੀ ਵੀ ਈਗੋ ਗੁਰੂ ਜੀ ਕੱਢਦੇ ਸੀ, ਸਾਨੂੰ ਵੀ ਪਤਾ ਨਹੀਂ ਨਾ ਗੁਰੂ ਜੀ ਕੀ ਕਰ ਰਹੇ, ਕਿਆ ਕਰ ਰਹੇ। ਥੋੜੀ ਦੇਰ ਹੋਈ ਏਦਾਂ ਮੁੱਕੀ, ਫੇਰ ਗੁਰੂ ਜੀ ਕੋਲ ਬਹਿ ਗਏ ਅਸੀਂ ਜਾ ਕੇ। ਫੇਰ ਅਸੀਂ ਗੁਰੂ ਜੀ ਕੋ ਨਹੀਂ ਗਏ, ਫੇਰ ਅਸੀਂ ਬਾਹਰ ਕਿਚਨ 'ਚ ਭਾਂਡੇ ਮਾਂਜਣ ਲੱਗ ਪਏ ਕੁਛ। ਗੁਰੂ ਜੀ ਜਦੋਂ ਉੱਠ ਕੇ ਕਿਚਨ ਨੂੰ ਆਉਣ, ਅਸੀਂ ਨਿਕਲ ਕੇ ਅਸੀਂ ਉੱਪਰ ਨੂੰ ਝਾੜੂ ਮਾਰਨ ਉੱਪਰ ਚੱਲ ਜਾਈਏ। ਮੈਂ ਕਿਹਾ ਗੁਰੂ ਜੀ ਨੇ ਫੇਰ ਕੁਛ ਕਹਿ ਦੇਣਾ, ਫੇਰ ਗੁਰੂ ਜੀ ਉੱਪਰ ਕੇ ਥੱਲੇ ਆ ਜਾਈਏ। ਤਾਂ ਫੇਰ ਗੁਰੂ ਜੀ, ਫਿਰ ਥੋੜੀ ਦੇਰ ਬਾਅਦ ਫੇਰ ਗੁਰੂ ਜੀ ਆਏ। ਗੁਰੂ ਜੀ ਕਹਿੰਦੇ ਦੋਨੇ ਕੰਜਰਾਂ ਨੂੰ ਬੁਲਾਓ, ਇੱਧਰ ਬੁਲਾਓ। ਤਾਂ ਫੇਰ ਅਸੀਂ ਗਏ ਤਾਂ ਗੁਰੂ ਜੀ ਫੇਰ ਕਹਿੰਦੇ ਕੰਜਰਾ ਮੁੱਕੀ ਮਾਰ। ਫਿਰ ਅਸੀਂ ਮੁੱਕੀ ਮਾਰਨੀ ਸ਼ੁਰੂ ਕਰਤੀ। ਗੁਰੂ ਜੀ ਟੈਸਟ ਲੈਂਦੇ ਸੀ, ਹੁਣ ਸਾਨੂੰ ਨਹੀਂ ਪਤਾ ਲੱਗਦਾ ਸੀ ਵੀ ਕੀ ਕਰੀਏ ਨਾ। ਗੁਰੂ ਜੀ ਹੁਣ ਕੀ ਕਹੇ, ਹੁਣ ਅਗਲੀ ਵਾਰ ਕਹਿ। ਫਿਰ ਗੁਰੂ ਜੀ ਕਹਿੰਦੇ ਬਹੁਤ ਜਿਹੜਾ ਉਹ ਜ਼ਿਆਦਾ ਹੈ, ਤੁਸੀਂ ਤਾਂ ਕਰੋ, ਅਸੀਂ ਘੱਟ ਕਰਕੇ। ਮੈਂ ਕਿਹਾ ਗੁਰੂ ਜੀ ਪਹਿਲੇ ਅਸੀਂ ਬਹੁਤ ਘੱਟ ਕਰਾਤਾ, ਦੇਖੋ ਅਸੀਂ। ਨਹੀਂ ਗੰਜਰਾ ਪੈਸੇ ਜ਼ਿਆਦਾ ਆ, ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ। ਗੁਰੂ ਜੀ ਏਦਾਂ ਕਹਿੰਦੇ ਸਾਡੇ ਕੋਲ ਪੈਸੇ ਜ਼ਿਆਦਾ ਇੰਨੇ ਨਹੀਂ ਹੈਗੇ ਸਾਡੇ ਕੋਲ। ਤਾਂ ਹੁਣ ਕੀ ਕਹੇ, ਗੁਰੂ ਜੀ ਕਹਿੰਦੇ ਉਹਨੂੰ ਕਹਿ ਕੇ ਆ ਵੀ 15,000। ਮੈਂ ਮੋਂਟੀ ਵਾਲਾ ਦੇਖਾਂ, ਮੋਂਟੀ ਮੇਰੇ ਵੇਲੇ ਦੇਖੇ। ਮੈਂ ਕਿਹਾ ਹੁਣ ਕਿੱਦਾਂ ਜਾ ਕੇ ਗਈ, ਉਹਨੂੰ ਕੀ ਕਵਾਂਗੇ ਜਾ। ਅਸੀਂ ਗਏ ਤਾਂ ਜੀ ਉਹ ਦੁਕਾਨਦਾਰ ਉਹਨੇ ਸਾਡੇ ਵੱਲ ਦੇਖਿਆ ਵੀ ਏਦਾਂ ਵੀ ਨਾ ਦੇਖਿਆ ਬਰਾਬਰ, ਦੇਖ ਕੇ ਆਪਣਾ ਕੰਮ ਸ਼ੁਰੂ ਕਰਤਾ ਉਹਨੇ। ਤਾਂ ਅਸੀਂ ਏਦਾਂ ਜਾ ਕੇ ਪਰਲੇ ਪਾਸੇ ਬਹਿ ਗਏ। ਤਾਂ ਕਹਿੰਦਾ ਹਾਂਜੀ ਹੁਣ ਦੱਸੋ ਕੀ ਗੱਲ ਹੋਈ ਹੈ। ਤੇ ਹੁਣ ਉਹ ਦੂਜੇ ਮੁੱਢ 'ਚ ਹੋ ਗਿਆ। ਮੈਂ ਕਿਹਾ ਯਾਰ ਉਹ ਕੋਠੀ ਵਾਲੇ ਕਹਿੰਦੇ ਤੁਸੀਂ ਗੇਟ ਗੂਟ ਬਣਾਉਣੇ ਹੈਗੇ ਜਾਂ ਨਹੀਂ ਬਣਾਉਣੇ ਹੈਗੇ, ਦੱਸ ਤੋਂ ਪਹਿਲਾਂ ਮੈਨੂੰ। ਮੈਂ ਕਿਹਾ ਵੀ ਰਿਕੁਐਸਟ ਹੀ ਆ, ਲਾਸਟ ਗੱਲ ਆ, ਤੂੰ ਮੰਨ ਲਾ ਵੀ ਚਲੋ ਪਤਾ ਨਹੀਂ ਤੇਰਾ ਕੀ ਕਲਿਆਣ ਹੋਊਗਾ, ਕੀ ਤੇਰਾ ਹੋ ਜਾਊਗਾ। ਏਦਾਂ ਹੁਣ ਕਾਫੀ ਕੁਛ ਕਹਿਣ ਲੱਗ ਪਏ ਉਹਨੂੰ, ਹੁਣ ਕੀ ਕਹੀਏ ਅਸੀਂ ਵੀ ਤੇਰਾ ਕੀ ਕਲਿਆਣ ਹੋ ਜਾਣਾ, ਕਿਆ ਹੋ ਜਾਣਾ, ਤੁਸੀਂ ਥੋੜਾ ਗੱਲ ਮੰਨ ਲਓ ਵੀ ਰਿਕੁਐਸਟ ਹੀ ਆ ਵੀ 15,000 ਕਰ ਲਓ। ਉਹ ਕਹਿੰਦਾ 15,000 ਦੇ 2 ਗੇਟ ਥੋੜਾ ਬਣਦੇ ਹੈਗੇ, ਉਹ ਵੀ ਐਡੇ ਬੜੇ ਗੇਟ ਆ। ਤੁਸੀਂ ਸਮਝਦੇ ਤਾਂ ਹੈ ਨਹੀਂ, ਤੁਸੀਂ ਆਪ ਸਿਆਣੇ ਆ, ਤੁਹਾਨੂੰ ਪਤਾ ਨਹੀਂ। ਕਹਿੰਦੇ ਕੋਠੀ ਵਾਲੇ ਕੋਠੀ 'ਚ ਰਹਿੰਦੇ ਆ, ਕਿੱਥੇ ਰਹਿੰਦੇ।
ਮੈਂ ਕਿਹਾ ਵੀ ਤੁਸੀਂ ਦੇਖੋ ਵੀ ਜ਼ਿਆਦਾ ਨਾ ਗੱਲ ਕਰੋ, ਹੁਣ ਤੁਸੀਂ ਰਹਿਣੇ ਤੋਂ ਹੈ। ਤਾਂ ਉਹ ਕਹਿੰਦਾ ਵੀ ਲਾਸਟ ਹੈ, ਜੇ ਹੁਣ ਤੁਸੀਂ ਆਏ ਤਾਂ ਮੈਂ ਗੇਟ ਨਹੀਂ ਤੁਹਾਡੇ ਬਣਾਉਣੇ ਹੈਗੇ ਹੈ, ਵੀ ਚਲੋ 15,000 ਕਰੋ। ਉਹਦੇ ਬਾਅਦ ਅਸੀਂ ਆ ਗਏ, ਤਾਂ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ, ਬਸ ਫੇਰ ਤਾਂ ਗੁਰੂ ਜੀ ਕੋਲ ਅਸੀਂ ਬੈਠੇ ਹੀ ਨਹੀਂ। ਮੈਂ ਕਿਹਾ ਹੁਣ ਗੁਰੂ ਜੀ ਕਹੋਗੇ ਵੀ ਅਸੀਂ ਗੁਰੂ ਜੀ ਕੋਲ ਤੁਹਾਡੇ ਕੋਲ ਬੈਠਣਾ ਹੀ ਨਹੀਂ। ਤੁਸੀਂ ਦੇਖੋਗੇ ਉਹ ਗੇਟ ਗੁਰੂ ਜੀ ਦੇ 15,000 ਗੁਰੂ ਜੀ ਦੇ ਬਣੇ ਹੋ, ਦੋਨੇ ਗੇਟ ਗੁਰੂ ਜੀ ਦੇ 15,000 ਚ ਦੇਖ ਲਓ ਉੱਥੇ ਬਣੇ ਹੋ ਜਲੰਧਰ ਮੰਦਿਰ। ਤੇ ਗੁਰੂ ਜੀ ਬਾਰਗੇਨਿੰਗ ਬਹੁਤ ਕਰਦੇ ਹਨ। ਤੇ ਤੁਹਾਨੂੰ ਇੱਕ ਹੋਰ ਸੁਣਾਉਂਦਾ ਮੈਂ, ਇੱਕ ਵਾਰ ਕੀ ਹੋਇਆ, ਗੁਰੂ ਜੀ ਕਹਿੰਦੇ ਟੀ-ਸ਼ਰਟ ਲੈਣੀ ਹੈ, ਟੀ-ਸ਼ਰਟ ਲੈਣੀ ਹੈ। ਹੁਣ ਤੁਸੀਂ ਯਕੀਨ ਮੰਨੋ ਵੀ ਚਲੋ ਅਸੀਂ ਕੱਪੜੇ ਗੁਰੂ ਜੀ ਪਾਉਂਦੇ ਹੁੰਦੇ ਸੀ, ਵਾਈਟ ਪੈਂਟ, ਵਾਈਟ ਸ਼ਰਟ ਹੁੰਦੀ ਸੀ, ਟੀ-ਸ਼ਰਟ ਜੀ ਹੁੰਦੀ ਸੀ, ਤਾਂ ਵਾਈਟ ਗੁਰੂ ਜੀ ਦਾ ਐਨ ਪੂਰਾ ਲੈਂਡ। ਤਾਂ ਅਸੀਂ ਗਏ ਮਰਸਡੀਜ਼ ਗੱਡੀ ਲੈ ਕੇ, ਤਾਂ ਜੋਤੀ ਚੌਂਕ ਚਲੇ ਗਏ। ਗੁਰੂ ਜੀ ਕਹਿੰਦੇ ਇੱਥੇ ਰੋਕੋ, ਇੱਥੇ ਰੋਕੋ। ਇੱਕ ਸਰਦਾਰ ਜੀ ਸੀ, ਉਹਦੀ ਗੱਡੀ ਜਦੋਂ ਉੱਥੇ ਦੁਕਾਨ ਤੇ ਰੁਕੇ, ਗੁਰੂ ਜੀ ਨੇ ਤਾਂ ਟੀ-ਸ਼ਰਟਾਂ ਚੈੱਕ ਕੀਤੀਆਂ। ਇੱਕ ਟੀ-ਸ਼ਰਟ ਗੁਰੂ ਜੀ ਨੂੰ ਪਸੰਦ ਆ ਗਈ, ਤਾਂ ਉਹਨੂੰ ਦੁਕਾਨਦਾਰ ਨੂੰ ਪੁੱਛਦਾ ਵੀ ਕਿੰਨੇ ਦੀ ਹੈ। ਗੁਰੂ ਜੀ ਕਹਿੰਦੇ ਆ ਕਿੰਨੇ ਦੀ ਹੈ, ਤਾਂ ਉਹ ਕਹਿੰਦਾ ਵੀ 80 ਰੁਪਏ ਦੀ ਹੈ। ਗੁਰੂ ਜੀ ਨੇ ਤਾਂ ਦੇਖਿਆ, ਗੁਰੂ ਜੀ ਕਹਿੰਦੇ ਸਾਡੇ ਕੋਲ 80 ਰੁਪਏ ਤਾਂ ਹੈ ਨਹੀਂ, ਸਾਡੇ ਕੋਲ 20 ਰੁਪਏ ਆ। ਅਸੀਂ ਦੋਨੋਂ ਏਦਾਂ ਬੈਠੇ, ਉਹ ਸਾਡੇ ਵਾਲਾ ਦੇਖੇ, ਉਹ ਫੇਰ ਬਾਹਰ ਗੱਡੀ ਵਾਲਾ ਦੇਖੇ, ਵੀ ਮਰਸਡੀਜ਼ ਵਿੱਚੋਂ ਨਿਕਲੇ ਆ, ਇੰਨੇ ਚੰਗੇ ਨਹੀਂ ਕੱਪੜੇ ਪਾਏ ਹੋ ਆ, 80 ਰੁਪਏ ਤੋਂ 20 ਰੁਪਏ ਗੱਲ ਕਰ ਰਹੇ ਆ। ਉਹ ਕਹਿੰਦਾ ਵੀ ਇੰਨਾ ਨਹੀਂ, ਦੇਖੋ ਜੀ ਘੱਟ ਹੁੰਦਾ, ਵੀ ਥੋੜਾ ਬਹੁਤਾ ਤੁਸੀਂ ਦੇਖੋ, ਤੁਸੀਂ ਵੀ 80 ਰੁਪਏ ਆ, ਤੁਸੀਂ ਦੇਖੋ ਜੀ। ਗੁਰੂ ਜੀ ਕਹਿੰਦਾ ਨਹੀਂ, ਕਹਿੰਦੇ ਚਲੋ ਗੱਡੀ ਸਟਾਰਟ ਕਰੋ, ਗੱਡੀ 'ਚ ਬੈਠੋ ਤੁਸੀਂ, ਚਲੋ ਸਾਡੇ ਕੋਲ ਇੰਨੇ ਪੈਸੇ ਹੈ ਹੀ ਨਹੀਂ, ਸਾਡੇ ਕੋਲ ਪੈਸੇ ਹੈ ਹੀ ਨਹੀਂ, ਉਹ ਤਾਂ 50 ਰੁਪਏ ਕਰ ਲਓ। ਗੁਰੂ ਜੀ ਕਿੱਥੇ ਮੰਨਣ, ਗੁਰੂ ਜੀ ਕਹਿੰਦੇ ਨਹੀਂ, ਸਾਡੇ ਕੋਲ 20 ਰੁਪਏ ਤੋਂ ਜ਼ਿਆਦਾ ਹੈ ਹੀ ਨਹੀਂ ਹੈਗੇ ਸਾਡੇ, ਅਸੀਂ ਕਿੱਥੇ ਤੁਹਾਨੂੰ ਦੇ। ਉਹ ਗੱਡੀ ਦੇਖੇ, ਉਹ ਕਹਿੰਦਾ ਸ਼ਾਇਦ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ, ਤੁਸੀਂ ਨਿਆਣੇ, ਤੁਹਾਨੂੰ ਨਹੀਂ ਪਤਾ ਲੱਗਦਾ, ਵੀ ਤੁਸੀਂ ਸਮਝਾਓ ਥੋੜਾ ਬਹੁਤ। ਮੈਂ ਕਿਹਾ ਵੀ ਸਾਨੂੰ ਨਾ ਕੁਝ ਵੀ ਪੁੱਛ, ਤੂੰ ਅਸੀਂ ਮੋਟੀ ਗੱਡੀ ਸਟਾਰਟ ਕਰ, ਤੂੰ ਛੱਡ ਪਰੇ ਰਹਿਣ ਦੇ। ਤਾਂ ਗੁਰੂ ਜੀ ਆ ਕੇ ਬੈਠਣ ਲੱਗੇ, ਤਾਂ ਉਹ ਫਿਰ ਗੱਡੀ 'ਚ ਆ ਗਿਆ, ਗੱਡੀ 'ਚ ਕਹਿੰਦਾ ਲਓ ਜੀ ਤੁਸੀਂ 20 ਰੁਪਏ ਦੇ ਦਿਓ, ਤੁਸੀਂ ਲੈ ਜਾਓ। ਦੇਖ ਲਓ 20 ਰੁਪਏ ਦੀ ਗੁਰੂ ਜੀ ਨੇ ਲਈ। ਗੁਰੂ ਜੀ ਤਾਂ ਮਹਾ ਸ਼ਿਵ ਹੈ, ਤੁਹਾਨੂੰ ਮੈਂ ਏਦਾਂ ਦਾ ਗੁਰੂ ਜੀ ਦਾ ਹੈਗਾ, ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਇੱਕ ਵਾਰੀ ਗੁਰੂ ਜੀ ਕੀ ਹੋਇਆ ਕਿ ਰਾਤ ਨੂੰ ਗੁਰੂ ਜੀ ਏਦਾਂ ਬੈਠੇ, ਗੁਰੂ ਜੀ ਏਦਾਂ ਦਾ ਕੰਮ ਕਹਿੰਦੇ ਸੀ, ਉਹ ਕਈ ਵਾਰ ਹੁੰਦਾ ਵੀ ਨਹੀਂ ਸੀਗਾ, ਮਤਲਬ ਹੁੰਦਾ ਸੀ ਪਰ ਉਹ ਮੁਸ਼ਕਿਲ ਨਾਲ ਹੁੰਦਾ ਸੀ। ਰਾਤ ਨੂੰ ਕਹਿੰਦੇ ਅਸੀਂ ਗੁਰੂ ਜੀ ਏਦਾਂ ਮੁੱਕੀ ਮਾਰੇ, 2 ਵਜੇ ਦੀ ਗੱਲ, ਆਸ-ਪਾਸ 2 ਵਜੇ ਦੇ ਆਸ-ਪਾਸ ਗੁਰੂ ਜੀ ਕਹਿੰਦੇ ਹਦਵਾਣਾ ਲੈ ਕੇ ਆਓ, ਹਦਵਾਣਾ ਲੈ ਕੇ ਆਓ। ਗੁਰੂ ਜੀ ਗੱਲ ਵੀ ਇਦਾਂ ਦੀ ਕਰ ਦਿੰਦੇ ਸੀ। ਹੁਣ ਪਹਿਲੀ ਗੱਲ ਤਾਂ ਸੋਚ ਹੁੰਦੀ ਆ, ਦਸੰਬਰ ਜਨਵਰੀ 'ਚ ਹਦਵਾਣਾ ਤੁਹਾਨੂੰ ਕਿੱਥੋਂ ਮਿਲ ਜਾਊਗਾ, ਉਹ ਵੀ ਤਾਂ ਅਸੀਂ ਸੋਚਿਆ, ਸਾਨੂੰ ਮੈਂ ਤਾਂ ਮੋਂਟੀ ਏਦਾਂ ਦੇਖੀ ਵੀ ਕਿੱਥੋਂ ਮਿਲੂਗਾ ਹਦਵਾਣਾ, ਕਿੱਥੋਂ ਮਿਲੂਗਾ, ਵੀ ਏਦਾਂ ਜਿਸ ਵੇਲੇ ਮੁੱਕੀ ਮਾਰ ਰਹੇ ਦੇਖ ਰਹੇ। ਗੁਰੂ ਜੀ ਕਹਿੰਦੇ ਮੈਂ ਹਦਵਾਣਾ ਲੈ ਕੇ ਆਓ, ਤੁਸੀਂ ਹਦਵਾਣਾ ਲੈ ਕੇ ਜਾਓ। ਤਾਂ ਅਸੀਂ ਗਏ, ਬਾਹਰ ਨਿਕਲੇ। ਹੁਣ ਦੂਜੀ ਗੱਲ ਤਾਂ ਗੁਰੂ ਜੀ ਦਾ ਪੱਕਾ ਨਹੀਂ ਸਕਦੇ, ਬਾਹਰ ਨਿਕਲੇ, ਮੈਂ ਕਿਹਾ ਰਾਮਾ ਮੰਡੀ ਸਾਈਡ ਤਾਂ ਮੈਨੂੰ ਲੱਗਦਾ ਨਹੀਂ ਕੋਈ ਦੁਕਾਨ ਖੁੱਲੀ ਹੋਵੇ, ਚਲ ਜੋਤੀ ਚੌਂਕ ਜਾ, ਸ਼ਾਇਦ ਕੋਈ ਖੁੱਲੀ ਹੋਵੇ ਉੱਥੇ। ਅਸੀਂ ਰਾਤ ਨੂੰ 2-2:30 ਵਜੇ ਉੱਥੇ ਦੁਕਾਨ ਤੇ ਪਹੁੰਚੇ। ਤੁਸੀਂ ਯਕੀਨ ਮੰਨੋ ਸਾਰੀਆਂ ਦੁਕਾਨਾਂ ਬੰਦ, ਇੱਕ ਦੁਕਾਨ ਖੁੱਲੀ ਹੈ, ਉਹਦੇ ਕੋਲ ਫਰੂਟ ਵੀ ਪਏ ਆ, ਇੱਕ ਹਦਵਾਣਾ ਦੇ ਕੋਲ ਪਿਆ। ਤਾਂ ਮੈਂ ਹਦਵਾਣਾ ਦੇਖ ਕੇ ਤਾਂ ਖੁਸ਼ ਹੋ ਗਿਆ, ਮੈਂ ਚਲੋ ਸ਼ੁਕਰ ਹੈ ਮਿਲ ਤਾਂ ਗਿਆ। ਤਾਂ ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਹਦਵਾਣਾ ਕਿੱਥੇ, ਮੈਂ ਕਿਹਾ ਹਦਵਾਣਾ ਕਿੰਨੇ ਦਾ। ਉਹ ਗੁੱਸੇ 'ਚ ਮੈਨੂੰ ਕਹਿ ਰਿਹਾ, ਕਹਿੰਦਾ ਜਾ ਲੈ ਜਾ, ਚੱਲ ਲੈ ਜਾ, ਦੌੜ ਜਾ ਤੂੰ ਲੈ ਜਾ। ਮੈਂ ਕਿਹਾ ਵੀ ਮੈਂ ਤੁਹਾਨੂੰ ਆਰਾਮ ਨਾਲ ਪੁੱਛਿਆ ਵੀ ਹਦਵਾਣਾ ਹੈ ਕਿੰਨੇ ਦਾ, ਕਹਿੰਦਾ ਤੈਨੂੰ ਕਹਿ ਰਿਹਾ ਤੇ ਲੈ ਜਾ, ਤੂੰ ਲੈ ਜਾ ਬਸ। ਮੈਂ ਕਿਹਾ ਵੀ ਪਹਿਲੀ ਗੱਲ ਤਾਂ ਹੈਗਾ ਤੇ ਹਦਵਾਣਾ ਮਿਲਦਾ ਨਹੀਂ ਹੈਗਾ, ਵੀ ਹੁਣ ਤੇਰੇ ਕੋਲ ਹੈਗਾ, ਵੀ ਤੂੰ ਦੱਸ ਕਿੰਨੇ ਪੈਸੇ ਲੈਣੇ ਆ। ਉਹ ਕਹਿੰਦਾ ਤੈਨੂੰ ਕਹਿ ਰਿਹਾ ਮੈਂ, ਤੂੰ ਉੱਦਾਂ ਹੀ ਲੈ ਜਾ, ਉੱਦਾਂ ਹੀ ਲੈ ਜਾ। ਉਹ ਅਸੀਂ ਮੱਲੋ ਮੱਲੀ ਲੈ ਕੇ, ਤਾਂ ਫੇਰ ਮੈਂ ਫੇਰ ਵੀ ਉੱਥੇ 50 ਰੁਪਏ ਉੱਥੇ ਰੱਖਦੇ, ਮਤਲਬ 50 ਰੁਪਏ ਰੱਖਦੇ, ਤਾਂ ਹਦਵਾਣਾ ਚੁੱਕ ਲਿਆ। ਤਾਂ ਫੇਰ ਮੇਰੇ ਦਿਮਾਗ 'ਚ ਮੈਂ ਕਿਹਾ ਇਹਨੂੰ ਪੁੱਛ ਕਰ ਲਵਾਂ, ਮੈਂ ਕਿਹਾ ਅੰਕਲ ਜੀ ਤੁਸੀਂ ਸਾਰੀਆਂ ਦੁਕਾਨਾਂ ਬੰਦ ਆ, ਵੀ ਤੁਸੀਂ ਦੁਕਾਨ ਕਿੱਦਾਂ ਖੋਲ ਕੇ। ਉਹ ਕਹਿੰਦਾ ਚੱਲ ਦੌੜ ਜਾ, ਚੱਲ ਦੌੜ ਜਾ। ਉਹ ਦੇਖ ਲਓ ਜੀ, ਮੈਂ ਏਦਾਂ ਚੁੜ ਕੇ ਮਾਰ ਕੇ, ਉਹਨੇ ਸਾਨੂੰ ਪਤਾ ਨਹੀਂ ਗੁਰੂ ਜੀ ਨੇ ਉਹਨੂੰ ਕਿੱਦਾਂ ਬਿਠਾਇਆ ਸੀ, ਕੀ ਬਿਠਾਇਆ ਸੀ, ਇੱਕ ਹਦਵਾਣੇ ਲਈ ਬਿਠਾਇਆ ਸੀ, ਉਹਨੂੰ ਵੀ ਪਤਾ ਨਹੀਂ ਸੌਣਾ ਸੀ ਜਾਂ ਨੀਂਦ ਆਈ, ਪਤਾ ਨਹੀਂ ਉਹਨੂੰ ਵੀ ਗੁੱਸਾ ਚੜ ਰਿਹਾ ਸੀ ਅੱਗੇ। ਉਹ ਹਦਵਾਣਾ ਲੈ ਕੇ ਗੁਰੂ ਜੀ ਆਏ, ਤਾਂ ਗੁਰੂ ਜੀ ਰਾਤ ਨੂੰ ਉਹਦਾ ਹਦਵਾਣੇ ਦਾ ਗੁਰੂ ਜੀ ਜੂਸ ਪੀਂਦੇ ਹੁੰਦੇ ਸੀ, ਕਈ ਵਾਰ ਹਦਵਾਣੇ ਦਾ ਜੂਸ ਪੀਂਦੇ ਸੀ, ਤੇ ਕਣਕ ਦਾ ਜੂਸ ਪੀਂਦੇ ਹੁੰਦੇ ਸੀਗੇ, ਕਣਕ ਦਾ ਵੀਟਗ੍ਰਾਸ ਦਾ। ਗੁਰੂ ਜੀ ਤਾਂ ਮਹਾ ਸ਼ਿਵ ਹੈ, ਇਹਨਾਂ ਦਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ, ਇੰਨੇ ਸਤਸੰਗ ਹੈ ਤੁਹਾਨੂੰ, ਮੈਂ ਤਾਂ ਪੂਰਾ ਓਕੇ ਗੁਰੂ ਜੀ, ਅੰਕਲ ਫਿਰ ਨੈਕਸਟ ਟਾਈਮ ਕਰੂੰਗਾ। ਸ਼ੁਕਰਾਨਾ